ਪਾਸ਼ ਲਿਖਦਾ ਹੈ, ਜਿਸ ਤਰ੍ਹਾਂ ਸੂਰਜ, ਹਵਾ ਤੇ ਬੱਦਲ ਘਰਾਂ ਤੇ ਖੇਤਾਂ 'ਚ ਸਾਡੇ ਅੰਗ ਸੰਗ ਰਹਿੰਦੇ ਨੇ, ਉਸੇ ਤਰ੍ਹਾਂ ਅਸੀਂ ਹਕੂਮਤਾਂ, ਵਿਸ਼ਵਾਸਾਂ ਤੇ ਖੁਸ਼ੀਆਂ ਨੂੰ ਆਪਣੇ ਨਾਲ-ਨਾਲ ਤੱਕਣਾ ਚਾਹੁੰਦੇ ਹਾਂ। ਅਸੀਂ ਸਾਰਾ ਕੁਝ ਸੱਚੀ-ਮੁੱਚੀ ਦਾ ਵੇਖਣਾ ਚਾਹੁੰਦੇ ਹਾਂ। ਤੁਸੀਂ ਵੇਖ ਰਹੇ ਹੋ ਆਜ਼ਾਦ ਟੀਵੀ ਤੇ ਪ੍ਰੋਗਰਾਮ ਰਮਜ ਪੰਜਾਬ, ਸਮਝ ਪੰਜਾਬ। ਅੱਜ ਦਾ ਇਹ ਪ੍ਰੋਗਰਾਮ ਕਿਸੇ ਪਾਠ ਦੀ ਪੜ੍ਹਤ ਵਿੱਚੋਂ, ਕਿਸੇ ਕਿਤਾਬ ਦੀ ਪੜ੍ਹਤ ਵਿੱਚੋਂ ਤਾਂ ਨਹੀਂ ਨਿਕਲਿਆ, ਪਰ ਇਸ ਦਾ ਇਹ ਅਰਥ ਨਹੀਂ ਕਿ ਇਹਦੀ ਕੋਈ ਟੈਕਸਟ ਨਹੀਂ ਹੈ। ਤੇ ਇਹ ਇਬਾਰਤ ਪੰਜਾਬ ਦੀ ਡੂੰਘੀ ਪਾਣੀਆਂ ਦੇ ਉੱਤੇ ਲਿਖੀ ਹੋਈ ਹੈ, ਪੰਜਾਬ ਦੇ ਗੰਧਲੇ ਵਹਿਣਾਂ ਦੇ ਉੱਤੇ, ਪੰਜਾਬ ਦੇ ਪਿੰਡਾਂ ਦੀ ਕੰਗਾਲੀ ਦੇ ਉੱਤੇ, ਪੰਜਾਬ ਦੇ ਸ਼ਹਿਰਾਂ ਦੀ ਬੇਥਵਾਕੀ ਦੇ ਉੱਤੇ, ਰੁਜ਼ਗਾਰ ਤੋਂ ਸੱਖਣੇ ਚਿਹਰਿਆਂ ਦੇ ਉੱਤੇ ਤੇ ਸਿਹਤ ਤੇ ਸਿੱਖਿਆ ਸੰਸਥਾਵਾਂ ਦੇ ਨਿਗਾਰ ਦੇ ਉੱਤੇ ਲਿਖੀ ਹੋਈ ਹੈ। ਪਰ ਪੰਜਾਬ ਦਾ ਆਪਣਾ ਸੁਭਾਅ, ਇਹ ਜ਼ਿਆਦਾ ਦੇਰ ਸਿਥਲ ਨਹੀਂ ਬੈਠ ਸਕਦਾ, ਇਹ ਮੂਕ ਵੀ ਨਹੀਂ ਹੈ। 2020 ਦੇ ਮੱਧ ਤੋਂ ਲੈ ਕੇ 2022 ਦੇ ਅੱਜ ਤੱਕ ਦਾ ਸਮਾਂ ਪੰਜਾਬ ਆਲਮੀ ਕੈਨਵਸ ਦੇ ਉੱਤੇ ਆਪਣੀ ਹਾਜ਼ਰੀ ਦਰਜ ਕਰਵਾਉਂਦਾ ਹੋਇਆ ਸਭ ਦਾ ਧਿਆਨ ਖਿੱਚਦਾ ਹੈ। ਪਹਿਲੇ ਲਾਕਡਾਊਨ ਦੀ ਆੜ ਦੇ ਵਿੱਚ ਆਏ ਖੇਤੀ ਆਰਡੀਨੈਂਸ ਸਤੰਬਰ ਦੇ ਵਿੱਚ ਜਾ ਕੇ ਫਾਰਮ ਲਾਜ਼ ਬਣ ਜਾਂਦੇ ਨੇ, ਤਾਂ ਪੰਜਾਬ ਦਾ ਰੋਹ ਟੋਲ ਪਲਾਜ਼ਿਆਂ ਤੋਂ ਦਿੱਲੀ ਦੀਆਂ ਜੂਹਾਂ ਤੱਕ ਪਹੁੰਚ ਜਾਂਦਾ ਹੈ। ਸਾਲ ਭਰ ਦਾ ਸੰਘਰਸ਼ ਚੱਲਦਾ ਹੈ, ਸੰਸਦ ਦੇ ਵਿੱਚ ਉਹ ਕਾਨੂੰਨ ਵਾਪਸ ਲਏ ਜਾਂਦੇ ਨੇ, ਤੇ ਜਦੋਂ ਪੰਜਾਬ ਮੁੜ ਪਰਤਦਾ ਹੈ ਤਾਂ ਸਾਹਮਣੇ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ। ਤੇ ਇਹਨਾਂ ਚੋਣਾਂ ਦੇ ਆਏ ਨਤੀਜੇ ਦੱਸਦੇ ਨੇ ਕਿ ਪੰਜਾਬ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕਰਨ ਵਾਲਾ ਦਿੱਲੀ ਯੂਟੀ ਤੋਂ ਬਾਅਦ ਪਹਿਲਾ ਦੇਸ਼ ਦਾ ਸੂਬਾ ਬਣ ਜਾਂਦਾ। ਪਰ ਇਹ ਸਾਰੀ ਹਲਚਲ ਕਿਸੇ ਖਲਾਅ ਚੋਂ ਪੈਦਾ ਨਹੀਂ ਹੁੰਦੀ, ਇਹਦੇ ਪਿਛੋਕੜ ਦੇ ਵਿੱਚ ਬੜਾ ਕੁਝ ਹੈ। ਜਿਵੇਂ ਪੰਜਾਬ ਕੋਲ ਹੈ, ਪੰਜਾਬ ਕੋਲ ਗਦਰੀ ਬਾਬੇ ਵੀ ਨੇ, ਪੰਜਾਬ ਕੋਲ ਭਗਤ ਸਰਾਭੇ ਵੀ ਨੇ, ਪੰਜਾਬ ਕੋਲ ਟੇਕ ਧਰਵਾਸ ਵੀ ਹੈ, ਬਾਵਜੂਦ ਇਸ ਦੇ ਪੰਜਾਬ ਉਦਾਸ ਵੀ ਹੈ, ਕਿਉਂਕਿ ਇੱਥੋਂ ਦੇ ਲੋਕਾਂ ਨੇ ਸਾਰਾ ਕੁਝ ਸੱਚੀ ਮੁੱਚੀ ਦਾ ਵੇਖਣਾ ਚਾਹਿਆ। ਤੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਅੱਜ ਦੇ ਮੌਜੂਦਾ ਪੰਜਾਬ ਦੇ ਸਾਹਮਣੇ ਜਿੰਨੀਆਂ ਵੀ ਦਰਪੇਸ਼ ਚੁਣੌਤੀਆਂ ਨੇ, ਉਹਦੀਆਂ ਵੱਖ-ਵੱਖ ਤਹਿਆਂ ਪਰਤਾਂ ਪਸਾਰਾਂ ਦੇ ਬਾਰੇ ਗੱਲ ਕਰਨ ਦੀ ਲੋੜ ਪੈਂਦੀ ਹੈ। ਤੇ ਅੱਜ ਸਾਡੀ ਗੱਲਬਾਤ ਦੇ ਮਹਿਮਾਨ ਹੋਣਗੇ ਸਮਿਥ ਸਿੰਘ। ਇਹਨਾਂ ਦਾ ਤਾਰਫ ਕਰਾਉਂਦਿਆਂ ਮੈਂ ਇਹ ਦੱਸਦਿਆਂ ਕਿ ਸਮਿਥ ਸਿੰਘ ਦੀ ਸ਼ਖਸੀਅਤ ਦੇ ਕਈ ਪੱਖ ਨੇ। ਪਹਿਲੀ ਪਛਾਣ ਇੱਕ ਖਿਡਾਰੀ ਵਜੋਂ ਹੈ। ਸਕੇਟ ਸ਼ੂਟਿੰਗ ਦੇ ਇਵੈਂਟ ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਉਹਨਾਂ 7 ਤਮਗੇ ਹਾਸਲ ਕੀਤੇ ਨੇ। 2007 ਦੀਆਂ ਏਸ਼ੀਅਨ ਗੇਮਸ ਤੋਂ ਲੈ ਕੇ 2018 ਦੀਆਂ ਕਾਮਨਵੈਲਥ ਗੇਮਸ ਤੱਕ ਇੱਕ ਲੰਮਾ ਸਫ਼ਰ ਖਿਡਾਰੀ ਵਜੋਂ ਤੈਅ ਕੀਤਾ। ਆਕਸਫੋਰਡ ਦੇ ਵਿੱਚ MSc ਦੀ ਪੜ੍ਹਾਈ ਕਰਦਿਆਂ ਉਹਨਾਂ ਨੇ ਸਸਟੇਨੇਬਲ ਡਿਵੈਲਪਮੈਂਟ ਆਫ ਪੰਜਾਬ ਐਗਰੀਕਲਚਰ ਦੇ ਉੱਤੇ ਆਪਣਾ ਡਿਜ਼ਰਟੇਸ਼ਨ ਦਿੱਤਾ। ਸੂਬਾ ਸਰਕਾਰ ਨੇ ਖੇਡਾਂ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਰਿਕਗਨਾਈਜ਼ ਕਰਦਿਆਂ ਸੂਬੇ ਦਾ ਮਹਾਰਾਜਾ ਰਣਜੀਤ ਸਿੰਘ ਖੇਡ ਪੁਰਸਕਾਰ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ। ਉਸ ਤੋਂ ਬਾਅਦ ਉਹ ਨਰਮਦਾ ਬਚਾਓ ਅੰਦੋਲਨ, ਹੋਰ ਕਈ NGOs ਦੇ ਨਾਲ ਕੰਮ ਕਰਨ ਤੋਂ ਇਲਾਵਾ PPCC ਚੀਫ ਦੇ ਸਲਾਹਕਾਰ ਵਜੋਂ ਵੀ ਕੰਮ ਕਰਦੇ ਰਹੇ ਨੇ, ਨੀਤੀ ਘਾੜੇ ਵਜੋਂ ਅਭਿਆਸ ਕਰਦੇ ਰਹੇ ਨੇ। ਤੇ ਹਾਲ ਹੀ ਦੇ ਵਿੱਚ ਹੋਈਆਂ 16ਵੀਆਂ ਵਿਧਾਨ ਸਭਾ ਦੇ ਲਈ ਜੋ ਚੋਣਾਂ ਹੋਈਆਂ ਫਰਵਰੀ ਦੇ ਵਿੱਚ, ਉਹਦੇ ਵਿੱਚ ਸਮਿਥ ਸਿੰਘ ਬਤੌਰ ਕਾਂਗਰਸੀ ਉਮੀਦਵਾਰ ਹਲਕਾ ਅਮਰਗੜ੍ਹ ਤੋਂ ਚੋਣ ਮੈਦਾਨ ਦੇ ਵਿੱਚ ਸਨ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਸ਼ੁਰੂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਪੰਜਾਬ ਬਾਰੇ ਗੱਲਬਾਤ ਕਰਦੇ ਰਹਿੰਦੇ ਹੋ, ਤੁਸੀਂ ਆਖਦੇ ਹੋ ਕਿ ਤੁਹਾਡੇ ਜ਼ਿਹਨ ਦੇ ਵਿੱਚ ਪੰਜਾਬ ਦੇ ਲਈ ਦਰਦ ਹੈ ਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਕਿਉਂਕਿ ਪੰਜਾਬ ਦੀ ਇੱਕ ਸਪਿਰਿਟ ਵੀ ਹੈ, ਪੰਜਾਬ ਦੀ ਇੱਕ ਵਿਹਾਰ ਹੈ, ਪੰਜਾਬ ਦੀ ਇੱਕ ਸਮਝ ਹੈ, ਬਹੁਤ ਵਿਸ਼ਾਲ ਮਾਇਨੇ ਨੇ। ਹਾਲਾਂਕਿ ਸਮਿਥ ਸ਼ਬਦ ਦੇ ਵੀ ਬੜੇ ਵਿਸ਼ਾਲ ਮਾਇਨੇ ਨੇ, ਪਰ ਕੀ ਇਹ ਦੋਵੇਂ ਸ਼ਬਦ ਰਲ ਕੇ ਤੁਹਾਡੀ ਹੋਂਦ ਨੂੰ ਕਿਸ ਤਰ੍ਹਾਂ ਸਾਕਾਰ ਕਰਦੇ ਨੇ, ਜਾਂ ਤੁਸੀਂ ਇਹਨਾਂ ਦੋਵਾਂ ਦੀ ਸਾਰਥਿਕਤਾ ਦੇ ਲਈ ਕਿਵੇਂ ਯਤਨਸ਼ੀਲ ਰਹਿੰਦੇ ਹੋ? ਮੈਨੂੰ ਤੁਸੀਂ ਬੜਾ ਹੀ ਮਾਣ ਨਾਲ ਇੰਟਰੋਡਿਊਸ ਕੀਤਾ ਤੇ ਇੰਨੀ ਡੂੰਘੀ ਸੋਚ ਰੱਖਦੇ ਹੋ, ਬੜਾ ਅੱਛਾ ਲੱਗਿਆ। ਮੈਨੂੰ ਅੱਛਾ ਲੱਗ ਰਿਹਾ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਲੱਗਿਆ। ਇਹਦਾ ਬਹੁਤ ਧੰਨਵਾਦ। ਦੇਖੋ, ਹਰ ਇਨਸਾਨ ਆਪਣੇ ਸਮਝ ਨਾਲ, ਆਪਣੀ ਸੂਝ ਨਾਲ ਆਪਣੇ ਸੱਚ ਨੂੰ ਟਟੋਲਦਾ ਰਹਿੰਦਾ ਤੇ ਆਪਦੇ ਜ਼ਿੰਦਗੀ ਦੇ ਮਾਇਨੇ ਲੱਭਦਾ ਰਹਿੰਦਾ। ਮੈਨੂੰ
ਜੋ ਆਪਣੇ ਜੀਵਨ 'ਚ ਮੁਸ਼ਕਿਲਾਂ ਲੱਗੀਆਂ, ਜੋ ਮੈਂ ਆਪਣੇ ਆਸ-ਪਾਸ ਦੇਖੀਆਂ, ਮੈਨੂੰ ਇਹ ਲੱਗਿਆ ਕਿ ਉਹਨਾਂ ਦੇ ਹੱਲ ਲੱਭਣ 'ਚ ਜੇ ਕਿਸੇ ਪੰਜਾਬ ਵਾਲੇ ਇਨਸਾਨ ਦੇ ਆਪਣੇ ਆਸ-ਪਾਸ ਦੇ ਪਿੰਡਾਂ ਦੇ ਮਸਲਿਆਂ ਨੂੰ ਹੱਲ ਕਰਨ 'ਚ ਮੈਂ ਕੋਈ ਯੋਗਦਾਨ ਦੇ ਪਾਵਾਂਗਾ, ਤਾਂ ਮੈਨੂੰ ਇਹ ਲੱਗੂਗਾ ਕਿ ਮੈਂ ਥੋੜ੍ਹਾ ਜਿਹਾ ਖੁਸ਼ਹਾਲ ਜੀਵਨ ਕਰ ਰਿਹਾ। ਮੈਨੂੰ ਇਹ ਲੱਗੂਗਾ ਕਿ ਮੇਰੀ ਜ਼ਿੰਦਗੀ ਦਾ ਕੋਈ ਮਕਸਦ ਹੈ। ਤੇ ਮੈਂ ਨਿਸ਼ਾਨੇਬਾਜ਼ੀ ਕਰਦਾ ਸੀ, ਉਸ ਟਾਈਮ ਤੇ ਵੀ ਮੇਰੇ ਮਨ ਅੰਦਰ ਭੁੱਖ ਰਹਿੰਦੀ ਸੀ ਕਿ ਮੈਂ ਕੋਈ ਸਮਾਜਿਕ ਮਸਲਿਆਂ ਨੂੰ ਸਮਝਾਂ, ਉਹਨਾਂ ਦੇ ਹੱਲ ਲੱਭਾਂ। ਤੇ ਉਹ ਭੁੱਖ ਜਦੋਂ ਮੈਂ ਪੜ੍ਹਾਈ ਕਰਦਾ ਸੀ, ਉਹ ਹੋਰ ਵੱਧਦੀ ਰਹੀ। ਜਦੋਂ ਮੈਂ ਨੀਤੀਆਂ ਨੂੰ ਸਮਝਣ ਲੱਗਿਆ, ਨੀਤੀਆਂ ਨੂੰ ਬਣਾਉਣ ਲੱਗਿਆ, ਤੇ ਮੈਂ ਹੋਰ ਡੂੰਘਾ ਸਮਝਣ ਲੱਗਿਆ ਕਿ ਇਹ ਮਸਲੇ ਅਸਲ ਵਿੱਚ ਕਿੰਨੇ ਡੂੰਘੇ ਨੇ ਤੇ ਇਹਨਾਂ ਦੇ ਹੱਲ ਵੀ ਕਿੰਨੇ ਡੂੰਘੇ ਹੋਣੇ ਚਾਹੀਦੇ ਨੇ। ਪਰ ਸਮਾਜਿਕ ਹਾਲਾਤ ਕਿਹੋ ਜਿਹੇ ਹੁੰਦੇ ਨੇ, ਆਰਥਿਕ ਹਾਲਾਤ ਕਿਹੋ ਜਿਹੇ ਹੁੰਦੇ ਨੇ, ਉਹਨਾਂ ਵਿੱਚੋਂ ਸੱਚਾਈ ਵਿੱਚ ਕੋਈ ਨੀਤੀ ਬਣਦੀ ਹੈ। ਨੀਤੀ ਦੀ ਥਿਊਰੀ ਕਿਤਾਬਾਂ ਵਾਲੀ ਥੋੜ੍ਹੀ ਜਿਹੀ ਫਰਕ ਹੁੰਦਾ ਹੈ, ਜੋ ਪਬਲਿਕ ਪਾਲਿਸੀ ਪੜ੍ਹਾਇਆ ਜਾਂਦਾ ਹੈ ਉਹਦਾ ਥੋੜ੍ਹਾ ਫਰਕ ਹੁੰਦਾ ਹੈ, ਉਹਦੀ ਸਮਾਜਿਕ ਸੱਚਾਈ ਥੋੜ੍ਹੀ ਕੁਛ ਹੋਰ ਹੁੰਦੀ ਹੈ। ਪਰ ਬਹੁਤ ਸੂਝਵਾਨ ਲੋਕ, ਬਹੁਤ ਸਮਝਦਾਰ ਲੋਕ ਉਸ ਸੱਚਾਈ ਨੂੰ ਸਮਝਦੇ ਹੋਏ ਵੀ ਜਾਣਦੇ ਨੇ ਕਿ ਕਿਸ ਤਰ੍ਹਾਂ ਆਪਾਂ ਸਮਾਜ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ। ਉਹਦੀ ਫਿਰ ਲੜਾਈ ਲੜਨੀ ਕੋਈ ਆਸਾਨ ਕੰਮ ਨਹੀਂ। ਉਹ ਸੱਚਾਈ ਨੂੰ ਲੋਕਾਂ ਤੱਕ ਲੈ ਕੇ ਜਾਣਾ ਇੱਕ ਆਪਣੇ ਆਪ ਸੰਘਰਸ਼ ਹੈ। ਤੇ ਮੈਨੂੰ ਇਹ ਲੱਗਦਾ ਹੈ ਕਿ ਮੈਂ ਉਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਿਹਾ। ਇਸ ਗੱਲ ਦਾ ਮੈਨੂੰ ਬੜਾ ਸੁੱਖ ਮਿਲਦਾ ਹੈ। ਤੇ ਮੈਂ ਕਦੇ-ਕਦੇ ਮਨ ਦੇ ਅੰਦਰ ਸੋਚਦਾ ਕਿ ਇਨਸਾਨ ਦੇ ਅੰਦਰ ਜਿਹੜਾ ਆਪਣਾ ਕਿਰਦਾਰ ਹੈ, ਆਪਦੀ ਇਮਾਨਦਾਰੀ ਹੁੰਦੀ ਹੈ, ਆਪਦੀ ਸੱਚਾਈ ਹੁੰਦੀ ਹੈ, ਇਨਸਾਨ ਉਹ ਬਰਕਰਾਰ ਰੱਖੇ। ਬਾਕੀ ਜੀਵਨ ਦੇ ਅੰਦਰ ਕੋਈ ਵੀ ਆਸ-ਪਾਸ ਤੂਫਾਨ ਚੱਲਦੇ ਰਹਿਣ, ਉਹਦਾ ਕੋਈ ਜ਼ਿਆਦਾ ਅਸਰ ਨਹੀਂ ਹੁੰਦਾ। ਜਦੋਂ ਤੁਹਾਡੇ ਅੰਦਰਲੀ ਉਹ ਇਮਾਨਦਾਰੀ, ਸੱਚਾਈ, ਤੁਹਾਡੀ ਆਪਦੀ ਇੰਟੀਗ੍ਰਿਟੀ ਹੈ ਜਿਹੜੀ, ਜਦੋਂ ਉਹ ਹਿਲਦੀ ਹੈ ਤਾਂ ਇਨਸਾਨ ਹਿਲਦਾ ਹੈ। ਤੇ ਮੈਂ ਤਾਂ ਉਸ ਅੰਦਰ ਵਾਲੀ ਸੱਚਾਈ ਨੂੰ, ਇਮਾਨਦਾਰੀ ਨੂੰ ਬਰਕਰਾਰ ਰੱਖ ਕੇ ਆਪਦੇ ਸੱਚ ਨੂੰ ਲੱਭਣ ਦੀ ਰਾਹ ਤੇ ਚੱਲ ਰਿਹਾ। ਜੀ। ਤਾਂ ਤੁਸੀਂ ਕਦੋਂ ਤੋਂ ਖੇਡਾਂ ਦੇ ਵਿੱਚ ਜਾਣ ਬਾਰੇ ਸੋਚ ਲਿਆ ਸੀ ਤੇ ਇਸ ਫੈਸਲੇ ਦੇ ਪਿੱਛੇ ਪ੍ਰੇਰਨਾ ਕੌਣ ਬਣਦੇ ਨੇ? ਤੁਹਾਡਾ ਘਰ ਪਰਿਵਾਰ, ਸਕੂਲ ਜਾਂ ਤੁਹਾਡਾ ਅੰਤਰੀਵੀ ਆਪਾ ਯਾਨੀ ਇਨਰ ਸੈਲਫ? ਜੀ, ਮੈਂ ਕਿਸੇ ਵੀ ਖੇਡ ਵਿੱਚ ਮੈਂ ਆਪਣੇ ਸਕੂਲ ਦੇ ਅੰਦਰ ਜਿੰਨੀਆਂ ਖੇਡਾਂ ਹੁੰਦੀਆਂ ਸਾਰੀਆਂ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਬਾਲ ਮੈਂ ਬੱਟਾ ਪਾਉਂਦਾ ਸੀ, ਮੈਨੂੰ ਬਾਂਹ ਘੁਮਾਉਣੀ ਵੀ ਆਉਂਦੀ ਸੀ ਤੇ ਹੋਰ ਕੋਈ ਖੇਡ ਮੈਂ ਚੰਗੀ ਖੇਡ ਨਹੀਂ ਪਾਉਂਦਾ ਸੀ। ਸਾਡੇ ਸਕੂਲ ਵਿੱਚ ਐਥਲੈਟਿਕ ਮੀਟ ਹੁੰਦੀ ਤੇ ਮੈਨੂੰ ਕਦੇ ਕੋਈ ਮੈਡਲ ਨਹੀਂ ਮਿਲਿਆ। ਮੇਰੇ ਕੋਲ ਮੇਰੇ ਸਕੂਲ ਦੇ ਨਾਮ ਦਾ ਕੋਈ ਮੈਡਲ ਹੀ ਨਹੀਂ ਹੈ। ਤੇ ਮੈਂ ਕੋਸ਼ਿਸ਼ ਬੜੀ ਕੀਤੀ ਤੇ ਮੈਂ ਰਿਅਲਾਈਜ਼ ਕੀਤਾ ਕਿ ਮੇਰੀ ਬੋਡੀ 'ਚ ਉਨੀ ਫਲੈਕਸੀਬਿਲਿਟੀ ਵੀ ਨਹੀਂ ਸੀ ਤੇ ਮੈਂ ਕੋਈ ਸਪੋਰਟਸ ਕਰ ਪਾਵਾਂ। ਤੇ ਮੇਰੇ ਪਿਤਾ ਜੀ ਨੂੰ ਇਹ ਲੱਗਦਾ ਸੀ ਕਿ ਜੇ ਦਿੱਲੀ ਯੂਨੀਵਰਸਿਟੀ ਦੇ ਕਿਸੇ ਚੰਗੇ ਕਾਲਜ ਜਾਣਾ ਹੈ ਤੇ ਸਪੋਰਟਸ ਹੋਣੀ ਬੜੀ ਜ਼ਰੂਰੀ ਹੈ, ਕਿਉਂਕਿ ਤੂੰ 95-98% ਨੰਬਰ ਵਾਲਾ ਮੁੰਡਾ ਹੈ ਨੀਗਾ। ਤੇ ਉਹਨਾਂ ਨੇ ਮੈਨੂੰ ਸ਼ੂਟਿੰਗ 'ਚ ਪਾਇਆ ਤੇ ਮੈਂ ਰਾਈਫਲ ਸ਼ੂਟਿੰਗ ਕਰਨ ਲੱਗਿਆ। ਉਹ ਜਿਵੇਂ ਬਹੁਤ ਮਾੜਾ ਸੀਗਾ, ਮਤਲਬ ਮੈਨੂੰ 4-5 ਸਾਲ ਲੱਗ ਗਏ, ਮੈਂ ਨੈਸ਼ਨਲ ਕੁਆਲੀਫਾਈ ਨਹੀਂ ਕਰ ਪਾਇਆ। ਫਿਰ ਇੱਕ ਦਿਨ ਮੈਂ ਸ਼ਾਟਗਨ ਸ਼ੂਟਿੰਗ ਹੁੰਦੀ ਦੇਖੀ, ਮੈਂ ਉੜਦੇ ਟਾਰਗੇਟ ਦੇਖੇ, ਮੈਂ ਉਹਨਾਂ ਨੂੰ ਕਿਹਾ ਜੀ ਮੈਂ ਆਹ ਕਰਨਾ ਚਾਹੁੰਦਾ, ਤੇ ਉਹਨਾਂ ਨੇ ਕਿਹਾ ਕਿ ਇਹ ਬੜੀ ਮਹਿੰਗੀ ਗੇਮ ਹੈ, ਇਹ ਆਪਾਂ ਕਿੱਥੋਂ ਕਰਨੀ ਤੇ ਤੂੰ ਕਿੱਥੋਂ ਕਰ ਲੇਗਾ, ਤੇ ਤੂੰ ਕੁਛ ਅੱਜ ਤੱਕ ਹੋਇਆ। ਤੇ ਮੈਂ ਕਿਹਾ ਜੀ ਮੈਨੂੰ ਟਰਾਈ ਕਰਾਓ। ਤੇ ਉਹਨਾਂ ਨੇ ਮੈਨੂੰ ਟਰਾਈ ਕਰਾਇਆ। 8ਵੀਂ ਕਲਾਸ ਸੀ ਮੈਂ, 2004 ਦੀ ਗੱਲ ਹੈ। ਮੈਂ ਪੰਜਾਬ ਸਟੇਟ ਦਾ ਉਸ ਟਾਈਮ ਜੂਨੀਅਰ ਦਾ ਗੋਲਡ ਜਿੱਤਿਆ। ਮੈਂ 9ਵੀਂ ਕਲਾਸ 'ਚ ਆਇਆ, ਫਿਰ ਮੈਂ ਗੋਲਡ ਜਿੱਤਿਆ। 10ਵੀਂ 'ਚ ਫਿਰ ਜਿੱਤਿਆ। 11ਵੀਂ 'ਚ ਉਹਨਾਂ ਨੇ ਮੈਨੂੰ ਇੰਡੀਅਨ ਟੀਮ ਦੇ ਟਰਾਇਲ ਵਾਸਤੇ ਬੁਲਾਇਆ। ਮੈਂ ਇੰਡੀਅਨ ਟੀਮ 'ਚ ਆਇਆ, ਐਕਸਟਰਾ 'ਚ ਖੇਲਿਆ। 12ਵੀਂ ਕਲਾਸ ਵਿੱਚ ਮੈਂ ਜਦੋਂ ਪਹੁੰਚਿਆ ਤੇ ਇੰਡੀਆ ਦੇ ਜਿਹੜੇ ਟੌਪ 6 ਸੀਨੀਅਰ ਸੀ ਉਹਨਾਂ 'ਚ ਆ ਗਿਆ ਤੇ ਜੂਨੀਅਰ 'ਚ ਅੰਡਰ 21 ਸਿਲਵਰ ਮੈਡਲ ਆ ਗਿਆ। ਫਿਰ ਇੰਡੀਆ ਵਾਸਤੇ ਮੈਂ ਬਾਹਰ ਖੇਲਣ ਗਿਆ ਤੇ 3 ਤਗਮੇ ਜਿੱਤੇ ਉਸ ਸਾਲ ਮੈਂ। ਉਸ ਤੋਂ ਬਾਅਦ ਇੱਕ ਤਾਂ ਥੋੜੀ ਜਿਹੀ ਸਪੋਰਟ ਮਿਲਣ ਲੱਗ ਗਈ। ਦੂਸਰੀ ਇੱਕ ਬੰਦੇ ਨੂੰ ਹੋ ਜਾਂਦਾ ਕਿ ਮੈਂ ਕਿਸੇ ਕੰਮ ਚੰਗਾ ਹੋਣੇ 'ਚ ਮਿਹਨਤ ਕਰ ਲਾਂ। ਫਿਰ ਮੈਂ ਦਿੱਲੀ ਯੂਨੀਵਰਸਿਟੀ ਚਲਾ ਗਿਆ, ਮੈਨੂੰ ਕਾਲਜ ਐਡਮਿਸ਼ਨ ਮਿਲ ਗਈ ਤੇ ਕਾਲਜ ਵਾਲੇ ਕਹਿੰਦੇ ਅਟੈਂਡੈਂਸ ਦੀ ਲੋੜ ਨਹੀਂ, ਤੁਸੀਂ ਸ਼ੂਟਿੰਗ ਕਰੋ। ਮੈਨੂੰ ਸ਼ੂਟਿੰਗ ਨੇ ਮੇਰੀ ਜ਼ਿੰਦਗੀ 'ਚ ਮੈਨੂੰ ਬਹੁਤ ਕੁਝ ਦਿੱਤਾ। ਸਭ ਤੋਂ ਵੱਡੀ ਚੀਜ਼ ਅਫਕੋਰਸ ਸ਼ੂਟਿੰਗ ਨੇ ਮੈਨੂੰ ਉਸ ਟਾਈਮ ਤੇ ਆਰਥਿਕ ਤੌਰ ਤੇ ਬੜੀ ਸਪੋਰਟ ਕੀਤੀ। ਉਸ ਟਾਈਮ ਤੇ ਮੈਨੂੰ ਪੜ੍ਹਾਈ ਤੋਂ ਥੋੜੀ ਛੁੱਟੀ ਦਵਾ ਕੇ ਆਜ਼ਾਦ ਕੀਤਾ। ਮੈਂ ਸ਼ੂਟਿੰਗ ਤੋਂ ਮਿਲੀ ਆਜ਼ਾਦੀ ਨਾਲ ਬਹੁਤ ਕੁਛ ਕੀਤਾ। ਮੈਂ ਇਕੱਲਾ ਟ੍ਰੇਨਿੰਗ ਨਹੀਂ ਕਰਦਾ ਸੀਗਾ, ਸ਼ੂਟਿੰਗ ਤੋਂ ਮਿਲੀ ਆਜ਼ਾਦੀ ਨਾਲ ਮੈਂ ਸਾਰੇ ਜਿੰਨੇ NGO 'ਚ ਕੰਮ ਕੀਤਾ, ਮੈਂ ਤਾਂ ਹੀ ਕੰਮ ਕੀਤਾ। 3-4 ਮਹੀਨੇ ਹੁੰਦੇ ਸੀ ਕੰਪੀਟੀਸ਼ਨ ਨਾਲ ਟ੍ਰੇਨਿੰਗ ਕਰਨ ਦੇ, ਤੇ 2-3 ਮਹੀਨੇ ਮੈਂ ਉਹ 'ਚ ਸਿਰਫ ਕਦੇ ਕਿਸੇ NGO ਜਾ ਕੇ ਮੈਂ ਸਕੂਲ ਪੜ੍ਹਾਉਣ ਲੱਗ ਜਾਂਦਾ, ਕਦੇ ਕਿਸੇ এনवायरमेंट NGO 'ਚ ਕੰਮ ਕਰਨ ਲੱਗ ਜਾਂਦਾ। ਪਰ ਸ਼ੂਟਿੰਗ ਨੇ ਮੈਨੂੰ ਜਿਹੜੀ ਸਭ ਤੋਂ ਵੱਡੀ ਸਿੱਖ ਦਿੱਤੀ, ਕਿਉਂਕਿ ਜਿਹੜਾ ਆਪਣਾ ਸੰਘਰਸ਼ ਦਾ ਸਫ਼ਰ ਹੈ ਨਾ, ਭਾਵੇਂ ਉਹ ਡੈਮੋਕ੍ਰੇਸੀ ਦੀ ਲੜਾਈ ਹੋਵੇ, ਭਾਵੇਂ ਉਹ ਨੌਨ ਵਾਇਲੈਂਸ ਦੀ ਲੜਾਈ ਹੋਵੇ, ਜਦੋਂ ਆਪਾਂ ਕੋਈ ਲੜਾਈ ਲੜਨੀ ਹੈ ਉਹਦੀ ਇੱਕ ਪ੍ਰੈਕਟਿਸ ਹੁੰਦੀ ਹੈ ਇਨਸਾਨ ਦੇ ਅੰਦਰ। ਜਿਵੇਂ ਕੋਈ ਗਾਇਕ ਆਪਣਾ ਰਿਆਜ਼ ਕਰਦਾ ਹੈ, ਕੋਈ ਮਾਰਸ਼ਲ ਆਰਟਸ ਦਾ ਬੰਦਾ ਆਪਣੀ ਟ੍ਰੇਨਿੰਗ ਕਰਦਾ ਹੈ। ਸ਼ੂਟਿੰਗ ਮੇਰੇ ਵਾਸਤੇ ਮੇਰੀ ਪ੍ਰੈਕਟਿਸ ਸੀਗੀ। ਉਸਨੇ ਮੈਨੂੰ ਇਹ ਸਿਖਾਇਆ ਕਿ ਰਿਜ਼ਲਟ ਵਿੱਚ ਜ਼ਿਆਦਾ ਕੋਈ ਚੀਜ਼ ਹੈ ਨਹੀਂ। ਉਹ ਜਿਹੜਾ ਤਗਮਾ ਹੈ
ਉਸਦੇ ਨਾਲ ਮੈਂ ਜੋ ਹਰ ਰੋਜ਼ ਦਿਨ ਰਾਤ ਕਰ ਰਿਹਾ, ਜਿਸ ਚੀਜ਼ ਅੰਦਰੋਂ ਜਾ ਰਿਹਾ, ਉਹਦਾ ਕੋਈ ਮੇਲ ਤਾਂ ਹੋ ਨਹੀਂ ਰਿਹਾ। ਮੇਰਾ ਸਫ਼ਰ ਮੇਰੇ ਕੰਮ ਵਿੱਚ ਹੈ, ਮੇਰੀ ਖੁਸ਼ੀ ਮੇਰੇ ਕੰਮ ਵਿੱਚ ਹੋਣੀ ਚਾਹੀਦੀ। ਤੇ ਮੈਂ ਆਪਣੇ ਸਰੀਰ ਨੂੰ, ਆਪਣੇ ਦਿਮਾਗ ਨੂੰ ਕਿਸ ਤਰ੍ਹਾਂ ਉਸ ਮੌਕੇ ਤੇ ਲਿਜਾ ਕੇ ਇੱਕ ਟਾਰਗੇਟ ਨੂੰ ਤੋੜਨ ਵਾਸਤੇ ਤਿਆਰ ਕਰਦਾ। ਮੈਂ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ 'ਚ ਜਾ ਰਿਹਾ, ਕਦੇ ਮੈਂ ਸਾਊਥ ਅਮਰੀਕਾ 'ਚ ਖੇਲ ਰਿਹਾ, ਪੈਰੂ 'ਚ ਖੇਲ ਰਿਹਾ, ਕਦੇ ਅਮਰੀਕਾ, ਕਦੇ ਯੂਰਪ। ਮੈਂ ਕਿਸ ਤਰ੍ਹਾਂ ਉੱਥੇ ਆਪਣੇ ਮਨ ਦੇ ਨਾਲ ਇਕਾਂਤ ਕਰਕੇ ਇੱਕ ਸਿਰਫ ਆਰਟ ਪਰਫਾਰਮ ਕਰ ਪਾ ਰਿਹਾ। ਮੈਂ ਕਦੇ ਲੋਕਾਂ ਨੂੰ ਕਹਿਣਾ ਕਿ ਮੈਂ ਵਾਇਲੈਂਸ ਵਿੱਚ ਬਿਲੀਵ ਨਹੀਂ ਕਰਦਾ, ਪਰ ਲੋਕੀ ਕਹਿੰਦੇ ਮੈਂ ਸ਼ੂਟਿੰਗ ਕਰਦਾ, ਤੇ ਮੈਂ ਕਹਿੰਦਾ ਮੇਰੇ ਵਾਸਤੇ ਇਹ ਇੱਕ ਜਿਵੇਂ ਕੋਈ ਤੁਸੀਂ ਮਿਊਜ਼ਿਕ ਦਾ ਇੰਸਟਰੂਮੈਂਟ ਵਜਾਉਂਦੇ ਹੋ, ਉਸ ਤਰੀਕੇ ਨਾਲ ਹੈ। ਤੇ ਬਹੁਤ ਘੱਟ ਲੋਕ ਉਸ ਚੀਜ਼ ਨੂੰ ਸਮਝ ਪਾਉਂਦੇ ਨੇ। ਮੇਰੇ ਵਾਸਤੇ ਉਹ ਪਿਆਨੋ ਦੇ ਵਾਂਗ ਹੈ, ਤੁਸੀਂ ਉਸਦੇ ਰੈਪੀਟੇਸ਼ਨ ਵਾਰੀ-ਵਾਰੀ ਕਰਕੇ ਉੜਦੇ ਹੋਏ ਟਾਰਗੇਟ ਨੂੰ ਕਿਸ ਤਰ੍ਹਾਂ ਮੂਵਮੈਂਟ ਬਣਾ ਕੇ ਉਸਨੂੰ ਤੋੜ ਰਹੇ ਹੋ, ਤੇ ਤੁਹਾਡਾ ਸਰੀਰ, ਤੁਹਾਡਾ ਸਬਕੌਂਸ਼ੀਅਸ ਦਿਮਾਗ ਉਸਨੂੰ ਖੇਲ ਪਾ ਰਿਹਾ। ਮੇਰੇ ਲਈ ਸ਼ੂਟਿੰਗ ਮੇਰੀ ਉਹ ਪ੍ਰੈਕਟਿਸ ਹੈ, ਤੇ ਜ਼ਿੰਦਗੀ ਵਿੱਚ ਹਰ ਥਾਂ ਤੇ ਮੇਰੇ ਉਹ ਕੰਮ ਆਈ ਹੈ। ਪੜ੍ਹਾਈ ਵਿੱਚ ਮੈਂ ਬੜਾ ਮਾੜਾ ਹੁੰਦਾ ਸੀਗਾ, ਤੇ ਸ਼ੂਟਿੰਗ ਦੇ ਚੱਕਰ 'ਚ ਉਸ ਧਿਆਨ ਦੇ ਨਾਲ ਮੈਨੂੰ ਲੱਗਦਾ ਪੜ੍ਹਾਈ 'ਚ ਮੈਂ ਚੰਗਾ ਹੋਣ ਲੱਗ ਗਿਆ। ਨਹੀਂ ਤਾਂ ਮੈਂ ਆਕਸਫੋਰਡ ਵਰਗੀ ਥਾਂ ਸਹਿ ਨਹੀਂ ਸਕਦਾ ਸੀਗਾ, ਤਾਂ ਹੀ ਸਹਿ ਲਈ। ਹਾਂ, ਤਾਂ ਖੇਡ ਤੁਹਾਡੀ ਮੋਟੀਵੇਸ਼ਨ ਵੀ ਬਣੀ ਔਰ ਪੂਰੀ ਜ਼ਿੰਦਗੀ ਦੇ ਹੋਰ ਸਪੀਅਰਸ ਦੇ ਵਿੱਚ ਵੀ ਉਹ ਕੰਮ ਆਉਂਦੀ ਆ। ਪਰ ਜੇ ਆਪਾਂ ਸਪੈਸੀਫਿਕ ਹੋ ਕੇ ਗੱਲ ਨਾ ਕਰੀਏ, ਜਨਰਲੀ ਗੱਲ ਕਰੀਏ, ਕਿਉਂਕਿ ਤੁਸੀਂ ਕਿਹਾ ਕਿ ਸ਼ੂਟਿੰਗ ਬੜੀ ਮਹਿੰਗੀ ਗੇਮ ਵੀ ਹੈ, ਤੇ ਸਾਰੇ ਕੋਲ ਇੱਕੋ ਗੇਮ ਖੇਡਣ ਦਾ ਸਕਿੱਲ ਵੀ ਨਹੀਂ ਹੁੰਦਾ, ਤੇ ਸਾਰੇ ਸੂਬੇ ਨੇ ਇੱਕੋ ਗੇਮ ਖੇਡਣੀ ਵੀ ਨਹੀਂ ਹੁੰਦੀ। ਪਰ ਖੇਡਾਂ ਆਪਣੀ ਜ਼ਿੰਦਗੀ ਨੂੰ ਕਿੰਨਾ ਕੁ ਬਦਲਦੀਆਂ ਨੇ, ਇਹਦੇ ਵਿੱਚ ਵੀ ਕੁਛ ਅੜਚਣਾਂ ਆਉਂਦੀਆਂ ਹੋਣਗੀਆਂ, ਜਾਂ ਹੁਣ ਜੇ ਤੁਸੀਂ ਇਸ ਮੁਕਾਮ ਤੇ ਹੈਗੇ ਹੋ, ਤਾਂ ਆਪਦੀ ਲਾਈਫ ਨੂੰ ਖੇਡਾਂ ਤੋਂ ਬਿਨਾਂ ਕਿਆਸ ਕਰਨਾ ਹੋਵੇ ਤਾਂ ਤੁਹਾਨੂੰ ਕਿਵੇਂ ਦਾ ਲੱਗੂਗਾ? ਖੇਡ ਇੱਕ ਬੰਦੇ ਦੀ ਜ਼ਿੰਦਗੀ ਨੂੰ ਕਿਵੇਂ ਘੜਦੀ ਹੈ ਜਾਂ ਕਿਵੇਂ ਨਵੇਂ ਅਰਥ ਦਿੰਦੀ ਹੈ, ਜੇ ਆਪਾਂ ਕੱਲੇ ਦੇਖੋ, ਸਕੀਟ ਸ਼ੂਟਿੰਗ ਨੂੰ ਲੈ ਕੇ ਨਾ ਸੋਚਣਾ ਹੋਵੇ, ਸਪੋਰਟਸਮੈਨਸ਼ਿਪ ਬਾਰੇ ਗੱਲ ਕਰਨੀ? ਪਹਿਲੀ ਗੱਲ ਆਪਾਂ ਸਮਝੀਏ ਕਿ ਇੱਕ ਬੱਚੇ ਦੇ ਜਨਮ ਤੋਂ ਨਾ, ਬੱਚਾ ਜੋ ਆਪਣੇ ਹੱਥਾਂ ਨਾਲ ਕਰਦਾ, ਉਸਦੇ ਬੱਚੇ ਦੇ ਮਾਨਸਿਕ ਗਰੋਥ ਤੇ ਬੜਾ ਅਸਰ ਪੈਂਦਾ। ਆਪਾਂ ਦੇਖਿਆ ਬੱਚੇ ਨੂੰ ਆਪਾਂ ਕਲੇ ਨਾਲ ਖਿਡਾਉਂਦੇ ਹਾਂ, ਖਿਡੌਣੇ ਨਾਲ ਖਿਡਾਉਂਦੇ ਹਾਂ, ਉਸ ਤੋਂ ਬਾਅਦ ਬੱਚਿਆਂ ਦੇ ਪਲੇ ਸਕੂਲ ਬਣਦੇ ਨੇ, ਉਹਨਾਂ ਦੇ ਪਿੱਛੇ ਇੱਕ ਬਹੁਤ ਵੱਡੀ ਸਾਇੰਸ ਹੈ। ਜੇ ਆਪਾਂ ਪੁਰਾਣੇ ਜ਼ਮਾਨਿਆਂ ਦੇ ਸਕੂਲਾਂ ਵਿੱਚ ਚਲੇ ਜਾਈਏ, ਤੇ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਚੀਜ਼ਾਂ ਕਰਨ ਵਾਸਤੇ ਪ੍ਰੇਰਿਤ ਕੀਤਾ ਜਾਂਦਾ ਸੀਗਾ, ਕਿ ਉਹ ਵੱਧ ਤੋਂ ਵੱਧ ਚੀਜ਼ਾਂ ਪੋਟਰੀ ਕਰਨ, ਇਹ ਕਰਨ, ਆਪਣੇ ਹੱਥਾਂ ਨਾਲ ਕਰਨ। ਉਸ ਤੋਂ ਬਾਅਦ ਖੇਡਾਂ ਆਈਆਂ, ਖੇਡਾਂ ਦੇ ਨਾਲ ਕਿ ਜਿਹੜਾ ਜਵਾਕ ਖੇਡਦਾ ਹੈ, ਉਸਦਾ ਮਾਨਸਿਕ ਗਰੋਥ ਜਿਸ ਤਰ੍ਹਾਂ ਹੁੰਦੀ ਹੈ ਪੜ੍ਹਾਈ ਦੇ ਨਾਲ, ਜਦੋਂ ਉਹ ਦੁਨੀਆ ਦੇ ਐਕਸਪੀਰੀਅੰਸ ਨੂੰ ਆਪਣੀ ਕਿਤਾਬਾਂ ਦੇ ਐਕਸਪੀਰੀਅੰਸ ਨਾਲ ਜੋੜ ਪਾਉਂਦਾ, ਉਹ ਬਹੁਤ ਇੱਕ ਪ੍ਰੈਕਟੀਕਲ ਜ਼ਰੂਰੀ ਹੈ। ਐਜੂਕੇਸ਼ਨ ਔਰ ਥਿਓਰੈਟੀਕਲ ਨੂੰ ਜਦੋਂ ਉਹ ਦੇਖਦਾ ਹੈ ਜੋੜ ਕੇ। ਬਿਲਕੁਲ। ਅਤੇ ਸਪੋਰਟਸ ਇੱਕ ਇਹੋ ਜਿਹਾ ਐਵੀਨਿਊ ਹੈ ਜਿੱਥੇ ਆਪਾਂ ਉਸਦੇ ਪਰਿਵਾਰ ਤੋਂ ਬਾਹਰ ਲਿਜਾ ਕੇ ਇੱਕ ਪਹਿਲਾ ਐਵੀਨਿਊ, ਇੱਕ ਥਾਂ ਦਿੰਦੇ ਹਾਂ ਕਿ ਇੱਕ ਉਹ ਟੀਮ ਵਾਂਗ ਇੱਕ ਦੂਸਰੇ ਨੂੰ ਇੱਕ ਸਮਾਜਿਕ ਤੌਰ ਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਸਮਝਦੇ ਹੋਏ ਇੱਕ ਗਰੁੱਪ ਬਣਾਉਂਦਾ ਹੈ, ਕੋਈ ਇੱਕ ਚੀਜ਼ ਪਰਫਾਰਮ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਚੀਜ਼ ਦਾ ਕਨੈਕਸ਼ਨ ਉਸਦੇ ਦਿਮਾਗ ਨਾਲ ਹੈ, ਉਸਦੇ ਸਰੀਰ ਨਾਲ ਹੈ, ਤੇ ਆਸ-ਪਾਸ ਦੇ ਸਮਾਜ ਨਾਲ ਹੈ। ਤੇ ਉਹ ਕਿਤਾਬਾਂ ਨਾਲ ਜੋ ਜੋੜ ਪਾਉਂਦਾ ਹੈ, ਤੇ ਬੱਚੇ ਦੀ ਬਹੁਤ ਗਰੋਥ ਹੋ ਪਾਉਂਦੀ ਹੈ। ਇਸ ਚੀਜ਼ ਉੱਤੇ ਵੀ ਅੱਜ ਕੱਲ੍ਹ ਬੜਾ ਰਿਸਰਚ ਚੱਲ ਰਿਹਾ ਹੈ ਕਿ ਜਿਹੜੇ ਆਪਣੇ ਉਮਰ ਦੇ ਲੋਕ ਨੇ, ਸਾਡੇ ਵਾਸਤੇ ਵੀ ਖੇਡਾਂ ਕਿੰਨੀਆਂ ਜ਼ਰੂਰੀ ਨੇ, ਸਾਡੇ ਮਾਨਸਿਕ ਤੌਰ ਤੇ ਕਿੰਨੀਆਂ ਖੇਡਾਂ ਜ਼ਰੂਰੀ ਨੇ। ਆਪਾਂ ਸਾਰੇ ਜਾਣਦੇ ਹਾਂ ਕਿ ਐਕਸਰਸਾਈਜ਼ ਕਰਨਾ, ਸਪੋਰਟਸ ਕਰਨਾ, ਆਪ ਨੂੰ, ਇਨਸਾਨ ਨੂੰ ਦੋ ਤਰ੍ਹਾਂ ਦੀ ਬਿਮਾਰੀਆਂ ਹੁੰਦੀਆਂ, ਇੱਕ ਕਮਿਊਨੀਕੇਬਲ, ਇੱਕ ਨਾਨ ਕਮਿਊਨੀਕੇਬਲ। ਇੱਕ ਬਿਮਾਰੀ ਜੋ ਤੁਹਾਨੂੰ ਕਿਸੇ ਹੋਰ ਤੋਂ ਹੁੰਦੀ ਹੈ, ਇੱਕ ਜਿਹੜੇ ਤੁਹਾਡੇ ਆਪ ਦੇ ਖਾਣ ਪੀਣ ਰਹਿਣ ਦੇ ਕਾਰਨ ਹੁੰਦੀ ਹੈ। ਤੇ ਬਹੁਤ ਸਾਰੀਆਂ ਬਿਮਾਰੀਆਂ ਆਪ ਦੇ ਰਹਿਣ ਪੀਣ ਖਾਣ ਦੇ ਕਾਰਨ ਹੁੰਦੀਆਂ, ਤੇ ਉਹਨਾਂ ਦਾ ਇਲਾਜ ਸਪੋਰਟਸ ਅੰਦਰ ਤੇ ਐਕਸਰਸਾਈਜ਼ ਅੰਦਰ ਮਿਲ ਸਕਦਾ। ਇਹ ਬਹੁਤ ਪਰ ਉਸ ਤੋਂ ਵੀ ਅੱਗੇ ਜਾ ਕੇ ਮੈਂ ਸਪੋਰਟਸ ਨੂੰ, ਕਲਚਰਲ ਐਕਟੀਵਿਟੀਜ਼ ਨੂੰ, ਆਰਟਸ ਨੂੰ ਇੱਕ ਇਨਸਾਨ ਦੀ ਗਰੋਥ ਵਾਸਤੇ, ਪੂਰੀ ਸਿਵਲਾਈਜੇਸ਼ਨ ਬਹੁਤ ਵਾਸਤੇ ਵੱਡੀ ਚੀਜ਼ ਮੰਨਦਾ, ਕਿ ਕਿਤੇ ਨਾ ਕਿਤੇ ਆਪਾਂ ਤੁਰਦੇ ਫਿਰਦੇ ਲੋਕ ਜੀਵ ਹਾਂ, ਪੇੜ ਤਾਂ ਹੈ ਨਹੀਂ। ਇਹ ਆਪਣੇ ਵਾਸਤੇ ਬਹੁਤ ਜ਼ਰੂਰੀ ਚੀਜ਼ ਹੈ, ਤੇ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਚੀਜ਼ 'ਚ ਆਪਣੀ ਕਲਾ ਮਿਲੇਗੀ। ਸਮਾਜ ਵਾਸਤੇ ਇੱਕ ਅੱਛਾ ਸਮਾਜ ਕੀ ਹੈ? ਉਹ ਇਹ ਹੈ ਕਿ ਜਿਹੜੇ ਇੱਕ ਵਿਅਕਤੀ ਨੂੰ ਉਹਦੀ ਕਲਾ ਨਿਖਾਰਨ ਦਾ ਮੌਕਾ ਦੇ ਸਕੇ, ਉਹਨੂੰ ਓਪਰਚੁਨਿਟੀ ਦੇ ਸਕੇ, ਇਹੋ ਜਿਹੀ ਥਾਵਾਂ ਹੋਣ ਉਹਦੇ ਆਸ-ਪਾਸ ਸਮਾਜ ਦੇ ਅੰਦਰ। ਕਿਤੇ ਮਤਲਬ ਮੈਂ ਕੀ ਚਾਹੂੰਗਾ ਪੰਜਾਬ ਵਾਸਤੇ? ਮੈਂ ਇਹ ਚਾਹੂੰਗਾ ਕਿ ਪੰਜਾਬ ਦੇ ਹਰ ਪਿੰਡ 'ਚ ਜਿਹੜੀ ਪੰਜਾਬ ਦੀ ਜਵਾਨੀ ਹੈ, ਉਹ ਹਰ ਇੱਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਹੁਨਰ ਤੇ ਕੋਈ ਨਾ ਕੋਈ ਕਲਾ ਹੈ। ਕੋਈ ਲਿਖ ਸਕਦਾ ਹੋਏਗਾ, ਕੋਈ ਗਾ ਸਕਦਾ ਹੈ, ਕੋਈ ਖੇਡ ਸਕਦਾ ਹੈ, ਕੋਈ ਬਿਜ਼ਨਸ ਵਪਾਰ ਕਰ ਸਕਦਾ ਹੈ। ਵਪਾਰ ਕਰਨ ਵਾਲੇ ਨੂੰ ਕੀ ਸਸਤਾ ਲੋਨ ਮਿਲ ਸਕਦਾ, ਸਕਿਲਿੰਗ ਮਿਲ ਸਕਦੀ ਹੈ। ਖੇਡ ਕਰਨ ਵਾਲੇ ਨੂੰ ਸਟੇਡੀਅਮ ਮਿਲ ਰਿਹਾ ਹੈ ਕਿ ਨਹੀਂ ਮਿਲ ਰਿਹਾ। ਜਿਹੜੇ ਆਦਮੀ ਜਿਹੜੀ ਸਕਿੱਲ ਹੈ, ਉਹਨੂੰ ਨਾਲ ਦੀ ਓਪਰਚੁਨਿਟੀ ਆਪਾਂ ਦੇ ਸਕਦੇ ਕਿ ਨਹੀਂ ਦੇ ਸਕਦੇ। ਮੇਰੇ ਵਾਸਤੇ ਇੱਕ ਅੱਛਾ ਸਮਾਜ ਉਹ ਹੈ, ਤੇ ਮੈਨੂੰ ਲੱਗਦਾ ਸਾਰੇ ਸਮਾਜ ਦਾ ਸੰਘਰਸ਼ ਵੀ ਹੈ ਕਿ ਇੱਕ ਇਨਸਾਨ ਨੂੰ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ
ਸੰਤੁਸ਼ਟੀ ਨਾਲ ਬਤੀਤ ਕਰਨ ਵਾਸਤੇ ਤੁਸੀਂ ਮੌਕੇ ਬਣਾ ਪਾ ਰਹੇ ਹੋ ਕਿ ਨਹੀਂ ਬਣਾ ਪਾ ਰਹੇ? ਜੀ, ਤੁਸੀਂ ਸਿਲੈਕਸ਼ਨ ਟਰਾਇਲਸ ਦੇ ਵਿੱਚ ਜਾਂਦੇ ਹੋਵੋਗੇ ਤੇ ਉੱਥੇ ਸ਼ਾਇਦ ਤੁਹਾਨੂੰ ਕੁਛ ਸਮਝ ਪਾਏ ਹੋਵੋ ਉਦੋਂ ਕਿ ਕੀ ਪੰਜਾਬ ਦਾ ਨਜ਼ਰੀਆ ਹੈਗਾ ਸਪੋਰਟਸ ਨੂੰ ਲੈ ਕੇ, ਕੋਈ ਵਿਜ਼ਨ ਹੈ ਜਾਂ ਪੰਜਾਬ ਦੀ ਕੀ ਸਥਿਤੀ ਹੈ ਐਜ਼ ਕੰਪੇਅਰ ਟੂ ਅਦਰ ਸਟੇਟਸ ਜਿਹੜੇ ਸਾਡੇ ਗੁਆਂਢੀ ਮੁਲਕ ਨੇ, ਉਹਨਾਂ ਨਾਲ ਸਾਡਾ ਕਿਸ ਤਰ੍ਹਾਂ ਦਾ ਰੇਸ਼ੋ ਬਣਦਾ ਹੈ ਸਪੋਰਟਸ ਦੇ ਵਿੱਚ ਪਾਰਟਿਸਿਪੇਸ਼ਨ ਨੂੰ ਲੈ ਕੇ? ਅਸਲ ਵਿੱਚ ਪੰਜਾਬ ਨਾ ਪਿਛਲੇ ਕੁਝ ਸਮੇਂ ਤੋਂ ਹਰ ਚੀਜ਼ 'ਚ ਪਿੱਛੇ ਜਾ ਰਿਹਾ ਹੈ ਤੇ ਸਪੋਰਟਸ ਵੀ ਉਹਦਾ ਇੱਕ ਹਿੱਸਾ ਹੈ। ਆਪਾਂ ਉਸ ਸਰਕਾਰ ਨੂੰ ਬਲੇਮ ਕਰ ਸਕਦੇ ਹਾਂ, ਸਮਾਜ ਜਿਸ ਤਰ੍ਹਾਂ ਚੱਲਦਾ ਰਿਹਾ ਹੈ, ਬਹੁਤ ਚੀਜ਼ਾਂ ਨੇ ਅਤੇ ਹਰ ਚੀਜ਼ਾਂ ਦਾ ਇੱਕ ਦੂਸਰੇ ਨਾਲ ਕਨੈਕਸ਼ਨ ਹੈ। ਸਮਾਜ ਦੀ ਕੋਈ ਚੀਜ਼ ਹੁੰਦੀ ਹੈ ਸ਼ਾਇਦ ਜਿਹੜੀ ਇੱਕ ਦੂਸਰੇ ਨਾਲ ਜੁੜੀ ਨਾ ਹੋਵੇ। ਪੰਜਾਬ ਸਪੋਰਟਸ ਵਿੱਚ ਬਹੁਤ ਅੱਗੇ ਹੁੰਦਾ ਸੀ। ਸਪੋਰਟਸ ਵਿੱਚ ਤਾਂ ਪੰਜਾਬ ਇੱਕ ਇਹੋ ਜਿਹਾ ਸੂਬਾ ਰਿਹਾ ਜਿਹਦੇ ਐਗਜ਼ਾਮਪਲ ਦੇ ਕੇ ਬਹੁਤ ਸੂਬਿਆਂ ਨੇ ਤਰੱਕੀ ਕੀਤੀ ਹੈ, ਪਰ ਪੰਜਾਬ ਪਿਛਲੇ ਕਈ 1-2 ਦਸ਼ਕਾਂ ਤੋਂ ਆਪਾਂ ਕਹਿ ਸਕਦੇ ਹਾਂ ਕਿ ਪਿੱਛੇ ਆ ਰਿਹਾ। ਉਹਦੇ ਅੰਦਰ ਫੈਸਿਲਿਟੀਆਂ ਦੀ ਕਮੀ ਹੈ, ਟ੍ਰੇਨਿੰਗ ਦੀ ਕਮੀ ਹੈ, ਡਾਈਟ ਦੀ ਕਮੀ ਹੈ, ਕੋਚਿੰਗ ਦੀ ਕਮੀ ਹੈ, ਪੈਸੇ ਨਹੀਂ ਹੈ ਸਰਕਾਰ ਕੋਲੇ, ਪ੍ਰਾਈਜ਼ ਮਨੀ ਦੇਣ ਨੂੰ ਪੈਸੇ ਨਹੀਂ ਹੈ, ਸਪੋਰਟ ਕਰਨ ਨੂੰ ਪੈਸੇ ਨਹੀਂ ਹੈ, ਸਪੋਰਟਸਮੈਨ ਨੂੰ ਬਾਹਰ ਭੇਜਣ ਨੂੰ ਪੈਸੇ ਨਹੀਂ ਹੈ। ਇਹ ਸਾਰੇ ਮਸਲੇ ਆ ਰਹੇ ਨੇ ਤੇ ਜਵਾਨੀ ਨੂੰ ਮੈਨੂੰ ਲੱਗਦਾ ਹੈ ਕਿ ਇੰਨਾ ਰੋਜ਼ਗਾਰ ਨਹੀਂ ਹੈ, ਇੰਨੀ ਆਰਥਿਕ ਵਿਵਸਥਾ ਨਹੀਂ ਹੈ ਪਰਿਵਾਰਾਂ ਦੀ ਠੀਕ ਕਿ ਉਹ ਆਪਣੇ ਯੂਥ ਨੂੰ ਇਹ ਕਹਿ ਸਕਣ, ਜਵਾਨੀ ਨੂੰ ਕਹਿ ਸਕਣ ਵੀ ਤੁਸੀਂ ਹੁਣ ਸਪੋਰਟਸ ਦੀ ਟ੍ਰੇਨਿੰਗ ਕਰੋ। ਸਾਰੇ ਆਈਲੈਟਸ ਕਰਨ ਲੱਗੇ ਹੋਏ ਨੇ ਤੇ ਬਾਹਰ ਜਾਣ ਲੱਗੇ ਨੇ ਤੇ ਪੰਜਾਬ ਕਾਫੀ ਮੁਸ਼ਕਿਲਾਂ 'ਚ ਜੂਝ ਰਿਹਾ ਤੇ ਸਪੋਰਟਸ ਵਿੱਚ ਪਿੱਛੇ ਜਾਣਾ ਵੀ ਉਹਦਾ ਇੱਕ ਸਿੰਪਟਮ ਹੈ, ਦਿਖਾ ਰਿਹਾ ਹੈ ਕਿ ਪੰਜਾਬ ਪਿੱਛੇ ਜਾ ਰਿਹਾ। ਹਾਂਜੀ, ਕਿਉਂਕਿ ਪੰਜਾਬ ਕੋਲ ਖੇਡ ਦਾ ਇੱਕ ਦਰਸ਼ਨ ਵੀ ਹੈ। ਸਾਡੇ ਕੋਲ ਆਸਾ ਦੀ ਵਾਰ 'ਚ ਦਰਜ ਹੈ, ਜੋ ਤੋਂ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੁਰੀਆਊ, ਜਾਂ ਹਸੰਦਿਆਂ ਖਿਲੰਦਿਆਂ ਪਨੰਦਿਆਂ ਖਵੰਜਦਿਆਂ ਵਿੱਚ ਹੋਵੇ ਮੁਕਤ। ਤੇ ਪੰਜਾਬ ਕੋਲ ਤੁਸੀਂ ਜਿਵੇਂ ਕਿਹਾ ਖੇਡ ਦਾ ਇਤਿਹਾਸ ਹੈ। ਸਾਡੇ ਕੋਲ ਸੰਸਾਰਪੁਰ ਜਿਹੜਾ ਪਿੰਡ ਹੈਗਾ ਉਹਦੀ ਉਦਾਹਰਣ ਹੈ ਜਲੰਧਰ ਜ਼ਿਲ੍ਹੇ ਦਾ, ਜਿਹਦੇ ਵਿੱਚ ਇੱਕੋ ਪਿੰਡ ਦੇ ਵਿੱਚੋਂ 14 ਓਲੰਪਿਕ ਖਿਡਾਰੀ ਨੇ। ਜਾਂ ਉਸ ਤੋਂ ਬਾਅਦ ਹੁਸ਼ਿਆਰਪੁਰ ਦਾ ਮਾਲਪੁਰ ਪਿੰਡ ਹੈ ਜਿਹੜਾ ਫੁੱਟਬਾਲ ਦੇ ਲਈ ਜਾਣਿਆ ਜਾਂਦਾ। ਕਿਲ੍ਹਾ ਰਾਏਪੁਰ ਹੈ ਜਦੋਂ ਅਸੀਂ ਰੂਰਲ ਓਲੰਪਿਕਸ ਦੀ ਗੱਲ ਕਰਦੇ ਹਾਂ। ਪਰ ਪੰਜਾਬ ਕੀ ਜਿਹੜੀ ਹੈਗੀ ਸਰਕਾਰਾਂ ਦੇ ਸੁਹਿਰਦ ਨਾ ਹੋਣ ਕਰਕੇ ਕਿਤੇ ਨਾ ਕਿਤੇ ਸਪੋਰਟਸ ਦੀ ਰੁਚੀ ਦੇ ਵਿੱਚ ਪਿੱਛੇ ਆ, ਜਾਂ ਇਹਦੇ ਕੋਈ ਹੋਰ ਵੀ ਕਾਰਨ ਦੇਖਦੇ ਹੋ ਤੁਸੀਂ? ਮੈਂ ਤੁਹਾਨੂੰ ਜਿਵੇਂ ਕਿਹਾ ਨਾ ਕਿ ਸਮਾਜ ਦੇ ਅੰਦਰ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਉਹ ਸਭ ਇੱਕ ਦੂਸਰੇ ਨਾਲ ਜੁੜੀਆਂ ਰਹਿੰਦੀਆਂ। ਸਰਕਾਰ ਇੱਕ ਵੱਡਾ ਰੋਲ ਪਲੇ ਕਰਦੀ, ਪਰ ਦੇਖੋ ਬੰਦਾ ਸਪੋਰਟਸ ਵਿੱਚ ਕਦੋਂ ਜਾਏਗਾ, ਮਾਂ-ਪਿਓ ਨੂੰ ਸਪੋਰਟਸ ਵਿੱਚ ਕਦੋਂ ਭੇਜਣਗੇ? ਇਹ ਪਹਿਲੀ ਗੱਲ ਤਾਂ ਆਸ-ਪਾਸ ਤੁਹਾਡੇ ਟ੍ਰੇਨਿੰਗ ਦੀ ਫੈਸਿਲਿਟੀ ਹੈ ਕਿ ਨਹੀਂ, ਇੱਕ ਬਹੁਤ ਵੱਡੀ ਚੀਜ਼ ਸਾਹਮਣੇ ਹੈ। ਦੂਸਰੀ ਕਿ ਜੇ ਤੁਹਾਡੀ ਟ੍ਰੇਨਿੰਗ ਦੀ ਫੈਸਿਲਿਟੀ ਹੈ, ਤੁਸੀਂ ਆਪਣੇ ਆਸ-ਪਾਸ ਦੇਖਦੇ ਹੋ ਕਿ ਜਿਹੜੇ ਬਾਕੀ ਲੋਕ ਸਪੋਰਟਸ ਕਰਨ ਗਏ ਸੀ ਉਹਨਾਂ ਦਾ ਜ਼ਿੰਦਗੀ ਕਿਹੋ ਜਿਹੀ ਚੱਲ ਰਹੀ ਹੈ, ਉਹਨਾਂ ਨੂੰ ਅੱਗੇ ਕੋਈ ਨੌਕਰੀ ਮਿਲੀ, ਉਹਨਾਂ ਨੂੰ ਕੋਈ ਪ੍ਰਾਈਜ਼ ਮਨੀ ਮਿਲੀ, ਉਹਨਾਂ ਦਾ ਕਿਤੇ ਹੱਥ ਪਿਆ। ਤੀਸਰੀ ਚੀਜ਼ ਆਪਾਂ ਇਹ ਸਮਝਦੇ ਹਾਂ ਕਿ ਇੱਕ ਇਨਸਾਨ ਦੇ ਪਰਿਵਾਰ ਦੀ ਆਰਥਿਕ ਵਿਵਸਥਾ ਕਿਹੋ ਜਿਹੀ ਹੈ, ਕਿ ਉਹਨੂੰ ਲੱਗਦਾ ਹੈ ਕਿ ਜਿਵੇਂ ਆਪਣੀ ਜ਼ਿੰਦਗੀ ਦੇ ਕੁਝ ਸਾਲ ਇਸ ਕਲਾ ਨੂੰ ਨਿਖਾਰਨ 'ਚ ਲਗਾਵਾਂ, ਮੇਰਾ ਪਰਿਵਾਰ ਠੀਕ ਰਹਿ ਪਾਊਗਾ, ਜਾਂ ਮੈਨੂੰ ਇਸ ਟਾਈਮ ਤੇ ਹੋਰ ਮੁਸ਼ਕਲਾਂ ਨਾਲ ਜੂਝਣਾ ਬਹੁਤ ਜ਼ਰੂਰੀ ਹੈ। ਇਹ ਸਾਰੇ ਵੱਡੇ ਸਵਾਲ ਨੇ ਇੱਕ ਬੱਚੇ ਦੇ ਦਿਮਾਗ ਜਾਂ ਮਾਂ-ਬਾਪ ਦੇ ਦਿਮਾਗ 'ਚ ਆਉਂਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਇਹੀ ਸਵਾਲਾਂ ਦੇ ਜਵਾਬ ਲੱਭਦੇ ਕਿਤੇ ਨਾ ਕਿਤੇ ਵੇਲਾ ਨਿਕਲ ਜਾਂਦਾ। ਜਦੋਂ ਕੋਈ ਵੀ ਸੂਬਾ ਆਰਥਿਕ ਤੌਰ ਤੇ ਜ਼ਿਆਦਾ ਤਾਕਤਵਰ ਹੋਵੇ, ਟ੍ਰੇਨਿੰਗ ਦਾ ਇਨਫਰਾਸਟ੍ਰਕਚਰ ਹੋਵੇ, ਤੁਸੀਂ ਉਸ ਸੂਬੇ ਵਿੱਚ ਪ੍ਰਾਈਜ਼ ਮਨੀ ਦੇਖ ਪਾਓ, ਤੁਸੀਂ ਉਹ ਫੈਸਿਲਿਟੀਆਂ ਦੇਖ ਪਾਓ, ਮੈਨੂੰ ਲੱਗਦਾ ਕਿ ਲੋਕ ਆਪੇ ਹੀ ਰੁਝਾਨ ਵਧਾ ਦਿੰਦੇ ਨੇ ਸਪੋਰਟਸ ਵੱਲ ਨੂੰ। ਪੰਜਾਬ ਵਿੱਚ ਵੀ ਬਹੁਤ ਲੋਕ ਸਪੋਰਟਸ ਕਰਦੇ ਨੇ, ਬਹੁਤ ਲੋਕ ਸਪੋਰਟਸ ਕਰਨਾ ਚਾਹੁੰਦੇ ਨੇ। ਤੁਸੀਂ ਪਿੰਡਾਂ ਵਿੱਚ ਜਾਓਗੇ ਤੁਹਾਨੂੰ ਯੂਥ ਮਿਲੇਗਾ, ਕੋਈ ਜਿਮ ਦੀ ਮੰਗ ਕਰਦਾ ਹੈ, ਕੋਈ ਸਪੋਰਟਸ ਅਕੈਡਮੀ ਦੀ ਮੰਗ ਕਰਦਾ ਹੈ, ਕੋਈ ਭੱਜਣ ਦੇ ਗਰਾਊਂਡ ਦੀ ਮੰਗ ਕਰਦਾ ਹੈ। ਹਰ ਪਿੰਡ ਵਿੱਚ ਇਹ ਹਾਲਤ ਹੈ। ਅੱਛਾ, ਕਿੰਨੇ ਪਿੰਡਾਂ 'ਚ ਆਪਾਂ ਦੇ ਪਾਉਂਦੇ ਹਾਂ, ਫਿਰ ਉਹ ਪਿੰਡਾਂ 'ਚ ਉੱਥੇ ਕਰ ਲੈਂਦੇ ਨੇ, ਫਿਰ ਅੱਗੇ ਹੋਰ ਫੈਸਿਲਿਟੀ ਦੀ ਮੰਗ ਕਰਦੇ ਨੇ ਵੀ ਸਾਨੂੰ ਕਿਤੇ ਬੁਲਾਓ, ਸਾਡੀ ਕਿਤੇ ਗੇਮਾਂ ਕਰਾਓ, ਸਾਡੇ ਕਿਤੇ ਟਰਾਇਲ ਕਰਾਓ। ਉਹ ਯੂਥ ਦੀ ਵੱਲੋਂ ਤਾਂ ਡਿਮਾਂਡ ਹੈ, ਯੂਥ ਬੈਠਾ ਵੀ ਹੈ, ਯੂਥ ਕਰਨਾ ਵੀ ਚਾਹੁੰਦਾ, ਸ਼ਾਇਦ ਸਰਕਾਰ ਕੋਲੇ ਉਹਨੇ ਪੈਸੇ ਨਹੀਂ ਹੈ। ਜੇ ਸਰਕਾਰ ਕੋਲੇ ਪੈਸੇ ਹਨ ਤਾਂ ਸਰਕਾਰ ਉਹਨਾਂ ਇਨਫਰਾਸਟ੍ਰਕਚਰ ਬਣਾ ਨਹੀਂ ਪਾ ਰਹੀ ਹੈ, ਉਹ ਸਿਸਟਮ ਨੂੰ ਚਲਾ ਨਹੀਂ ਪਾ ਰਹੀ ਹੈ, ਤਾਂ ਹਰ ਜਗ੍ਹਾ ਤੇ ਕਮੀਆਂ ਰਹੀਆਂ ਨੇ। ਪਰ ਉਹ ਬੇਸ ਤਾਂ ਇਕੋਨੋਮੀ ਹੈ ਨਾ, ਤੇ ਜਿੰਨਾ ਚਿਰ ਜਿਹੜਾ ਹੈਗਾ ਜ਼ਿੰਦਗੀ ਦੀ ਇਕਨੋਮਿਕਸ ਨਹੀਂ ਬਦਲ ਸਕਦੀਆਂ ਖੇਡਾਂ, ਤੇ ਉਹਨਾਂ ਚਿਰ ਔਖਾ ਹੈ ਇਹਦੇ ਵਿੱਚ ਰੁਚੀ ਲੈਂਦੇ ਰਹਿਣਾ, ਜਾਂ ਇਹਨੂੰ ਐਪਰੀਸ਼ੀਏਸ਼ਨ ਮਿਲਦੇ ਰਹਿਣਾ, ਜਾਂ ਜਿਵੇਂ ਤੁਸੀਂ ਕਿਹਾ ਕਿ ਸਕਸੈਸ ਦੀ ਕੋਈ ਮਿਸਾਲ ਜੇ ਸਾਡੇ ਆਸ-ਪਾਸ ਹੋਵੇ ਤੇ ਫਿਰ ਕਿਤੇ ਨਾ ਕਿਤੇ ਰਾਹ ਬਣਦੇ ਰਹਿੰਦੇ ਨੇ। ਮੈਨੂੰ ਲੱਗਦਾ ਆਰਟ ਐਂਡ ਲਿਟਰੇਚਰ ਦੇ ਵਿੱਚ ਵੀ ਖੇਡਾਂ ਦੀ ਕੋਈ ਸੀਰੀਅਸ ਡਾਕੂਮੈਂਟੇਸ਼ਨ ਨਹੀਂ ਹੋਈ। ਰੀਜਨਲ ਸਿਨੇਮਾ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਹੋਈ। 1-2 ਕਿਤਾਬਾਂ ਹੈਗੀਆਂ ਪ੍ਰਿੰਸੀਪਲ ਸਰਵਨ ਸਿੰਘ ਹੋਰਾਂ ਦੀਆਂ,
ਤੇ ਈਵਨ ਨੈਸ਼ਨਲ ਸਿਨੇਮਾ ਦੇ ਵਿੱਚ ਵੀ ਸਾਡੇ ਕੋਲ ਬਾਗ ਮਿਲਖਾ ਬਾਗ ਹੈ, ਜਾਂ ਸਾਡੇ ਗੁਆਂਢੀ ਸੂਬਿਆਂ ਦੀਆਂ ਜ਼ਰੂਰ ਕੁਝ ਸਟੋਰੀਜ਼ ਆ ਰਹੀਆਂ ਨੇ, ਦੰਗਲ ਵਰਗੀਆਂ ਸਟੋਰੀ ਲਾਈਨਸ ਆ ਰਹੀਆਂ ਨੇ, ਪਰ ਪੰਜਾਬ ਮੈਨੂੰ ਲੱਗਦਾ ਹੈ ਕਿ ਐਪਰੀਸ਼ੀਏਸ਼ਨ ਲੈਵਲ ਤੇ, ਡਾਕੂਮੈਂਟੇਸ਼ਨ ਲੈਵਲ ਤੇ ਸੈਲੀਬ੍ਰੇਸ਼ਨ ਵੀ ਖੇਡਾਂ ਦੀ ਹੁਣ ਨਹੀਂ ਕਰ ਰਿਹਾ। ਬਿਲਕੁਲ। ਮੈਨੂੰ ਯਾਦ ਹੈ ਕਿ ਮੈਂ ਆਪਣੇ ਕੋਚ ਨਾਲ ਟ੍ਰੇਨਿੰਗ ਕਰਦਾ ਸੀ ਇਟਲੀ, ਤੇ ਉਸਨੇ ਮੈਨੂੰ ਇਹ ਗੱਲ ਕਹੀ, ਮੈਂ ਇੱਕ ਵਰਲਡ ਕੱਪ ਅੰਦਰ 123 ਮਾਰੇ ਸੀ 125 ਚੋਂ, ਤੇ ਉਸ ਟਾਈਮ ਦਾ ਵਰਲਡ ਰਿਕਾਰਡ ਸੀਗਾ ਤੇ ਉਹ ਇਕੁਅਲ ਕੀਤਾ। ਤੇ ਉਹ ਮੈਨੂੰ ਬੋਲਣ ਲੱਗਿਆ ਕਿ ਇਹ ਮਿਰਕਲ ਹੈ, ਕਿਉਂਕਿ ਤੇਰੇ ਸਮਾਜ ਦੇ ਅੰਦਰ ਤੇਰੇ ਆਸ-ਪਾਸ ਦੇ ਕਿਸੇ ਬੰਦੇ ਨੇ ਕੀਤਾ ਨਹੀਂ, ਇਸ ਲਈ ਇਹ ਮਿਰਕਲ ਹੈ। ਇਹ ਸਾਡੇ ਵਾਸਤੇ ਇਟਲੀ 'ਚ ਮਿਰਕਲ ਨਹੀਂ ਹੋਏਗਾ, ਕਿਉਂਕਿ ਜਦ ਅਸੀਂ ਪਹਿਲੇ ਦਿਨ ਸ਼ੂਟਿੰਗ ਰੇਂਜ ਤੇ ਜਾਂਦੇ ਹਾਂ, ਇੱਕ ਬੱਚੇ ਨੂੰ 8 ਸਾਲ ਦੇ ਬੱਚੇ ਨੂੰ ਰੇਂਜ ਤੇ ਲੈ ਕੇ ਜਾਂਦੇ ਹਾਂ, ਉੱਥੇ ਨੂੰ ਇੱਕ ਓਲੰਪਿਕ ਮੈਡਲਿਸਟ ਮਿਲ ਜਾਂਦਾ ਹੈ, 2 ਵਰਲਡ ਕੱਪ ਮੈਡਲਿਸਟ ਮਿਲ ਜਾਂਦੇ ਨੇ, ਉਹਨਾਂ ਨਾਲ ਗੱਲਬਾਤ ਕਰਦਾ, ਉਹ ਉੱਥੇ ਟ੍ਰੇਨਿੰਗ ਕਰਦਾ, ਉਹਨੂੰ ਉਸ ਤਰ੍ਹਾਂ ਦਾ ਮਾਹੌਲ ਮਿਲਦਾ ਹੈ। 4500 ਸ਼ੂਟਿੰਗ ਰੇਂਜਾਂ ਨੇ ਇਟਲੀ ਦੇ ਅੰਦਰ, ਬੰਦੂਕਾਂ ਦੀ ਫੈਸਿਲਿਟੀ ਹੈ, ਹਰ ਤਰ੍ਹਾਂ ਦੀ ਫੈਸਿਲਿਟੀ ਹੈ, ਉਹ ਉਹਨਾਂ ਚੀਜ਼ਾਂ ਨੂੰ ਕਿਤੇ ਵੀ ਗੱਡੀ ਚਲਾ ਕੇ ਜਾ ਕੇ ਕੋਈ ਚੀਜ਼ ਠੀਕ ਕਰਾ ਸਕਦਾ ਹੈ। ਅੱਛਾ, ਇਸ ਤਰ੍ਹਾਂ ਦੀ ਫੈਸਿਲਿਟੀਆਂ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ, ਹਰ ਸਪੋਰਟ, ਚਾਈਨਾ ਵਿੱਚ ਹਰ ਸਪੋਰਟ ਨੂੰ ਲੈ ਕੇ ਹੈ। ਜੋ ਤੁਹਾਡੇ ਕੋਲ ਉਹ ਸਭ ਚੀਜ਼ਾਂ ਨਹੀਂ ਹੈ, ਉਹ এনवायरमेंट ਨਹੀਂ ਹੈ, ਤੇ ਔਖਾ ਰਹਿੰਦਾ ਹੈ। ਤੁਸੀਂ ਕਹਿ ਰਹੇ ਹੋ ਕਿ ਫਿਲਮਾਂ 'ਚ ਨਹੀਂ ਆ ਰਹੇ, ਕਿਤਾਬਾਂ 'ਚ ਨਹੀਂ ਮਿਲ ਰਿਹਾ, ਤੇ ਪ੍ਰੇਰਨਾ ਕਿੱਥੋਂ ਆਏਗੀ? ਇੱਕ ਨਾ ਇੱਕ ਜਨੂਨ ਚਾਹੀਦਾ ਮਿਹਨਤ ਕਰਨ ਨੂੰ, ਇਨਸਾਨ ਨੂੰ ਆਪਣੀ ਕਾਬਲੀਅਤ ਨੂੰ ਹਰ ਰੋਜ਼ ਵਧਾਉਣਾ, ਆਪਣੇ ਅੰਦਰ ਕਿਸੇ ਹੁਨਰ ਨੂੰ ਲੱਭ ਕੇ ਉਹਦੇ ਅੰਦਰ ਖੋ ਜਾਣਾ ਤੇ ਸੋਚਣਾ ਕਿ ਮੈਂ ਇਸ ਨੂੰ ਇੱਕ ਇੱਕ ਕਦਮ ਹਰ ਰੋਜ਼ ਵਧਾਵਾਂਗਾ ਤੇ ਦੁਨੀਆ ਮੇਰੀ ਤਰੱਕੀ ਦੇਖ ਨਹੀਂ ਪਾਊ ਸਾਲਾਂ ਤੱਕ। ਫਿਰ ਸਾਲਾਂ ਬਾਅਦ ਸ਼ਾਇਦ ਉਹ ਦੇਖ ਪਾਣ, ਮੈਂ ਕੁਝ ਇਹੋ ਜਿਹਾ ਜਿੱਤ ਪਾਵਾਂ, ਉਸ ਦੇ ਅੰਦਰ ਖੁਸ਼ੀ ਲੱਭਣੀ ਹਰ ਰੋਜ਼। ਜੇ ਤੁਹਾਨੂੰ ਆਸ-ਪਾਸ ਪ੍ਰੇਰਨਾ ਨਹੀਂ ਮਿਲ ਰਹੀ ਤੇ ਬੜਾ ਮੁਸ਼ਕਿਲ ਕੰਮ ਹੈ, ਤੇ ਕੋਈ ਵਿਰਲਾ ਇਨਸਾਨ ਇਸ ਜਨੂਨ ਵਿੱਚ ਪੈ ਸਕਦਾ। ਤੁਹਾਨੂੰ ਪੰਜਾਬ 'ਚ ਗਾਇਕੀ ਦੀ ਕਿੰਨੀ ਪ੍ਰੇਰਨਾ ਮਿਲ ਰਹੀ ਹੈ ਤੇ ਹਰ ਆਦਮੀ ਗਾਇਕ ਬਣਨਾ ਚਾਹੁੰਦਾ। ਤੁਹਾਨੂੰ ਲੱਗ ਰਿਹਾ ਹੈ ਕਿ ਸਿੰਗਰਾਂ ਦੀ ਕਿੰਨੀ ਚੜ੍ਹਾਈ ਹੈ ਤੇ ਤੁਸੀਂ ਕਹੋਗੇ ਕਿ ਆਪਾਂ ਵੀ ਇਹੋ ਜਿਹੇ ਬਣ ਜਾਈਏ, ਇਹੋ ਜਿਹੇ ਕੱਪੜੇ ਪਾ ਲਈਏ। ਜੇ ਸਪੋਰਟਸਮੈਨ ਦੀ ਥੋੜੀ ਜਿਹੀ ਇੱਜ਼ਤ ਹੋਏਗੀ ਤੇ ਆਦਮੀ ਆਪਣੇ ਅੰਦਰ ਉਹ ਕਲਾ ਲੱਭੇਗਾ ਤੇ ਉਸ ਤੇ ਵੀ ਕੰਮ ਕਰੇਗਾ। ਤੇ ਹਰ ਕਲਾ ਬਾਰੇ ਇਸੇ ਤਰ੍ਹਾਂ ਹੁੰਦਾ, ਮੈਨੂੰ ਲੱਗਦਾ ਹੈ ਕਿ ਸਪੋਰਟ ਸਿਸਟਮ ਬਹੁਤ ਜ਼ਰੂਰੀ ਹੈ ਕਿਸੇ ਬੱਚੇ ਵਾਸਤੇ। ਉਹ ਸਪੋਰਟ ਸਿਸਟਮ ਮਾਂ-ਬਾਪ ਚੋਂ ਨਹੀਂ ਮਿਲਦਾ, ਪਹਿਲਾਂ ਤਾਂ ਪਰਿਵਾਰ ਚੋਂ ਨਹੀਂ ਮਿਲਦਾ, ਆਸ-ਪਾਸ ਤੋਂ ਨਹੀਂ ਮਿਲਦਾ, ਉਹ ਸ਼ਾਇਦ ਉਸ ਤਰ੍ਹਾਂ ਦੀ ਬਾਂਹ ਹੀ ਨਹੀਂ ਫੜਦੇ। ਤੇ ਫਿਰ ਉਹ ਜਿਹੜਾ ਪਿੰਡ ਦਾ ਜਵਾਨੀ, ਮੈਂ ਤੁਹਾਨੂੰ ਕਹਿ ਰਿਹਾ ਨਾ ਕਿ ਹਰ ਪਿੰਡ ਤੁਸੀਂ ਜਾਓਗੇ ਤੋਂ ਮੰਗਦੇ ਆ ਸਪੋਰਟਸ ਸਟੇਡੀਅਮ, ਜਿਮ, ਉਹਨਾਂ ਨੂੰ ਫਿਰ ਥੋੜੀ ਦੇਰ ਬਾਅਦ ਉਹਨਾਂ ਦੇ ਘਰ ਦੇ ਹੀ ਕਹਿ ਦਿੰਦੇ ਕਿ ਰਹਿਣ ਦੇ। ਤੁਸੀਂ ਬਿਜਲੀ ਮਾਫੀਆ ਦੀ, ਰੇਤਾ ਮਾਫੀਆ ਦੀ, ਟਰਾਂਸਪੋਰਟ ਮਾਫੀਆ ਦੀ ਗੱਲ ਕਰਦੇ ਹੋ, ਤੇ ਖੇਡ ਜਗਤ ਦੇ ਨਾਲ ਵਾਬਸਤਾ ਹੋ, ਅਕੈਡਮੀਆਂ ਦੇ ਵਿੱਚ ਵੀ ਰਹੇ ਹੋ, ਕਿ ਇਹਨਾਂ ਸਪੀਅਰਸ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਮੋਨੋਪੋਲੀ ਸਥਾਪਿਤ ਕਰਨ ਵਾਲੀਆਂ ਲੌਬੀਜ਼, ਜਾਂ ਕਹਿ ਲਓ ਕਿ ਕੋਈ ਮਾਫੀਆ ਜਾਂ ਕੋਈ ਫੇਵਰੇਟਿਜ਼ਮ ਦਾ ਸਾਹਮਣਾ ਕਰਨਾ ਪੈਂਦਾ? ਬਿਲਕੁਲ, ਬਹੁਤ ਤਾਕਤਵਰ ਗਰੁੱਪਾਂ ਦਾ ਸਾਹਮਣਾ ਕਰਨਾ ਪੈਂਦਾ, ਹਰ ਸਪੋਰਟਸ ਦੇ ਅੰਦਰ ਹੈਗੇ ਨੇ, ਤੇ ਹਰ ਇਨਸਾਨ ਆਪਣਾ ਤਰੀਕਾ ਲੱਭਦਾ ਉਹਨਾਂ ਜੂਝਣ ਦਾ। ਮੈਂ ਇੱਕ ਤਰੀਕਾ ਮੰਨਦਾ ਕਿ ਆਪਣੀ ਕਲਾ ਤੇ ਭਰੋਸਾ ਰੱਖੋ, ਮਿਹਨਤ ਕਰਦੇ ਰਹੋ, ਉਹ ਤੁਹਾਨੂੰ ਆਪਣੇ ਅੰਦਰ ਪਾਈ ਲੈਣਗੇ, ਕਹਿਣਗੇ ਕਿ ਠੀਕ ਹੈ, ਹੁਨਰ ਵੀ ਚਾਹੀਦਾ, ਹਰ ਜਗ੍ਹਾ ਤੇ ਸਾਹਮਣਾ ਕਰਨਾ ਪੈਂਦਾ। ਹਲਕੇ 'ਚ ਜਾ ਕੇ ਲੋਕਾਂ ਨੂੰ ਮਿਲਣਾ, ਸੁਣਨਾ, ਸਮਝਣਾ, ਉਹਦੇ 'ਚ ਜਿਹੜੀ ਊਰਜਾ ਲੱਗਦੀ ਹੈ, ਉਹ ਕਿਸੇ ਰੇਂਜ ਦੇ ਵਿੱਚ ਜਾ ਕੇ ਪ੍ਰੈਕਟਿਸ ਕਰਨ ਨਾਲੋਂ ਕਿੰਨੀ ਕੁ ਵੱਖਰੀ ਸੀ? ਹਾਲਾਂਕਿ ਇਹ ਦੋਵੇਂ ਰਾਵਾਂ ਦੇ ਆਪੋ ਆਪਦੇ ਅਧਿਕਾਰ ਖੇਤਰ ਨੇ, ਆਪੋ ਆਪਣੀ ਤਿਆਰੀ ਹੈਗੀ ਹੈ, ਪਰ ਫਿਰ ਵੀ ਕੀ ਇੱਧਰਲੇ ਤਜਰਬੇ ਉੱਧਰ ਜਾਂ ਉੱਧਰਲੇ ਤਜਰਬੇ ਇੱਧਰ ਤੁਹਾਡੇ ਕੰਮ ਆਉਂਦੇ ਰਹੇ? ਬਿਲਕੁਲ, ਮੈਂ ਤੁਹਾਨੂੰ ਇੱਕ ਗੱਲ ਕਹੀ ਸਟਾਰਟਿੰਗ ਵਿੱਚ ਕਿ ਇਨਸਾਨ ਕੋਈ ਕਲਾ ਲੱਭਦਾ, ਉਹ ਤੇ ਪ੍ਰੈਕਟਿਸ ਕਰਦਾ, ਫਿਰ ਉਹਦੀ ਜਿਹੜੀ ਐਪਲੀਕੇਸ਼ਨ ਆਪਣੀ ਪੂਰੀ ਜ਼ਿੰਦਗੀ 'ਚ ਕਰ ਸਕਦਾ। ਮੈਂ ਕੁਝ ਦਿਨ ਪਹਿਲਾਂ ਇੱਕ ਜੁਜੁਤਸੂ ਮਾਰਸ਼ਲ ਆਰਟਸ ਹੈ, ਉਹਦੇ ਟ੍ਰੇਨਰ ਨਾਲ ਗੱਲ ਕਰ ਰਿਹਾ ਸੀਗਾ, ਤੇ ਉਹਨਾਂ ਨੇ ਮੈਨੂੰ ਬੜੀ ਇੰਟਰਸਟਿੰਗ ਗੱਲ ਕਹੀ, ਤੇ ਆਪਾਂ ਸਮਾਜ ਦੇ ਅੰਦਰ ਡੈਮੋਕ੍ਰੇਸੀ ਤੇ ਨਾਨ ਵਾਇਲੈਂਸ ਦੀ ਗੱਲ ਕਰ ਰਹੇ ਸੀ। ਤੇ ਜੁਜੁਤਸੂ ਇੱਕ ਮਾਰਸ਼ਲ ਆਰਟਸ ਦਾ ਫਾਰਮ ਹੈ, ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ, ਸ਼ਾਇਦ ਮੈਂ ਇਹ ਤੋਂ ਕੁਝ ਸਮਝਾ ਪਾਵਾਂ, ਕਿਉਂਕਿ ਮੇਰੇ ਵਾਸਤੇ ਖੁਦ ਬੜਾ ਇੰਟਰਸਟਿੰਗ ਕਨਸੈਪਟ ਰਿਹਾ। ਜਿਹਦੇ ਵਿੱਚ ਬੁੱਧਿਸਟ ਮੌਂਕ ਜਿਹੜੇ ਸੀ, ਉਹ ਜੁਜੁਤਸੂ ਦੀ ਟ੍ਰੇਨਿੰਗ ਕਰਦੇ ਸੀ ਆਪਦੇ ਆਪ ਨੂੰ ਬਚਾਉਣ ਵਾਸਤੇ, ਨਾ ਕਿ ਕਿਸੇ ਨੂੰ ਕੋਈ ਦੁੱਖ ਪਹੁੰਚਾਉਣ ਵਾਸਤੇ। ਤੇ ਮੈਂ ਉਹਨਾਂ ਨਾਲ ਗੱਲ ਕਰਨ ਲੱਗਿਆ, ਉਹ ਬਲੈਕ ਬੈਲਟ ਸੀ, ਇੰਡੀਆ ਦਾ ਪਹਿਲਾ ਬਲੈਕ ਬੈਲਟ ਜੁਜੁਤਸੂ ਦਾ, ਤੇ ਮੈਂ ਉਹਨਾਂ ਨਾਲ ਗੱਲ ਕਰਨ ਲੱਗਿਆ ਕਿ ਜਿਹੜੀ ਇਹਦੀ ਐਪਲੀਕੇਸ਼ਨ ਹੈ, ਆਪਾਂ ਜ਼ਿੰਦਗੀ 'ਚ ਕਿੱਥੇ ਕਿੱਥੇ ਕਰ ਸਕਦੇ ਹਾਂ ਤੇ ਕਿਵੇਂ ਕਰ ਸਕਦੇ ਹਾਂ, ਤੇ ਆਪਾਂ ਜਿਹੜੀ ਸਾਡੇ ਇਸ ਟਾਈਮ ਤੇ ਮੁਲਕ ਦੇ ਹਾਲਾਤ ਨੇ, ਜੋ ਉਹਨਾਂ ਬਾਰੇ ਸੋਚੀਏ, ਤੇ
ਜੁਜੁਤਸੂ ਉੱਥੇ ਕਿੰਨੀ ਕੰਮ ਆ ਸਕਦੀ ਹੈ। ਤੇ ਜਦੋਂ ਤੁਹਾਨੂੰ ਕੋਈ ਧੱਕਾ ਮਾਰਦਾ ਇਨਸਾਨ ਨੂੰ, ਤੇ ਇੱਕ ਉਹਦਾ ਜਵਾਬ ਹੁੰਦਾ ਕਿ ਆਪਾਂ ਉਸੇ ਟਾਈਮ ਤੇ ਉਸ ਬੰਦੇ ਨੂੰ ਧੱਕਾ ਮਾਰ ਦਈਏ ਵਾਪਸ। ਤਾਂ ਉਸਨੇ ਸਾਡੇ ਤੇ ਇੱਕ ਵਾਇਲੈਂਸ ਅਪਣਾਇਆ, ਅਸੀਂ ਉਹ ਤੇ ਵਾਪਸ ਅਪਣਾ ਰਹੇ ਹਾਂ। ਦੂਸਰਾ ਹੁੰਦਾ ਕੋਈ ਸਾਨੂੰ ਧੱਕਾ ਮਾਰਦਾ, ਅਸੀਂ ਉਹਦੇ ਧੱਕੇ ਨੂੰ ਮਨ ਚ ਰੱਖ ਲੈਂਦੇ ਹਾਂ, ਕਹਿੰਦੇ ਇਹਨੂੰ ਸਮਝਾਂਗੇ ਧੱਕੇ ਨੂੰ, ਹਫ਼ਤੇ 10 ਦਿਨ ਲਾਵਾਂਗੇ, ਤੇ ਮਹੀਨੇ ਬਾਅਦ ਉਹ ਕਿਤੇ ਤੁਰਿਆ ਜਾ ਰੂ ਨਾ, ਹੱਥ ਨਹੀਂ ਮਿਲਾਇਆ, ਦੇਖਾਂਗੇ ਇਹਨੇ ਸਾਨੂੰ ਧੱਕਾ ਮਾਰਿਆ ਸੀਗਾ। ਉਹ ਵੀ ਇੱਕ ਵਾਇਲੈਂਸ ਹੈ, ਉਹ ਵੀ ਇੱਕ ਦਰਦ ਨੂੰ ਆਪਣੇ ਮਨ ਦੇ ਅੰਦਰ ਰੱਖਣਾ ਹੈ, ਗੁੱਸੇ ਨੂੰ ਆਪਣੇ ਮਨ ਦੇ ਅੰਦਰ ਰੱਖਣਾ। ਉਸਨੂੰ ਉਸ ਨਾਲ ਨਿਪਟਣ ਦਾ ਕੋਈ ਹੋਰ ਤਰੀਕਾ ਹੈ ਕਿ ਨਹੀਂ। ਤੇ ਜੁਜੁਤਸੂ ਇੱਕ ਇਹੋ ਜਿਹਾ ਆਰਟ ਫਾਰਮ ਹੈ, ਸਿਖਾਉਂਦਾ ਹੈ ਕਿ ਜੋ ਤੁਹਾਨੂੰ ਕੋਈ ਧੱਕਾ ਮਾਰਦਾ, ਤੁਸੀਂ ਉਸਦੇ ਤਾਕਤ ਨੂੰ ਉਸਦੇ ਖਿਲਾਫ ਵਰਤ ਕੇ ਇੱਕ ਇਹੋ ਜਿਹੇ ਐਂਗਲ ਤੇ ਆਪਣੇ ਸਰੀਰ ਨੂੰ ਲੈ ਕੇ ਆਓ ਕਿ ਤੁਸੀਂ ਉਸ ਨਾਲ ਗੱਲ ਕਰ ਪਾਓ। ਤੇ ਹਰ ਵਾਰੀ ਕੋਈ ਤੁਹਾਨੂੰ ਧੱਕਾ ਮਾਰਦਾ ਜਾਂ ਮਾਰਨ ਦੀ ਕੋਸ਼ਿਸ਼ ਕਰਦਾ, ਤੁਸੀਂ ਗਿਰਤੇ ਹੋ, ਤੁਸੀਂ ਆਪਣੇ ਆਪ ਨੂੰ ਬਚਾਓ ਤੇ ਹਰ ਵਾਰੀ ਆਪਣੇ ਸਰੀਰ ਨੂੰ, ਉਸਦੀ ਤਾਕਤ ਨੂੰ ਉਸਦੇ ਖਿਲਾਫ ਵਰਤ ਕੇ ਇਹੋ ਜਿਹੇ ਐਂਗਲ ਤੇ ਲੈ ਕੇ ਆਓ ਕਿ ਉਸਨੂੰ ਫਿਰ ਕੁਝ ਕਹਿ ਪਾਓ ਕੀ ਹੋ ਗਿਆ, ਆਪਾਂ ਗੱਲ ਕਰ ਸਕਦੇ ਹਾਂ, ਫਿਰ ਮੋੜੋ ਤੇ ਫਿਰ ਵਾਪਸ ਲੈ ਕੇ ਆਓ। ਤੇ ਬੁੱਧਿਸਟ ਮੌਂਕ ਉਸਨੂੰ ਵਰਤਦੇ ਸੀਗੇ। ਤੇ ਮੈਨੂੰ ਲੱਗਦਾ ਹੈ ਕਿ ਅੱਜ ਦੇ ਆਪਣੇ ਦੇਸ਼ ਦੇ ਜੋ ਹਾਲਾਤ ਨੇ, ਉਹ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼, ਜਿਸ ਤਰੀਕੇ ਨਾਲ ਆਪਾਂ ਨੂੰ ਹਿੰਦੂਤਵਾ ਦੀ ਤਾਕਤ RSS ਧੱਕਾ ਮਾਰ ਰਹੀ ਹੈ, ਉਸ 'ਚ ਆਪਾਂ ਕਿਸ ਤਰ੍ਹਾਂ ਡੈਮੋਕ੍ਰੇਸੀ ਦੀ ਗੱਲ, ਇੱਕ ਦੂਸਰੇ ਨਾਲ ਕਿਵੇਂ ਜੀਆ ਜਾ ਸਕਦਾ ਹੈ, ਸਭ ਇਕੱਠੇ ਕਿਵੇਂ ਦੇਸ਼ ਨੂੰ ਅੱਗੇ ਲੈ ਕੇ ਜਾਇਆ ਜਾ ਸਕਦਾ ਹੈ, ਉਸ ਸੋਚ ਦੇ ਖਿਲਾਫ, ਜਾਂ ਉਹਨਾਂ ਦੀ ਸੋਚ ਹੀ ਉਹਨਾਂ ਦੇ ਖਿਲਾਫ ਵਰਤਣੀ ਹੈ, ਜਾਂ ਉਸ ਤੋਂ ਬਿਨਾਂ ਕੋਈ ਦੂਸਰੀ ਸੋਚ ਵੀ ਲੈ ਕੇ ਆ ਸਕਦੇ ਹਾਂ। ਇਹ ਆਪਾਂ ਉਸ ਜੁਜੁਤਸੂ ਮਾਰਸ਼ਲ ਆਰਟ ਤੋਂ ਸਿੱਖ ਸਕਦੇ ਹਾਂ। ਮੇਰੇ ਵਾਸਤੇ ਉਸੇ ਤਰੀਕੇ ਨਾਲ ਜੋ ਮੈਂ ਸ਼ੂਟਿੰਗ ਵਿੱਚ ਕਰ ਪਾਇਆ, ਉਸ ਤੋਂ ਮੈਂ ਬਹੁਤ ਕੁਝ ਆਪਣੀ ਰਾਜਨੀਤੀ ਵਿੱਚ ਲੈ ਕੇ ਆ ਪਾਇਆ। ਮੈਂ ਹਮੇਸ਼ਾ ਸ਼ੂਟਿੰਗ ਵਿੱਚ ਇੱਕ ਚੀਜ਼ ਸਮਝਦਾ ਸੀਗਾ ਕਿ ਕਦੇ ਵੀ ਅੱਗੋਂ ਕੁਝ ਵੀ ਆਵੇ, ਉਸ ਤੇ ਰਿਸਪੌਂਸ ਨਹੀਂ ਕਰਨਾ। ਉਹ ਉਹਦਾ ਫੀਲਡ ਹੈ, ਜਿਹੜਾ ਸਾਹਮਣੇ ਤੁਹਾਡੇ ਤੇ ਅਟੈਕ ਕਰ ਰਿਹਾ, ਉਹ ਉਸ ਫੀਲਡ ਨੂੰ ਸਮਝ ਚੁੱਕਿਆ, ਉਹ ਜਾਣਦਾ ਹੈ ਕਿ ਇਸਨੇ ਅੱਗੋਂ ਆਹ ਚੀਜ਼ਾਂ ਕਰਨੀਆਂ, ਆਪਾਂ ਉਸ ਨੂੰ ਛੱਡ ਦੇਣਾ, ਆਪਾਂ ਆਪਣੀ ਰਾਹ ਤੇ ਚੱਲਣਾ। ਦੂਸਰੀ ਗੱਲ ਮੈਂ ਸ਼ੂਟਿੰਗ ਤੋਂ ਸਿੱਖਿਆ ਕਿ ਜਿਹੜਾ ਰਿਜ਼ਲਟ ਹੈ ਨਾ, ਜਦੋਂ ਕਿ ਇਨਸਾਨ ਇਹ ਸੋਚ ਕੇ ਚੱਲਦਾ ਕਿ ਮੈਂ ਤਾਂ ਬਸ ਪਰਫੈਕਟ ਬਣਨਾ, ਮੈਂ ਗਲਤੀ ਕਰ ਨਹੀਂ ਸਕਦਾ, ਤੇ ਹਰ ਗਲਤੀ ਨੂੰ ਇੱਕ ਆਪਾਂ ਗੁਨਾਹ ਦੀ ਤਰ੍ਹਾਂ ਦੇਖਦੇ। ਜ਼ਿੰਦਗੀ ਦੀ ਹਰ ਗਲਤੀ ਗੁਨਾਹ ਬਣ ਜਾਂਦੀ ਹੈ ਜਦੋਂ ਇੱਕ ਇਨਸਾਨ ਕਹਿੰਦਾ ਮੈਂ ਤਾਂ ਹਾਰ ਹੀ ਨਹੀਂ ਸਕਦਾ, ਮੈਂ ਤਾਂ ਇਹ ਪਾਣਾ ਹੀ ਪਾਣਾ, ਮੈਨੂੰ ਇਸ ਟਾਈਮ ਤੇ ਚਾਹੀਦਾ ਹੀ ਚਾਹੀਦਾ। ਤੇ ਜ਼ਿੰਦਗੀ ਉਸ ਤਰ੍ਹਾਂ ਕੰਮ ਨਹੀਂ ਕਰਦੀ, ਤੇ ਹਰ ਗਲਤੀ ਗੁਨਾਹ ਬਣ ਜਾਂਦੀ ਹੈ ਤੇ ਆਪਾਂ ਆਪ ਨੂੰ ਸਜ਼ਾ ਦਿੰਦੇ ਰਹਿੰਦੇ। ਜਦ ਕਿ ਗਲਤੀਆਂ ਸਿੱਖਣ ਦਾ ਜ਼ਰੀਆ ਨੇ, ਗਲਤੀਆਂ ਆਪਾਂ ਨੂੰ ਬਹੁਤ ਕੁਝ ਸਿਖਾਉਂਦੀਆਂ ਨੇ, ਗਲਤੀਆਂ ਸਾਨੂੰ ਅੱਗੇ ਵਧਾ ਸਕਦੀਆਂ ਨੇ, ਗਲਤੀਆਂ ਸਾਨੂੰ ਆਪਣੇ ਆਪ ਨੂੰ ਬਿਹਤਰ ਕਰਨ ਦਾ ਰਾਹ ਦਿਖਾ ਸਕਦੀਆਂ ਨੇ। ਇਸ ਕਰਕੇ ਰਿਜ਼ਲਟ ਦੇ ਬਾਰੇ ਸੋਚਣ ਦੀ ਜਗ੍ਹਾ ਇਨਸਾਨ ਪ੍ਰੋਸੈਸ ਦੇ ਬਾਰੇ ਸੋਚੇ। ਮੇਰੇ ਵਾਸਤੇ ਇਹ ਬਹੁਤ ਵੱਡਾ ਸੁਭਾਗਿਆ ਸੀਗਾ ਕਿ ਮੈਂ ਪਿੰਡ-ਪਿੰਡ ਜਾ ਕੇ ਲੋਕਾਂ ਦੀ ਗੱਲ ਸੁਣ ਸਕਾਂ। ਜੇ ਤੁਸੀਂ ਮੇਰੀ ਕੰਪੇਨ ਦੇਖੀ ਹੋਏਗੀ ਤੇ ਤੁਸੀਂ ਦੇਖਿਆ ਹੋਏਗਾ ਕਿ ਮੈਂ ਜਿਸ ਪਿੰਡ ਵੀ ਗਿਆ, ਮੈਂ ਹਰ ਇਨਸਾਨ ਜਿਹੜਾ ਮੈਨੂੰ ਮਿਲਿਆ, ਔਰਤ ਮਿਲੀ, ਬਜ਼ੁਰਗ ਮਿਲਿਆ, ਬੱਚਾ ਮਿਲਿਆ, ਮੈਂ ਉਹਦੀ ਗੱਲ ਸੁਣਨ ਦੀ ਕੋਸ਼ਿਸ਼ ਕੀਤੀ, ਸਮਝਣ ਦੀ ਕੋਸ਼ਿਸ਼ ਕੀਤੀ ਕਿ ਉਹ ਮੈਨੂੰ ਕੀ ਸਿਖਾ ਰਹੇ ਨੇ। ਆਪਣੇ ਦਿਮਾਗ 'ਚ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਕਿਹੜੇ-ਕਿਹੜੇ ਸਮਾਜ ਦੇ ਮਸਲੇ ਕਿਸ ਏਰੀਏ 'ਚ ਘੁੰਮ ਰਹੇ ਨੇ, ਦਲਿਤਾਂ 'ਚ ਕਿਹੜੇ ਮਸਲੇ ਜ਼ਿਆਦਾ ਨੇ, ਔਰਤਾਂ 'ਚ ਕਿਹੜੇ ਮਸਲੇ ਜ਼ਿਆਦਾ ਨੇ। ਜੇ ਮੈਂ 500 ਔਰਤਾਂ ਨਾਲ ਗੱਲ ਕੀਤੀ, ਮੈਂ ਉਹਦਾ ਇੱਕ ਮੈਪ ਬਣਾਉਣ ਦੀ ਕੋਸ਼ਿਸ਼ ਕੀਤੀ ਆਪਣੇ ਦਿਮਾਗ ਦੇ ਅੰਦਰ। ਫਿਰ ਮੈਂ ਉਸਨੂੰ ਆਪਣੀ ਪੁਰਾਣੀ ਸਮਝ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤੇ ਸਮਝਿਆ ਕਿ ਜੇ ਮੇਰੇ ਇੰਨੇ ਪੈਸੇ ਹੁੰਦੇ ਨੇ ਤੇ ਉਹਨਾਂ ਕਿਹੜੀਆਂ ਚੀਜ਼ਾਂ ਕਿੰਨੇ ਟਾਈਮ ਕਰ ਲੈਣੀਆਂ ਚਾਹੀਦੀਆਂ ਨੇ। ਫਿਰ ਮੈਂ ਕਿਸੇ ਕਿਸਾਨਾਂ ਨਾਲ ਗੱਲ ਕਰਾਂਗਾ ਤੇ ਉਹਨਾਂ ਦੀ ਗੱਲ ਸੁਣਦਾ ਰਹਾਂਗਾ। ਉਸ ਤੋਂ ਮੈਨੂੰ ਸਿੱਖਣ ਦਾ ਮੌਕਾ ਮਿਲੇਗਾ। ਮੈਂ ਕੀ ਕਰਾ ਲਾਂਗਾ, ਮੈਂ ਉਸਨੂੰ ਆਪਣਾ ਭਾਸ਼ਣ ਦੇ ਕੇ ਉਸਨੂੰ ਧੱਕਾ ਮਾਰ ਕੇ ਕੀ ਕਰ ਲਾਂਗਾ ਵੀ ਆਹ ਕਰ ਲੈ। ਮੇਰੇ ਕੋਲ ਇਹੋ ਜਿਹਾ ਕੀ ਹੈ ਜਿਹੜਾ ਉਹ ਨਹੀਂ ਜਾਣਦੇ। ਮੈਂ ਕਿਉਂ ਸਮਝਾਂ ਕਿ ਮੈਨੂੰ ਕੁਝ ਜ਼ਿਆਦਾ ਸਮਝ ਹੈ। ਤੇ ਮੈਂ ਤਾਂ ਈਵਨ ਇਹ ਵੀ ਸੋਚਦਾ ਕਿ ਮੈਂ ਲੋਕਾਂ ਨੂੰ ਇਹ ਕਹਿੰਦਾ ਸੀਗਾ ਕਿ ਮੈਨੂੰ ਇਹ ਲੱਗਦਾ ਹੈ ਕਿ ਲੋਕੀ ਮਨ ਬਣਾ ਚੁੱਕੇ ਕਾਂਗਰਸ ਨੂੰ ਵੋਟ ਨਹੀਂ ਪਾਣੀ। ਮੈਂ ਕਿਹਾ ਤੁਸੀਂ ਕਿਸ ਮਰਜ਼ੀ ਨੂੰ ਪਾ ਲਿਓ, ਤੁਹਾਡੀ ਮਰਜ਼ੀ ਹੈ। ਇਹ ਮਸਲੇ ਨੇ ਪੰਜਾਬ ਦੇ, ਇਹ ਮਸਲਿਆਂ ਦੇ ਹੱਲ ਨੇ, ਇਹਨਾਂ ਤੇ ਧਿਆਨ ਦਿਓ। ਜਿਹਨੂੰ ਵੀ ਪਾਉਂਗੇ ਉਹਨਾਂ ਤੋਂ ਇਹ ਹੱਲ ਕਰਾ ਲਿਓ। ਮੇਰੇ ਵਾਸਤੇ ਉਹ ਮਸਲਿਆਂ ਦੀ ਲੜਾਈ ਬਹੁਤ ਵੱਡੀ ਲੜਾਈ ਹੈ। ਜੇ ਆਪਾਂ ਅਸਲ ਵਿੱਚ ਦੇਖੀਏ ਤੇ ਤਾਕਤ ਕੀ ਹੈ ਜਾਂ ਤਾਕਤ ਹੋਣਾ ਕੀ ਹੈ, ਜਾਂ ਤਾਂ ਇੱਕ ਜ਼ਰੀਆ ਹੈ ਉਹ ਕੋਈ ਮਸਲੇ ਹੱਲ ਕਰਨ ਦਾ, ਜਾਂ ਉਹ ਕਿਸੇ ਕੰਮ ਦੀ ਚੀਜ਼ ਨਹੀਂ ਹੈ। ਉਸ ਤੋਂ ਚੰਗਾ ਤਾਂ ਬੰਦਾ ਵਿਹਲਾ ਵਧੀਆ ਕੋਈ ਨਾ ਕੁਛ ਸਿੱਖ ਸਕਦਾ, ਪੜ੍ਹ ਸਕਦਾ, ਲਿਖ ਸਕਦਾ, ਲੋਕਾਂ ਨੂੰ ਵਿਚਰ ਸਕਦਾ, ਸਮਝ ਸਕਦਾ, ਜ਼ਿੰਦਗੀ ਅੱਗੇ ਨਿਕਲ ਸਕਦਾ। ਜਾਂ ਫਿਰ ਤੁਹਾਡੇ ਕੋਲ ਕੋਈ ਤਾਕਤ ਹੈ ਕਿ ਤੁਸੀਂ ਕਿਸੇ ਚੀਜ਼ ਮੁਸ਼ਕਿਲ ਦਾ ਹੱਲ ਕਰ ਸਕੋ। ਜੇ ਤੁਹਾਡੇ ਕੋਲ ਉਹ ਮੁਸ਼ਕਿਲ ਦਾ ਹੱਲ ਨਹੀਂ ਕਰਨਾ, ਫਿਰ ਉਹ ਮੇਰੇ ਵਾਸਤੇ ਤਾਂ ਇੱਕ ਵਿਅਰਥ ਚੀਜ਼ ਹੈ। ਤੇ ਮੈਂ ਲੋਕਾਂ ਨੂੰ ਇਹੀ ਕਹਿੰਦਾ ਰਹਿੰਦਾ ਸੀ ਕਿ ਦੇਖੋ ਆਹ ਮਸਲਾ ਹੈ, ਇਹ ਤੁਹਾਡਾ ਵੀ ਮਸਲਾ, ਮੇਰਾ ਹੀ ਮਸਲਾ, ਜ਼ਿਆਦਾ ਤੁਸੀਂ ਸਮਝੋ ਕਿ ਮਸਲਾ ਨਹੀਂ ਆਪਣੇ ਸਾਰਿਆਂ ਦਾ, ਤੇ ਇਹਦਾ ਹੱਲ ਇਹ ਹੈ। ਤੇ ਤੁਸੀਂ ਮੈਨੂੰ ਮਸਲਾ ਦੱਸੋ, ਮੈਂ ਆਪਣੀ ਸਮਝ ਨਾਲ ਤੁਹਾਨੂੰ ਉਹਦਾ ਹੱਲ ਦੱਸਣ ਦੀ ਕੋਸ਼ਿਸ਼ ਕਰਾਂਗਾ। ਆਪਾਂ ਗੱਲ ਕਰਾਂਗੇ, ਜੇ ਉਸ ਤੋਂ ਬਿਹਤਰ ਕੱਢ ਪਾਓਗੇ ਤੇ ਬਿਹਤਰ ਕੱਢਾਂਗੇ। ਆਪਾਂ ਜਿਹਨੂੰ ਤਾਕਤ ਦੇਈਏ ਉਹ ਤੋਂ ਆਪਾਂ ਹੱਲ ਕਰਾ ਲਈਏ। ਤੇ ਮੈਂ ਸੱਚੀ ਉਮੀਦ ਕਰਦਾ ਕਿ ਲੋਕ ਆਮ ਆਦਮੀ ਪਾਰਟੀ ਤੋਂ ਜਿਹੜੇ ਮਸਲੇ ਹੈਗੇ ਨੇ ਪੰਜਾਬ ਦੇ, ਉਹਨਾਂ ਦੇ ਹੱਲ ਕਰਾਉਣ।
ਕਿ 5 ਸਾਲ ਦਾ ਸਮਾਂ ਆਪਾਂ ਬਰਬਾਦ ਨਾ ਜਾਣ ਦੇਈਏ। ਮੇਰੇ ਵਰਗੇ ਬੰਦੇ ਵਾਸਤੇ ਇਹ ਬਹੁਤ ਜ਼ਰੂਰੀ ਸਮਾਂ ਹੈ ਕਿ ਅਸੀਂ ਪਹਿਰੇਦਾਰੀ ਕਰ ਸਕੀਏ। ਮੌਕਾ ਦੇਈਏ ਉਹਨਾਂ ਨੂੰ ਕਿ ਉਹ ਕਰਨ। ਪੰਜਾਬ 'ਚ ਮਹਿੰਗਾਈ, ਪੰਜਾਬ 'ਚ ਬੇਰੁਜ਼ਗਾਰੀ, ਪੰਜਾਬ ਦੀ ਕਿਸਾਨੀ, ਪੰਜਾਬ ਦਾ ਵਪਾਰ, ਹਰ ਤਰ੍ਹਾਂ ਦੇ ਮਸਲੇ ਨੇ। ਸ਼ਾਇਦ ਮੈਂ ਉਹਨਾਂ ਦੇ ਕਾਫ਼ੀ ਚੀਜ਼ਾਂ ਦੇ ਹੱਲ ਜਾਣਦਾ ਹੋਊਂਗਾ। ਲੋਕ ਵੀ ਹੋਰ ਮੇਰੇ ਤੋਂ ਬਿਹਤਰ ਜਾਣਦੇ ਹੋਣਗੇ। ਆਪਾਂ ਉਹਨਾਂ ਦੇ ਹੱਲ ਕਰਾਉਣ ਵਿੱਚ ਇਕੱਠੇ ਮਿਲ ਕੇ ਲੱਗੀਏ ਤੇ ਹੁਣ ਬੜੀ ਜ਼ਿੰਮੇਵਾਰੀ ਹੈ ਸਰਕਾਰ ਦੇ ਉੱਤੇ। 92 ਸੀਟਾਂ ਆਈਆਂ ਕਿ ਉਹ ਮਸਲਿਆਂ ਦੇ ਹੱਲ ਕਰਕੇ ਦੇਣ। ਉਹਨਾਂ ਕੋਲ ਤਾਂ ਹੁਣ ਕੋਈ ਬਹਾਨਾ ਨਹੀਂ ਹੈ। ਤੁਸੀਂ ਵਾਰੀ-ਵਾਰੀ ਇਹ ਜ਼ਿਕਰ ਕਰਦੇ ਰਹੇ ਹੋ ਕਿ ਮੈਂ ਨੌਕਰੀ ਛੱਡ ਕੇ ਆਇਆ, ਮੈਂ ਖੇਲਾਂ ਦੇ ਵਿੱਚੋਂ ਆਇਆ। ਪਰ ਉਹ ਜਿਹੜਾ ਖਿਆਲ ਹੈ ਜਾਂ ਉਹ ਜਿਹੜਾ ਬਿਆਨ ਹੈ ਉਹ ਵਾਰ-ਵਾਰ ਕਿਉਂ ਆਉਂਦਾ ਰਹਿੰਦਾ? ਹਾਲਾਂਕਿ ਇਹ ਵੀ ਕੋਈ ਅਲੋਕਾਰੀ ਗੱਲ ਨਹੀਂ ਹੈ, ਜੇ ਇਹ ਹੁੰਦਾ ਵੀ ਆ, ਕਿਉਂਕਿ 2009 ਦੇ ਵਿੱਚ ਫੂਲਕੀਆਂ ਰਿਆਸਤ ਦੇ ਯੁਵਰਾਜ ਰਣਇੰਦਰ ਸਿੰਘ ਨੇ ਬਠਿੰਡਾ ਲੋਕ ਸਭਾ ਹਲਕਾ ਤੋਂ ਚੋਣ ਲੜੀ ਸੀ ਹਰਸਿਮਰਤ ਕੌਰ ਬਾਦਲ ਦੇ ਬਰਾਬਰ, ਔਰ ਉਸ ਤੋਂ ਬਾਅਦ 2012 ਦੇ ਵਿੱਚ ਸਮਾਣਾ ਹਲਕੇ ਤੋਂ ਵਿਧਾਨ ਸਭਾ ਸੀਟ ਵੀ ਲੜਦੇ ਨੇ। ਆਪਾਂ ਦੇਖਿਆ ਕਿ ਉਹ ਹੁਣ ਸਿਆਸਤ ਦੇ ਵਿੱਚ ਸਰਗਰਮ ਤਾਂ ਨਹੀਂ, ਪਰ ਉਹ ਰਾਈਫਲ ਐਸੋਸੀਏਸ਼ਨ ਨੂੰ ਜਾਂ ਸ਼ੂਟਿੰਗ ਰੇਂਜ ਦੇ ਆਪਣੇ ਕੰਮਕਾਰ ਨੂੰ ਦੇਖਦੇ ਵੀ ਨੇ। ਸ਼ਾਇਦ ਮੈਂ ਲੋਕਾਂ ਨਾਲ ਜੁੜਨਾ ਚਾਹੁੰਦਾ ਸੀਗਾ। ਵਾਰੀ-ਵਾਰੀ ਇਸ ਲਈ ਆਉਂਦਾ ਸੀ ਕਿਉਂਕਿ ਸੋਸ਼ਲ ਮੀਡੀਆ ਤੇ ਉਹ ਵਾਰੀ-ਵਾਰੀ ਹੈ, ਪਰ ਉਹ ਹਰ ਪਿੰਡ ਨਵਾਂ ਹੈ। ਮੇਰੇ ਵਾਸਤੇ ਮੈਂ ਜਿੰਨੇ 127 ਪਿੰਡ ਸੀ ਹਲਕੇ ਦੇ, ਤੇ ਮੈਂ ਕੋਸ਼ਿਸ਼ ਕੀਤੀ ਮੈਂ ਸਾਰਿਆਂ 'ਚ ਪਹੁੰਚ ਸਕਾਂ। ਮੈਂ ਸਾਰਿਆਂ 'ਚ ਪਹੁੰਚਿਆ, ਸਾਰੇ ਵਾਰਡਾਂ 'ਚ ਪਹੁੰਚਿਆ ਤੇ ਹਰ ਇਨਸਾਨ ਨੂੰ ਆਪਣੀ ਕਹਾਣੀ ਦੱਸਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਉਹ ਕਦੇ ਨਹੀਂ ਆਇਆ ਤੇ ਨਹੀਂ ਆਊਗਾ, ਕਿਉਂਕਿ ਉਸ ਟਾਈਮ ਤੇ ਮੈਨੂੰ ਮੇਰੀ ਕਹਾਣੀ ਦੱਸਣੀ, ਆਪਣਾ ਸਫ਼ਰ ਦੱਸਣਾ ਜ਼ਰੂਰੀ ਸੀ। ਮੇਰਾ ਸੰਘਰਸ਼ ਦੱਸਣਾ ਜ਼ਰੂਰੀ ਸੀ ਕਿ ਮੈਂ ਕੀ ਲੜਾਈ ਲੜ ਰਿਹਾ ਤੇ ਕਿਉਂ ਲੜ ਰਿਹਾ। ਤੇ ਇਸ ਕਰਕੇ ਮੈਂ ਉਹਨਾਂ ਨੂੰ ਆਪਣੀ ਕਹਾਣੀ ਦੱਸਦਾ ਸੀਗਾ। ਆਪਣੇ ਮੇਰੇ ਫਾਦਰ ਸਾਹਿਬ ਦੇ ਬਾਰੇ ਕਾਫ਼ੀ ਲੋਕ ਬੜਾ ਅੱਛਾ ਜਾਣਦੇ ਸੀ, ਉਹਨਾਂ ਦੇ ਕੰਮਾਂ ਨੂੰ ਜਾਣਦੇ ਸੀ। ਉਹਨਾਂ ਨੂੰ ਜਿੰਨਾ 2 ਵਾਰੀ ਉਹ MLA ਰਹੇ, 308 ਕਿਲੋਮੀਟਰ ਦੀ ਉਹਨਾਂ ਨੇ ਸੜਕਾਂ ਬਣਾਈਆਂ। ਮੈਂ ਜਿਸ ਪਿੰਡ ਜਾਂਦਾ, ਕੋਈ ਮੈਨੂੰ ਸਕੂਲ ਦਿਖਾਉਂਦਾ ਉਹਨਾਂ ਦਾ ਬਣਾਇਆ, ਕੋਈ ਦਿਖਾਉਂਦਾ ਧਰਮਸ਼ਾਲਾ। ਲੋਕੀ ਦਿਖਾਉਂਦੇ ਕਿ ਉਹਨਾਂ ਦੇ 10 ਸਾਲਾਂ ਤੋਂ ਬਾਅਦ ਇੱਥੇ ਡਿਵੈਲਪਮੈਂਟ ਨਹੀਂ ਹੋਈ, ਤੇ ਬੜਾ ਮੈਨੂੰ ਮਾਣ ਮਹਿਸੂਸ ਹੁੰਦਾ। ਮੈਨੂੰ ਐਵੇਂ ਲੱਗਦਾ ਕਿ ਬੜੇ ਵੱਡੇ ਜੂਤੇ ਭਰਨੇ ਪੈਣਗੇ, ਬਹੁਤ ਕੰਮ ਕੀਤਾ ਉਹਨਾਂ ਨੇ। ਸੋ ਉਹ ਚੀਜ਼ਾਂ ਨਾਲ ਲੋਕ ਜੁੜ ਪਾਉਂਦੇ। ਜੀ, ਸਿਆਸਤ ਦੀ ਸਟੇਜ ਤੋਂ ਜਿਹੜੀ ਇਹ ਪੇਸ਼ਕਾਰੀ ਹੋ ਰਹੀ ਹੈ, ਜਿਸ ਤਰ੍ਹਾਂ ਦੀ ਪ੍ਰੈਜੈਂਟੇਸ਼ਨ ਆ ਰਹੀ ਹੈ, ਉਹਦੇ ਨਾਲ ਇੱਕ ਖਾਸ ਹੀ ਇੱਕ ਸਿੰਬੋਲਿਜ਼ਮ ਜੁੜਿਆ ਹੋਇਆ ਹੈ। ਪਹਿਲਾ ਕਿਸਮ ਦਾ ਉਹ ਇਹ ਹੈ ਕਿ ਜਿਹੜਾ ਕੈਂਡੀਡੇਟ ਦੇ ਬਿਹੇਵੀਅਰ ਨੂੰ ਲੈ ਕੇ ਹੈ, ਉਹ ਹੈ ਕਿ ਉਹ ਬਹੁਤ ਸਹਿਜ ਹੋ ਕੇ ਉਹਨਾਂ ਦਿਨਾਂ ਦੇ ਵਿੱਚ ਆਮ ਲੋਕਾਂ ਦੇ ਨਾਲ ਖਾਂਦੇ ਪੀਂਦੇ ਦਿਖ ਰਹੇ ਨੇ, ਉਹਨਾਂ ਦੀ ਮਦਦ ਕਰਦੇ ਦਿਖ ਰਹੇ ਨੇ, ਬਹੁਤ ਸਹਿਜ ਨੇ ਬੱਚਿਆਂ ਬਜ਼ੁਰਗਾਂ ਦੇ ਨਾਲ। ਫਿਰ ਦੂਜਾ ਜਿਹੜੀ ਕੈਟੇਗਰੀ ਅਸੀਂ ਬਣਾਈ ਹੈਗੀ ਆ, ਉਹ ਹੈ ਕਿ ਉਮੀਦਵਾਰ ਦੀ ਬੋਡੀ ਲੈਂਗੁਏਜ ਕੀ ਹੈ। ਇੱਕ ਪਾਸੇ ਬੜੀ ਹਲੀਮੀ ਹੈ, ਉਹ ਹੱਥ ਜੋੜਦੇ ਨੇ, ਜੇ ਵੱਡੀ ਉਮਰ ਦੇ ਨੇ ਤਾਂ ਸਿਰ ਪਲੋਸਦੇ ਨੇ, ਛੋਟੀ ਉਮਰ ਦੇ ਨੇ ਗੋਡੀ ਹੱਥ ਲਾਉਂਦੇ ਨੇ, ਪੈਰੀ ਪੈਂਦੇ ਨੇ, ਜਾਂ ਕਈ ਕੁਝ। ਤੇ ਤੀਜਾ ਹੈ ਉਮੀਦਵਾਰ ਦੇ ਪਹਿਰਾਵੇ ਨੂੰ ਲੈ ਕੇ, ਜਿਹਦੇ ਵਿੱਚ ਬੜਾ ਕੁਝ ਬੇਮੌਸਮੀ ਜਾਂ ਮੌਸਮੀ ਪਹਿਰਨ ਸ਼ਾਮਲ ਹੈ, ਜਿਹਦੇ ਚ ਕੁੜਤੇ ਪਜਾਮਿਆਂ ਦਾ ਇੱਕ ਭਰਮਾਰ ਹੈਗੀ ਆ। ਤੇ ਜੇ ਫੀਮੇਲ ਕੈਂਡੀਡੇਟ ਆ ਤੇ ਉਧਰੋਂ ਹਲਕਾ ਵੀ ਦਿਹਾਤੀ ਆ, ਤਾਂ ਉਹਨਾਂ ਦਾ ਸਿਰ ਢੱਕ ਕੇ ਵੋਟ ਮੰਗਣਾ, ਹਨਾ। ਮੇਰਾ ਸਵਾਲ ਬੜਾ ਸਿੱਧਾ ਹੈ ਕਿ ਜਿੰਨਾ ਵੀ ਇਹ ਸਿੰਬਲਿਜ਼ਮ ਦਿਖਦਾ ਹੈ, ਉਹਦੇ ਵਿੱਚੋਂ ਕਿਹੜੇ ਮੋਟਿਵ, ਕਿਹੜੇ ਸਿੰਬਲ, ਕਿਹੜੇ ਪ੍ਰਚਲਨ ਤੁਸੀਂ ਨਿਭਾਉਂਦੇ ਹੋ ਬਾਕਾਇਦਾ, ਔਰ ਕਿਹੜੇ ਜਿਹੜੇ ਹੈਗੇ ਆ ਤੁਸੀਂ ਜਿਨ੍ਹਾਂ ਨੂੰ ਰੱਦ ਕਰਦੇ ਹੋ, ਜਾਂ ਆਪਦੇ ਵੱਲੋਂ ਵੀ ਕੁਝ ਨਵੇਂ ਜਿਹੜੇ ਸਿੰਬਲਸ ਆ ਉਹ ਤੁਸੀਂ ਹਲਕੇ ਦੇ ਵਿੱਚ ਆਪਦੀ ਇਲੈਕਸ਼ਨ ਕੰਪੇਨ ਦੇ ਦੌਰਾਨ ਘੜਨ ਦੀ ਕੋਸ਼ਿਸ਼ ਕੀਤੀ ਹੈ? ਦੇਖੋ, ਇੱਕ ਇਨਸਾਨ ਦਾ ਪਹਿਰਾਵਾ ਤੇ ਉਹਨਾਂ ਦਾ ਜੀਵਨ ਦਾ ਤਰੀਕਾ ਸਭ ਦਾ ਅਲੱਗ-ਅਲੱਗ ਹੁੰਦਾ। ਮੈਂ ਬੜਾ ਵੈਸੇ ਵੀ ਬੜਾ ਸਿੰਪਲ ਜਿਹਾ ਆਦਮੀ ਹਾਂ। ਅੱਛਾ, ਮੇਰੀ ਕੱਪੜਿਆਂ ਦੀ ਚੋਇਸ ਕੁਛ ਖਾਸ ਨਹੀਂ ਹੈ। ਤੇ ਕੁੜਤੇ ਪਜਾਮੇ ਹੀ ਪਾਏ ਸੀ ਮੈਂ ਸਾਰੇ ਟਾਈਮ, ਨਹੀਂ ਤਾਂ ਮੈਂ ਇਸ ਤਰ੍ਹਾਂ ਦੇ ਕੁੜਤੇ ਪਾਉਂਦਾ ਰਹਿਣਾ। ਪੈਂਟਾਂ ਨਾਲ ਇਹੋ ਜਿਹੇ ਕੁੜਤੇ ਪਾ ਲੈਣਾ। ਤੇ ਬੜਾ ਮੇਰੀ ਸਿਸਟਰ ਮੇਰੇ ਨਾਲ ਕੰਪੇਨ ਕਰ ਰਹੇ ਸੀਗੇ, ਉਹਨਾਂ ਨੇ ਸੂਟ ਪਾਏ ਹੋਏ ਸੀਗੇ। ਪਰ ਮੈਨੂੰ ਲੱਗਦਾ ਹੈ ਕਿ ਇਸ ਦੇ ਅੰਦਰ ਵੀ ਥੋੜਾ ਡੂੰਘਾ ਜਾਇਆ ਜਾ ਸਕਦਾ, ਸੋਚਿਆ ਜਾ ਸਕਦਾ ਹੈ ਕਿ ਇੱਕ ਕੁੜਤੇ ਪਜਾਮੇ ਦੀ ਸਿੰਬਲਿਜ਼ਮ ਇੰਨੀ ਜ਼ਰੂਰੀ ਹੈ, ਜਾਂ ਜਿਹੜੇ ਆਪਾਂ ਨੋਰਮਲ ਕੱਪੜੇ ਪਾਉਂਦੇ ਹਾਂ, ਜੋ ਨਹੀਂ ਪਾਉਂਦੇ ਨੋਰਮਲ ਟਾਈਮ ਤੇ, ਉਹ ਪਾ ਕੇ ਉਹ ਲੋਕਾਂ ਜਾ ਸਕਦੇ, ਨਹੀਂ ਜਾ ਸਕਦੇ। ਤੇ ਇੱਕ ਡਰ ਹੈ, ਲੀਡਰ 'ਚ ਵੀ ਡਰ ਹੈ, ਲੋਕਾਂ 'ਚ ਵੀ ਡਰ ਹੈ। ਲੀਡਰ ਨੂੰ ਇਹ ਹੈ ਕਿ ਮੈਨੂੰ ਲੋਕ ਲੀਡਰ ਸਮਝਣਗੇ ਨਹੀਂ ਸਮਝਣਗੇ, ਜਾਂ ਲੋਕ ਮੈਨੂੰ ਉਸ ਕੱਪੜੇ ਐਕਸੈਪਟ ਕਰਨਗੇ ਨਹੀਂ ਕਰਨਗੇ। ਲੋਕਾਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਇਹ ਕਿਹੜੇ ਕੱਪੜੇ ਪਾ ਕੇ ਇਹਦਾ ਕੀ ਮਤਲਬ ਹੈ। ਸੋ ਹਜੇ ਉਹ ਚੀਜ਼ਾਂ 'ਚ ਮੈਨੂੰ ਲੱਗਦਾ ਸਮਾਜ ਨੇ ਹਜੇ ਜਾਣਾ ਹੈ, ਤੇ ਕੋਈ ਰਿਸਕ ਨਹੀਂ ਲੈ ਰਿਹਾ। ਤੇ ਇੱਕ ਫਿਕਸ ਪੈਟਰਨ ਬਣਾ ਲਿਆ, ਇੱਕ ਡਰੈਸ ਕੋਡ,
ਜਿਵੇਂ ਸਕੂਲ ਡਰੈਸ ਹੈਗੀ ਹੈ ਤੇ ਆਹ ਪਾ ਲਓ ਸਾਰੇ, ਇਸ ਤੇ ਉਹ ਚੱਲ ਰਿਹਾ। ਚਲੋ ਆਪਾਂ ਤੁਹਾਡੇ ਹਲਕੇ ਅਮਰਗੜ੍ਹ ਬਾਰੇ ਗੱਲ ਕਰਦੇ ਆ। ਜਦੋਂ ਕੋਈ ਉਮੀਦਵਾਰ ਹਲਕਾ ਚੁਣਦਾ ਹੈ ਤਾਂ ਉਹ ਕਿਹੜੇ ਪਿੱਛੇ ਡਿਸੀਜ਼ਿਵ ਫੈਕਟਰਸ ਰਹਿੰਦੇ ਨੇ? ਕਿਉਂਕਿ ਮਲੇਰਕੋਟਲੇ ਜ਼ਿਲ੍ਹੇ ਦੀ ਇੱਕ ਆਪਣੀ ਡੈਮੋਗ੍ਰਾਫੀ ਆਫ ਰਿਲੀਜਨ ਹੈ ਜਿਹੜੀ ਉਹ ਵੱਖਰੀ ਹੈ, ਤਾਂ ਕਿ ਅਮਰਗੜ੍ਹ ਦਾ ਪਾਪੂਲੇਸ਼ਨ ਅੰਕੜਾ ਜਿਹੜਾ ਉਹ ਕੀ ਕਹਿੰਦਾ ਹੈ ਇਸ ਦੇ ਬਾਰੇ, ਜਾਂ ਅਮਰਗੜ੍ਹ ਦਾ ਵੋਟਰ ਪੰਜਾਬ ਦੇ ਦੂਜੇ ਵੋਟਰਾਂ ਦੇ ਨਾਲ ਕਿੰਨਾ ਕੁ ਸਾਂਝਾ ਹੈ, ਕਿੰਨਾ ਕੁ ਨਿਖੜਵਾ ਹੈ? ਜਿਸ ਤਰ੍ਹਾਂ ਇਹ ਸਿਲੈਕਸ਼ਨ ਦਾ ਵੈਸੇ ਰਿਜ਼ਲਟ ਆਇਆ ਹੈ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਐਂ ਲੱਗਦਾ ਹੈ ਕਿ ਪੰਜਾਬ ਦੇ ਹਰ ਪਿੰਡ ਦੇ ਬੰਦੇ ਨੇ ਇੱਕ ਦੂਸਰੇ ਨਾਲ ਗੱਲ ਕੀਤੀ ਸੀ ਵੋਟ ਪਾਉਣ ਤੋਂ ਪਹਿਲਾਂ। ਮੈਨੂੰ ਲੱਗਦਾ ਵੀ ਲੋਕ ਜ਼ਿਆਦਾ ਕਲੀਅਰ ਸੀ ਪੋਲੀਟੀਕਲ ਐਨਾਲਿਸਟ ਤੋਂ ਵੀ ਵੱਧ। ਹਾਂ, ਐਂ ਲੱਗਦਾ ਕਿ ਲੋਕਾਂ ਨੂੰ ਪੂਰੀ ਕਲੈਰਿਟੀ ਸੀਗੀ, ਲੋਕ ਆਪਣਾ ਸਿਰਫ ਮੌਜ ਲੈ ਰਹੇ ਸੀ ਦੇਖ ਕੇ। ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਨਾ, ਪਹਿਲੀ ਗੱਲ ਤਾਂ ਪੰਜਾਬ ਦੇ ਲੋਕ ਬਹੁਤ ਸੈਕੂਲਰਿਜ਼ਮ ਅੰਦਰ ਪੰਜਾਬੀ ਦੇ ਅੰਦਰ ਨਾ ਜੁੜੇ ਹੋਏ ਨੇ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਾਂ ਜੋ ਡਿਵਾਈਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਰਾਜਨੀਤੀ ਇੱਥੇ ਜ਼ਿਆਦਾਤਰ ਫੇਲ ਹੋ ਜਾਂਦੀ ਹੈ। ਉਹ ਰਾਜਨੀਤੀ ਇੱਥੇ ਹੈਗੀ ਨਹੀਂ। ਪੰਜਾਬ ਦੇ ਲੋਕਾਂ ਦੀ ਇੱਕ ਪੰਜਾਬੀਅਤ ਨਾਲ, ਪੰਜਾਬੀ ਪਹਿਚਾਣ ਨਾਲ ਜਿਹੜੀ ਕਨੈਕਸ਼ਨ ਹੈ ਉਹ ਕਾਫੀ ਡੂੰਘਾ ਹੈ ਤੇ ਲੋਕਾਂ ਨੇ ਇਸ ਵਾਰੀ ਬਦਲਾਵ ਨੂੰ ਵੋਟ ਪਾਈ, ਬਦਲਾਵ ਨੂੰ ਚੁਣਿਆ। ਉਹਨਾਂ ਨੇ ਇੱਕ ਸਿਸਟਮ, ਇੱਕ ਸੋਸ਼ਲ ਆਰਡਰ ਨੂੰ ਬਦਲਣ ਦੀ ਚਾਹਤ ਕੀਤੀ। ਮੈਂ ਤਾਂ ਖੁਦ ਪਰਸਨਲੀ ਪਿਛਲੇ ਕਿੰਨੇ ਸਾਲਾਂ ਤੋਂ ਜ਼ਿਆਦਾ ਪੰਜਾਬ 'ਚ ਇਸ ਰਾਜਨੀਤੀ ਨੂੰ ਦੇਖ ਰਿਹਾ, ਉਹੀ ਆਰਡਰ ਦੇ ਖਿਲਾਫ ਲੜਾਈ ਲੜਦਾ ਹੈ। ਉਹ ਅੰਦਰ ਰਹਿ ਕੇ ਲੜਾਈ ਲੜਦੇ ਸੀਗੇ ਤੇ ਕਿੰਨੀਆਂ ਚੀਜ਼ਾਂ ਜਿਹੜੀ ਲੋਕਾਂ ਅੰਦਰ ਪਹੁੰਚੀਆਂ ਉਹ ਆਪਾਂ ਹੀ ਅੰਦਰੋਂ ਕੱਢੀਆਂ ਕਿ ਇਸ ਤਰ੍ਹਾਂ ਦੇ ਮਾਫੀਆ ਨੇ, ਇਹ ਲੋਕ ਚਲਾਉਂਦੇ ਨੇ, ਆਹ ਲੋਕ ਮਿਲੇ ਨੇ, ਇਹ ਸਿਸਟਮ ਹੈ। ਕੈਪਟਨ ਸਾਹਿਬ ਦੇ ਖਿਲਾਫ ਵੀ ਲੜਾਈ ਲੜੀ, ਉਹਨਾਂ ਨੂੰ ਹਟਾਇਆ ਤੇ ਲੋਕਾਂ ਨੇ ਇੱਕ ਮਨ ਬਣਾਇਆ ਸੀ ਕਿ ਹੁਣ ਇਹ ਪਾਰਟੀਆਂ ਹੀ ਬਦਲਣੀਆਂ ਨੇ। ਤੇ ਐਂ ਲੱਗਦਾ ਹੈ ਕਿ ਪੰਜਾਬ ਦੇ ਅੰਦਰ ਆਪਾਂ ਜੋ ਡੈਮੋਗ੍ਰਾਫਿਕ ਡਿਵੀਜ਼ਨ ਜਾਂਦੇ ਹਾਂ ਤੇ ਜ਼ਿਆਦਾ ਕੁਝ ਉੱਥੇ ਨਹੀਂ ਹੈ, ਪਰ ਇੱਕ ਗੱਲ ਜ਼ਰੂਰ ਹੈ, ਹਲਕੇ ਦੇ ਅੰਦਰ ਹਰ ਸਮਾਜ ਦੇ, ਹਰ ਤਬਕੇ ਦੇ, ਹਰ ਧਰਮ ਦੇ ਲੋਕਾਂ ਦੀਆਂ ਮੁਸ਼ਕਲਾਂ ਅਲੱਗ-ਅਲੱਗ ਹੁੰਦੀਆਂ ਨੇ ਤੇ ਉਹ ਮੁਸ਼ਕਲਾਂ ਨੂੰ ਸਮਝਣਾ ਤੇ ਉਹ ਮੁਸ਼ਕਲਾਂ ਦੀ ਡੂੰਘਾਈ ਤੱਕ ਪਹੁੰਚ ਪਾਉਣਾ ਤੇ ਇਹ ਸਮਝਣਾ ਕਿ ਕਿਹੜੇ ਮੁਸ਼ਕਲ ਨੂੰ ਆਪਾਂ ਕਿਸ ਤਰੀਕੇ ਨਾਲ, ਕਿਹੜੇ ਰਿਸੋਰਸਿਸ ਨਾਲ, ਕਿਹੜੇ ਮਹਿਕਮਿਆਂ ਨੂੰ ਵਿੱਚ ਸ਼ਾਮਿਲ ਕਰਕੇ ਉਹਨਾਂ ਦਾ ਹੱਲ ਕਰ ਸਕਦੇ ਹਾਂ, ਉਹ ਇੱਕ ਸਮਝਣਾ ਜ਼ਰੂਰੀ ਹੈ। ਬਾਕੀ ਮੈਂ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਇੱਕ ਪੰਜਾਬੀ ਦੀ ਤਰ੍ਹਾਂ, ਦੇਸ਼ ਦੇ ਨਾਗਰਿਕ ਦੀ ਤਰ੍ਹਾਂ ਦੇਖਦਾ ਹਾਂ। ਉਹਨਾਂ ਨੂੰ ਮੈਂ ਕਦੇ ਉਹ ਡਿਵਾਈਡ ਕਰਕੇ ਨਹੀਂ ਦੇਖਿਆ। ਇਹ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜਾ ਸਭ ਤੋਂ ਕਮਜ਼ੋਰ ਤੇ ਸਭ ਤੋਂ ਪਿਛੜਾ ਹੈ, ਸਭ ਤੋਂ ਪਹਿਲਾਂ ਉਹਦੀ ਮਦਦ ਕੀਤੀ ਜਾਵੇ। ਉਹਦੇ ਹੱਕ ਵਾਸਤੇ ਆਪਾਂ ਕੀ ਲੜਾਈ ਲੜ ਸਕਦੇ ਹਾਂ, ਇਹ ਸੋਚਿਆ ਜਾਵੇ ਕਿ ਸਾਡੇ ਫੈਸਲੇ ਕਿ ਉਹਦੇ ਹੱਕ 'ਚ ਨੇ ਜਾਂ ਉਹਦੇ ਖਿਲਾਫ ਨੇ। ਇਨਸਾਨ ਨੂੰ ਕਾਫੀ ਦਿਮਾਗ ਦੀ ਕਲੈਰਿਟੀ ਇੱਥੋਂ ਮਿਲ ਜਾਂਦੀ ਹੈ ਜੇ ਬੰਦਾ ਆਪਣੇ ਮਨ 'ਚ ਬੈਠ ਕੇ ਸੋਚੇ ਕਿ ਜਿਹੜਾ ਮੈਂ ਫੈਸਲਾ ਹੁਣ ਲੈਣ ਲੱਗਿਆ ਕਿਨੇ ਉਹਦੇ ਫਾਇਦੇ ਜਾਣਾ ਜਾਂ ਨੁਕਸਾਨ ਜਾਣਾ, ਤੇ ਕਾਫੀ ਚੀਜ਼ਾਂ ਜ਼ਿੰਦਗੀ ਆਸਾਨ ਹੋ ਜਾਂਦੀ। ਜੀ, ਹੁਣ ਆਪਾਂ ਇਸੇ ਸਵਾਲ ਨੂੰ ਉਲਟਾ ਕਰਕੇ ਦੇਖ ਲੈਂਦੇ ਹਾਂ ਕਿ ਜਿਹੜਾ ਵੋਟਰ ਹੈ ਉਹ ਵਿਧਾਇਕ ਨੂੰ ਕਿਵੇਂ ਚੁਣਦਾ ਹੈ, ਯਾਨੀ ਸਾਡਾ ਜਿਹੜਾ ਵੋਟਿੰਗ ਬਿਹੇਵੀਅਰ ਆ ਉਹ ਕਿੱਥੇ ਕੁ ਖੜਾ ਹੈ। ਕਿਉਂਕਿ ਉਮੀਦਵਾਰ ਦਾ ਵੋਟਰ ਵਜੋਂ ਵੀ ਕਿਤੇ ਨਾ ਕਿਤੇ ਤਜਰਬਾ ਰਿਹਾ ਹੁੰਦਾ ਹੈ। ਉਹ ਵੱਖਰੀ ਗੱਲ ਹੈ ਕਿ ਉਹਦੀ ਜਿਹੜੀ ਆਪਣੀ ਵੋਟ ਹੈ ਉਹ ਆਪਣੇ ਚੁਣਾਵੀ ਹਲਕੇ ਦੇ ਵਿੱਚ ਹੈ ਜਾਂ ਨਹੀਂ ਹੈ, ਜਾਂ ਉਹ ਚੋਣ ਕਿੱਥੋਂ ਲੜ ਰਿਹਾ ਹੈ, ਪਰ ਫਿਰ ਵੀ ਉਹ ਕਿਤੇ ਨਾ ਕਿਤੇ ਵੋਟਰ ਹੈ। ਪਰ ਇੱਥੇ ਅਸੀਂ ਸੋਚੀਏ ਕਿ ਵੋਟਰ ਹੈ ਜਿਹੜਾ ਉਹ ਕੀ ਦੇਖੇ, ਉਹ ਉਮੀਦਵਾਰ ਦਾ ਕੰਮ ਦੇਖੇ, ਪਾਰਟੀ ਦਾ ਇਤਿਹਾਸ ਵੇਖੇ, ਪਾਰਟੀ ਦਾ ਕੰਮ ਵੇਖੇ, ਉਮੀਦਵਾਰ ਦੀ ਮਿਹਨਤ ਲਗਨ ਵੇਖੇ, ਉਹਦੀ ਜਿਹੜੀ ਹੈਗੀ ਹੈ ਉਹ ਕਿਹੜੇ ਪਰਿਵਾਰ ਦੇ ਵਿੱਚੋਂ ਆ ਰਿਹਾ ਉਹ ਵੇਖੇ, ਜਾਂ ਫਿਰ ਉਹ ਚੋਣ ਮਨੋਰਥ ਪੱਤਰ ਦੇਖੇ, ਮੈਨੀਫੈਸਟੋ, ਜਿਹੜਾ ਕਿ ਵੋਟਾਂ ਤੋਂ ਕੁਝ ਹੀ ਦਿਨ ਪਹਿਲਾਂ ਪਬਲਿਸ਼ ਹੁੰਦਾ। ਦੇਖੋ, ਮੈਂ ਤੁਹਾਨੂੰ ਨਾ ਮੈਂ ਕੋਈ ਗਿਆਨ ਦੇਣ ਵਾਲਾ ਤਾਂ ਹੈ ਨਹੀਂ ਕਿ ਵੋਟਰ ਨੂੰ ਦੱਸਾਂ ਕਿ ਉਹ ਕੀ ਦੇਖਣ, ਉਹਨਾਂ ਨੇ ਤਾਂ ਬੜੇ ਧਿਆਨ ਨਾਲ ਦੇਖਿਆ। ਪਰ ਮੈਂ ਤੁਹਾਨੂੰ ਇੱਥੇ ਦੋ ਚੀਜ਼ਾਂ ਦੱਸਣਾ ਚਾਹੁੰਦਾ, ਇੱਕ ਦੋ ਆਪਣੀ ਵਿਚਾਰ ਅੱਗੇ ਰੱਖਣਾ ਚਾਹੁੰਦਾ ਜਿਹੜੇ ਜਿਹਦੇ ਬਾਰੇ ਤੁਸੀਂ ਵੀ ਸੋਚੋ ਤੇ ਲੋਕ ਵੀ ਸੋਚਣ। ਪਹਿਲੀ ਗੱਲ ਇਹ ਕਿ ਸਮਾਜ ਦੇ ਅੰਦਰ ਕਿੰਨੇ ਰਿਸ਼ਤੇ ਨੇ ਜਿਨ੍ਹਾਂ ਦੇ ਅੰਦਰ ਜਿਹੜੇ ਇਨਸਾਨਾਂ ਨਾਲ ਆਪਾਂ ਆਪਣਾ ਰਿਸ਼ਤਾ ਯਾਦ ਰੱਖ ਸਕਦੇ ਹਾਂ। ਕੁਝ ਸਾਇੰਸ ਇਹ ਕਹਿੰਦੀ ਹੈ ਕਿ ਸ਼ਾਇਦ 130 ਤੋਂ 150 ਰਿਸ਼ਤੇ, ਤੇ ਫਿਰ 1,80,000 ਵੋਟਰ ਕਿਵੇਂ ਵੋਟ ਤੁਹਾਡੇ ਨਾਲ ਜੁੜੇਗਾ। ਤੇ ਕੋਈ ਕਿਸੇ ਦੇ ਕਹਿਣ ਤੇ ਅੱਜ ਕੱਲ੍ਹ ਵੋਟ ਪਾਉਣਾ ਨਹੀਂ ਚਾਹੁੰਦਾ। ਕਿਤੇ ਕਿਸਾਨੀ ਅੰਦੋਲਨਾਂ ਤੇ ਸਰਪੰਚਾਂ ਤੇ ਪੰਚਾਂ ਤੇ ਨੰਬਰਦਾਰਾਂ ਤੋਂ ਵੀ ਪਿੰਡਾਂ ਦੇ ਲੋਕਾਂ ਨੂੰ ਆਜ਼ਾਦ ਕਰਤਾ ਤੇ ਹਰ ਬੰਦਾ ਚਾਹੁੰਦਾ ਵੋਟਰ ਸਾਡੇ ਨਾਲ ਕੈਂਡੀਡੇਟ ਸਿੱਧਾ ਜੁੜੇ। 1,80,000 ਬੰਦੇ ਦੇ ਨਾਲ ਹੁਣ ਤੁਸੀਂ ਜੁੜਨਾ ਤੇ ਉਸਨੇ ਤੁਹਾਡਾ ਆਪਣਾ ਰਿਸ਼ਤਾ ਵੀ ਯਾਦ ਰੱਖਣਾ, ਤੇ ਤੁਸੀਂ ਕਿਸ ਤਰ੍ਹਾਂ ਕਰੋਗੇ। ਦੂਸਰੀ ਗੱਲ, ਸਮਾਜ ਦੇ ਅੰਦਰ ਜਿਹੜੀ ਤਾਕਤ ਹੈ
ਉਹ ਕਿਸੇ ਨਾ ਕਿਸੇ ਉਹ ਕਿੰਨੇ ਤਰੀਕਿਆਂ 'ਚ ਵੰਡੀ ਹੋਈ ਹੈ। ਸਮਾਜਿਕ ਤਾਕਤ ਨੂੰ ਆਪਾਂ ਕਿਸ ਤਰ੍ਹਾਂ ਦੇਖਦੇ ਹਾਂ? ਮੈਂ ਸਮਾਜਿਕ ਤਾਕਤ ਨੂੰ 5 ਤਰੀਕਿਆਂ ਨਾਲ ਵੰਡ ਕੇ ਦੇਖਦਾ। ਜਿਹੜੀ ਜਿਹਨੂੰ ਕੈਪੀਟਲ ਆਪਾਂ ਕਹਿੰਦੇ ਹਾਂ। ਇੱਕ ਹੈ ਆਰਥਿਕ ਤਾਕਤ। ਕਈ ਲੋਕਾਂ ਕੋਲ ਬਹੁਤ ਆਰਥਿਕ ਤਾਕਤ ਹੁੰਦੀ ਹੈ। ਮੇਰੇ ਖਿਲਾਫ ਜਿਹੜੇ ਆਮ ਆਦਮੀ ਪਾਰਟੀ ਦੇ ਚੋਣ ਜਿੱਤੇ, ਉਹ ਸੈਂਕੜਿਆਂ ਕਰੋੜ ਦੇ ਮਾਲਿਕ ਨੇ। ਪਰ ਕੀ ਆਰਥਿਕ ਤਾਕਤ ਇਲੈਕਸ਼ਨ ਜਿੱਤਣ ਵਾਸਤੇ ਕਾਫੀ ਹੈ? ਰਾਜਨੀਤਿਕ ਤਾਕਤ ਵਾਸਤੇ ਕਾਫੀ ਹੈ? ਤੇ ਆਪਾਂ ਸਮਝਾਂਗੇ ਨਹੀਂ, ਹਰ ਆਰਥਿਕ ਤੌਰ ਤੇ ਤਾਕਤਵਰ ਆਦਮੀ ਇਲੈਕਸ਼ਨ ਨਹੀਂ ਜਿੱਤ ਰਿਹਾ। ਤੇ ਨਹੀਂ ਤਾਂ ਆਰਥਿਕ ਲੋਕ ਵੀ ਸਾਡੇ ਤੇ ਰਾਜ ਕਰ ਰਹੇ ਹੁੰਦੇ। ਸਾਡੇ ਤੇ ਰਾਜ ਕਰ ਰਹੇ ਨੇ, ਪਰ ਰਾਜਨੀਤਿਕ ਤਾਕਤ ਲੈ ਕੇ ਰਾਜ ਨਹੀਂ ਕਰ ਰਹੇ, ਰਾਜਨੀਤੀ ਨੂੰ ਇਨਫਲੂਐਂਸ ਕਰਕੇ ਰਾਜ ਕਰ ਰਹੇ ਨੇ। ਦੂਸਰੀ ਤਾਕਤ ਹੈ ਥੋੜੀ ਸਮਾਜਿਕ ਤਾਕਤ। ਤੁਸੀਂ ਲੋਕਾਂ 'ਚ ਕਿੰਨਾ ਵਿਚਰ ਰਹੇ ਹੋ, ਕਿ ਲੋਕ ਤੁਹਾਨੂੰ ਕਿੰਨਾ ਜਾਣਦੇ ਨੇ। ਮੇਰੇ ਖਿਲਾਫ ਜਿਹੜੇ ਅਕਾਲੀ ਦਲ ਦੇ ਕੈਂਡੀਡੇਟ ਸੀਗੇ, ਝੁੰਦਾ ਸਾਹਿਬ, ਉਹ ਪੰਜਾਬ ਦੇ ਸਭ ਤੋਂ ਚੰਗੇ ਵਰਕਰ ਮੰਨੇ ਜਾਂਦੇ ਨੇ, ਕਿਉਂਕਿ ਉਹਨਾਂ ਨੇ ਸਵੇਰੇ ਅਖਬਾਰ ਖੋਲ ਕੇ ਸਾਰੇ ਰਾਤ ਤੱਕ ਸਾਰੇ ਭੋਗ ਤੇ ਸਾਰੇ ਵਿਆਹ ਅਟੈਂਡ ਕਰਦੇ ਨੇ, ਤੇ ਉਹਨਾਂ ਦੀ ਉਹ ਸਮਾਜਿਕ ਤਾਕਤ ਹੈ। ਤੀਸਰੀ ਤਾਕਤ ਆਪਾਂ ਦੇਖਦੇ ਹਾਂ ਰਾਜਨੀਤਿਕ ਤਾਕਤ, ਕਿ ਰਾਜਨੀਤਿਕ ਤੌਰ ਤੇ ਤੁਸੀਂ ਕਿੰਨਾ ਤਰੀਕੇ ਨਾਲ ਆਪਣੇ ਕਾਡਰ ਨੂੰ ਪੋਲੀਟੀਕਲੀ ਕੰਟਰੋਲ ਕਰ ਪਾ ਰਹੇ ਹੋ, ਜੋ ਕਿ ਕਾਂਗਰਸ ਜਾਂ ਅਕਾਲੀ ਦਲ ਦੀ ਪੁਰਾਣੀ ਤਾਕਤ ਮੰਨੀ ਜਾਂਦੀ ਹੈ ਕਿ ਰਾਜਨੀਤਿਕ ਹੋਲਡ ਰੱਖਦੀਆਂ ਸੀ ਪਾਰਟੀ। ਚੌਥੀ ਤਾਕਤ ਹੈ ਇੰਟੈਲੈਕਚੁਅਲ ਤਾਕਤ, ਥੋੜੀ ਵਿਚਾਰਧਾਰਾ ਦੀ ਤਾਕਤ ਕੀ ਹੈ। ਤੇ ਪੰਜਵੀਂ ਤਾਕਤ ਜਿਸ ਮੈਂ ਮੰਨਦਾ, ਇੱਕ ਐਥੋ ਇੰਟੈਲੈਕਚੁਅਲ ਤਾਕਤ, ਕਿ ਆਪਾਂ ਕਿਸੇ ਮੋਰੈਲਿਟੀ ਨਾਲ, ਕਿਸੇ ਇਮੋਸ਼ਨਲ ਅੰਡਰਸਟੈਂਡਿੰਗ ਨਾਲ ਸਾਡੀ ਸੂਝ ਨੂੰ ਜੋੜ ਕੇ ਸਮਾਜ ਨੂੰ ਲੀਡ ਕਰਨ ਦੀ ਕੈਪੈਸਿਟੀ ਰੱਖਦੇ ਨਹੀਂ ਰੱਖਦੇ। ਮੈਨੂੰ ਲੱਗਦਾ ਹੈ ਕਿ ਜਿਹੜੀ ਇਹ ਪੰਜਵੀਂ ਤਾਕਤ ਹੈ, ਇਸ ਤਾਕਤ ਨਾਲ ਹਰ ਬਾਕੀ ਤਾਕਤ ਬਣਾਈ ਜਾ ਸਕਦੀ। ਤੇ ਇੱਕ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਦਾ ਟਾਈਮ ਹੈ, ਇਸ ਕਰਕੇ ਆਪਾਂ ਉਹ ਤਾਕਤ ਨੂੰ ਆਪਣੀ ਉਸ ਐਬਿਲਿਟੀ ਨੂੰ ਲੋਕਾਂ ਅੱਗੇ ਰੱਖੀਏ, ਤੇ ਬਾਕੀ ਹਰ ਚੀਜ਼ ਲੋਕਾਂ ਨੇ ਤੁਹਾਨੂੰ ਆਪੇ ਦੇਣੀ। ਉਹਨਾਂ ਨੇ ਤੁਹਾਨੂੰ ਸਮਾਜਿਕ ਵੀ ਦੇਣੀ, ਰਾਜਨੀਤਿਕ ਵੀ ਦੇ ਦੇਣੀ, ਹਰ ਚੀਜ਼ ਮਿਲ ਜਾਣਾ ਤੁਹਾਨੂੰ। ਸੋ ਮੈਂ ਇੱਥੇ ਜਿਹੜੀਆਂ ਤੁਹਾਨੂੰ ਦੋ ਗੱਲਾਂ ਪੇਸ਼ ਕਰਨਾ ਚਾਹੁੰਦਾ ਸੀ, ਉਹ ਇਹ ਸੀ, ਇੱਕ ਤਾਂ ਪੰਜਾਬ ਦੇ ਲੋਕਾਂ ਨੇ ਇੱਕ ਚਿਹਰੇ ਦੇ ਨਾਮ ਤੇ ਵੋਟ ਪਾਈ, ਤੇ ਇੱਕ ਪਾਰਟੀ ਦੇ ਨਾਮ ਤੇ ਵੋਟ ਪਾਈ, ਬਦਲਾਵ ਦੇ ਨਾਮ ਤੇ। ਕੀ ਉਹ ਚਿਹਰਾ ਪੰਜਾਬ ਦੇ ਹਰ ਆਦਮੀ ਨਾਲ ਪਰਸਨਲੀ ਜੁੜ ਸਕਦਾ? ਨਹੀਂ ਜੁੜ ਸਕਦਾ। ਕੀ ਉਹ ਚਿਹਰਾ ਪੰਜਾਬ ਦੀ ਹਰ ਮੁਸ਼ਕਿਲ ਦਾ ਇੱਕੋ ਬੰਦਾ ਹੱਲ ਕਰ ਸਕਦਾ? ਕਿੰਨੇ ਚੀਜ਼ਾਂ ਤਾਂ ਸਿਸਟਮ ਦੇ ਬਦਲਾਵ ਨੇ, ਸ਼ਾਇਦ ਨਹੀਂ ਕਰ ਸਕਦਾ। ਤੇ ਇਹ ਸਾਡੇ ਵਾਸਤੇ ਬਹੁਤ ਵੱਡੇ ਸਵਾਲ ਨੇ ਕਿ ਅਸੀਂ ਕਿਤੇ ਸਾਡੀਆਂ ਤਾਕਤਾਂ ਨੂੰ ਹੋਰ ਘੱਟ ਕਰਨ ਵਾਸਤੇ ਇਸ ਰੁਝਾਨ 'ਚ ਤਾਂ ਨਹੀਂ ਪੈ ਰਹੇ ਕਿ ਅਸੀਂ ਇੱਕ ਚਿਹਰੇ ਨੂੰ ਵੋਟ ਪਾਣੀ। ਪੂਰੇ ਦੇਸ਼ ਦਾ ਚਿਹਰਾ ਕੌਣ ਹੋਏਗਾ? ਸਾਡਾ MP ਕੌਣ ਹੈ, ਸਾਨੂੰ ਫਰਕ ਨਹੀਂ ਪੈ ਰਿਹਾ। ਸਾਡਾ MLA ਕੌਣ ਹੈ, ਸਾਨੂੰ ਫਰਕ ਨਹੀਂ ਪੈ ਰਿਹਾ। ਫਿਰ ਉਹ ਜਿਹੜਾ ਚਿਹਰਾ ਹੋਏਗਾ, ਉਹ 1000 ਕਰੋੜ ਲੈ ਕੇ ਆਏਗਾ, ਤੇ 1000 ਕਰੋੜ 200 ਕਰੋੜ ਤੇ ਸਾਨੂੰ ਕੁਛ ਨਾ ਕੁਛ ਫ੍ਰੀ ਵੰਡੇਗਾ, ਤੇ 800 ਕਰੋੜ ਦੀ ਮਸ਼ਹੂਰੀ ਕਰੇਗਾ, ਤੇ ਆਪਾਂ ਕਹਾਂਗੇ ਵਾਹ ਜੀ ਵਾਹ, ਕੰਮ ਹੋ ਗਿਆ। ਸ਼ਾਇਦ ਇਲੈਕਸ਼ਨ ਜਿੱਤਣ ਵਾਸਤੇ ਇੰਨਾ ਹੀ ਚਾਹੀਦਾ, ਤੇ ਸ਼ਾਇਦ ਇਹਦੀ ਬੁਰੀ ਮਾਰਕੀਟਿੰਗ ਹੋਣ ਲੱਗ ਜਾਏ ਤੇ ਸਭ ਕੁਝ ਖਰਾਬ ਹੋ ਜਾਂਦਾ। ਮੈਨੂੰ ਲੱਗਦਾ ਕਿ ਇੰਨਾ ਨਹੀਂ ਚਾਹੀਦਾ ਹੋਣਾ ਚਾਹੀਦਾ। ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਬਹੁਤ ਡੂੰਘੇ ਮਸਲੇ ਨੇ, ਤੇ ਬਹੁਤ ਵੱਡੇ ਲੈਵਲ ਤੇ ਬਹੁਤ ਲੋਕਾਂ ਨੂੰ ਜੁੜ ਕੇ ਇਹਨਾਂ ਦੇ ਮਸਲਿਆਂ ਦੇ ਹੱਲ ਕਰਨੇ ਪੈਣਗੇ। ਪੰਜਾਬ ਦੇ ਹਰ ਮਹਿਕਮੇ 'ਚ ਮਸਲੇ ਨੇ, ਪਟਵਾਰੀਆਂ ਦੇ ਦਫ਼ਤਰਾਂ ਜਾਂਦੇ ਹੋ ਮਸਲੇ ਨੇ, ਥਾਣਿਆਂ 'ਚ ਮਸਲੇ ਨੇ। ਸ਼ਾਇਦ ਸੋਚਣ ਦੀ ਲੋੜ ਹੈ ਕਿ ਕਿਹੜੇ ਮਸਲੇ ਹੱਲ ਕਰਨੇ ਨੇ, ਕਿਹੜੇ ਨਹੀਂ ਹੱਲ ਕਰਨੇ। ਕੀ ਸਾਰੇ ਕੰਮ ਕਰਾਣੇ ਜਾਇਜ਼ ਨੇ, ਕਿਹੜੇ ਕੰਮ ਕਰਾਣੇ ਜਾਇਜ਼ ਨੇ। ਕੀ ਆਪਾਂ ਕਿਸ ਤਰ੍ਹਾਂ ਦੇ ਸਮਾਜ ਵਾਲਾ ਆਪਾਂ ਅੱਗੇ ਵਧਣਾ ਤੇ ਕਿਵੇਂ ਵਧਣਾ। ਆਰਥਿਕ ਤਾਕਤ ਨੂੰ ਕਮਜ਼ੋਰ ਤੋਂ ਕਮਜ਼ੋਰ ਵਿਅਕਤੀ ਤੱਕ ਕਿਵੇਂ ਲੈ ਕੇ ਜਾਣਾ। ਇਹ ਬਹੁਤ ਵੱਡੇ ਸਵਾਲ ਨੇ, ਤੇ ਇਹ ਸਿਸਟਮ ਦੇ ਬਦਲਾਵ ਨਾਲ ਆਉਣਗੇ। ਸੋ ਲੋਕਾਂ ਦਾ ਇੱਕ ਸਿਸਟਮ ਕਿ ਅਸੀਂ ਇੱਕ ਚਿਹਰੇ ਨੂੰ ਵੋਟ ਪਾ ਦਾਂਗੇ ਤੇ ਉਹ ਚਿਹਰੇ ਨੇ ਪੂਰੇ ਪੰਜਾਬ ਦੇ ਸਾਰੇ ਮਸਲੇ ਹੱਲ ਕਰ ਦੇਣੇ। ਮੈਨੂੰ ਨਹੀਂ ਲੱਗਦਾ ਕਿ ਸਿਸਟਮ ਇਸ ਤਰ੍ਹਾਂ ਕੰਮ ਕਰਦੇ ਨੇ। ਮੈਨੂੰ ਨਹੀਂ ਲੱਗਦਾ ਇੱਕ MLA ਆਪਣੇ ਕਨਸਟੀਟੂਐਂਸੀ ਦੇ ਹਰ ਚੀਜ਼ ਨੂੰ ਨਹੀਂ ਦੇਖ ਸਕਦਾ, ਉਸਨੂੰ ਹੀ ਬਹੁਤ ਵੱਡੀ ਟੀਮ ਚਾਹੀਦੀ ਹੈ। ਤੇ ਕਿਤੇ ਨਾ ਕਿਤੇ ਲੋਕਾਂ ਅੰਦਰ ਇਹ ਬਦਲਾਵ ਜ਼ਰੂਰ ਆਏਗਾ, ਪਰ ਇਹਦੇ ਵਾਸਤੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਲੰਬੇ ਟਾਈਮ ਤੱਕ ਲੜਾਈ ਲੜਨੀ ਪਏਗੀ ਕਿ ਆਪਾਂ ਇੱਕ ਸਿਸਟਮ ਦੇ ਬਦਲਾਵ ਨੂੰ ਲੋਕਾਂ ਨੂੰ ਸਮਝਾ ਪਾਈਏ ਕਿ ਕਿਸ ਤਰ੍ਹਾਂ ਉਸਨੇ ਕਰਨਾ ਤੇ ਸਭ ਨੇ ਕਿਵੇਂ ਜ਼ਿੰਮੇਵਾਰੀ ਚੱਕਣੀ। ਜੀ, ਤੁਸੀਂ ਹੁਣੇ ਕਿਹਾ ਕਿ ਇਸ ਵਾਰੀ ਪੰਜਾਬ ਦੀ ਪੋਲੀਟੀਕਲ ਕੰਸ਼ੀਅਸਨੈਸ ਦਾ ਕੁਛ ਨਾ ਕੁਛ ਫਰਕ ਸੀਗਾ, ਸ਼ਾਇਦ ਉਹ ਇੱਕ ਅੰਦੋਲਨ ਦੀ ਪ੍ਰੈਕਟਿਸ ਦੇ ਵਿੱਚੋਂ ਵੀ ਪੰਜਾਬ ਪਰਤਿਆ ਸੀਗਾ। ਪਰ ਦੋ ਬਾਈਨਰੀਜ਼ ਜਿਹੜੀਆਂ ਹੈਗੀਆਂ ਉਹ ਬਹੁਤ ਉੱਭਰ ਕੇ ਸਾਹਮਣੇ ਆਈਆਂ। ਇੱਕ ਸੀ ਨਵਾਂ ਵਰਸਸ ਪੁਰਾਣਾ। ਉਹ ਸਿਰਫ ਆਮ ਆਦਮੀ ਪਾਰਟੀ ਨਹੀਂ, ਹਰ ਇੱਕ ਜਿਹੜਾ ਰਾਜਨੀਤਿਕ ਦਲ ਕਹਿ ਰਿਹਾ ਸੀਗਾ ਕਿ ਪੁਰਾਣਾ ਸਮਾਂ ਬੀਤ ਗਿਆ, ਹੁਣ ਨਵੀਂ ਸੋਚ ਦੀ ਨਵੀਂ ਸਰਕਾਰ ਬਣੂਗੀ। ਤੇ ਜਾਂ ਦੂਜੀ ਜਿਹੜੀ ਬਾਈਨਰੀ ਸਮਝ ਆ ਰਹੀ ਸੀਗੀ ਉਹ ਸੀਗੀ ਕਿ ਆਮ ਵਰਸਸ ਖਾਸ, ਤੇ ਉਹਦੇ ਵਿੱਚ ਹਰ ਜਿਹੜਾ ਕੈਂਡੀਡੇਟ ਆ ਉਹ ਆਪਦੀ ਸਰਬ ਸਧਾਰਨਤਾ ਤੇ ਪੂਰਾ ਜ਼ੋਰ ਲਾ ਰਿਹਾ ਸੀ ਕਿ ਮੈਂ ਤੁਹਾਡੇ ਚੋਂ ਹੀ ਹਾਂ, ਮੈਂ ਤੁਹਾਡੇ ਵਰਗਾ ਹੀ ਹਾਂ, ਮੇਰੇ ਕੋਲ ਕੋਈ ਅਲੱਗਾ ਪੂੰਜੀ ਨਹੀਂ ਹੈ।
ਤੇ ਜਾਂ ਜੇ ਮੈਂ ਜਿੱਤ ਵੀ ਗਿਆ, ਜਿੱਤ ਜਾਣ ਦੀ ਸੂਰਤ ਦੇ ਵਿੱਚ ਮੈਂ ਕੋਈ ਸੁੱਖ ਸਹੂਲਤਾਂ ਜਾਂ ਤਨਖਾਹ ਤੱਕ ਨਹੀਂ ਲਵਾਂਗਾ। ਤੇ ਮੈਨੂੰ ਲੱਗਦਾ ਵੀ ਜੇ ਦੋਨੇ ਬਾਇਨਰੀਜ਼ ਨੂੰ ਜੇ ਆਪਾਂ ਕਲੈਕਟਿਵਲੀ ਦੇਖਣਾ ਹੋਏ ਤੇ ਕਿਤੇ ਨਾ ਕਿਤੇ ਇੱਥੇ ਸਾਰੀਆਂ ਪਾਰਟੀਆਂ ਦੀ ਜ਼ਰੂਰ ਸਹਿਮਤੀ ਸੀਗੀ ਕਿ ਕੰਮ ਨਹੀਂ ਹੋਇਆ, ਕੰਮ ਹਲੇ ਹੋਣ ਵਾਲਾ ਹੈ। ਤੇ ਦੂਜੀ ਗੱਲ ਇਹ ਕਿ ਇਲੈਕਸ਼ਨ ਲੜਨ ਵਾਲੇ ਜਿਹੜੇ ਲੋਕ ਸੀਗੇ, ਉਹ ਸਧਾਰਨ ਨਹੀਂ ਸੀ ਰਹੇ, ਪਰ ਹੁਣ ਹਾਂ, ਸਧਾਰਨ ਤਰੀਕੇ ਦੇ ਨਾਲ ਇਲੈਕਸ਼ਨ ਲੜੀ ਜਾਣੀ ਚਾਹੀਦੀ ਹੈ। ਇਹ ਪ੍ਰਚਾਰ ਦੇ ਵਿੱਚ ਜ਼ਰੂਰ ਜਿਹੜਾ ਨੈਰੇਟਿਵ ਸੀਗਾ, ਇਹ ਵਾਰੀ-ਵਾਰੀ ਸਾਹਮਣੇ ਆ ਰਿਹਾ ਸੀ। ਦੇਖੋ ਜਿਹੜੇ ਨਾ ਇਸ ਤਰ੍ਹਾਂ ਦੇ ਬਦਲਾਵ ਨੇ ਡੈਮੋਕ੍ਰੇਸੀ ਦੇ, ਉਹਨਾਂ ਨੂੰ ਨਾ ਇੰਨੇ ਛੋਟੇ ਟਾਈਮ ਤੇ ਪੜ੍ਹਨਾ ਤੇ ਸਮਝਣਾ ਤੇ ਦੇਖਣਾ ਉਹ ਕਿੱਧਰ ਨੂੰ ਲੈ ਕੇ ਜਾ ਰਹੇ ਹੈ। ਇਹ ਮੈਂ ਕੋਈ ਥਿਊਰੀ ਤੁਹਾਨੂੰ ਫੜਾ ਸਕਦਾ ਕਿ ਇਸ ਤਰੀਕੇ ਦਾ ਬਦਲਾਵ ਆ ਰਿਹਾ, ਪਰ ਮੈਨੂੰ ਯਕੀਨ ਹੈ ਕਿ 6 ਮਹੀਨੇ ਬਾਅਦ ਉਹ ਥਿਊਰੀ ਕਿਸੇ ਕੰਮ ਦੀ ਨਹੀਂ ਹੋਣੀ, ਕਿਉਂਕਿ ਕੋਈ ਇਹ ਜਾਣਦਾ ਨਹੀਂ ਕਿ ਇਹ ਬਦਲਾਵ ਆਪਾਂ ਨੂੰ ਕਿਸ ਵੱਲ ਲੈ ਕੇ ਜਾ ਰਹੇ ਨੇ। ਜਿਹੜੇ ਪੋਲੀਟੀਸ਼ੀਅਨ ਕਰ ਰਹੇ ਸੀਗੇ, ਉਹ ਲੋਕਾਂ ਦੀ ਡਿਮਾਂਡ ਦੇਖ ਕੇ ਡਰਾਮਾ ਕਰ ਰਹੇ ਸੀਗੇ ਜਾਂ ਉਹ ਅਸਲ ਵਿੱਚ ਸੀਗੇ, ਇਹ ਵੀ ਇੱਕ ਵੱਡਾ ਸਵਾਲ ਹੈ। ਤੇ ਆਪਾਂ ਕਿੰਨੇ ਲੋਕਾਂ ਬਾਰੇ ਡਰਾਮਾ ਕਹਿ ਸਕਦੇ ਹਾਂ, ਕਿੰਨੇ ਲੋਕਾਂ ਬਾਰੇ ਸੱਚਾਈ ਕਹਿ ਸਕਦੇ ਹਾਂ। ਠੀਕ ਹੈ, ਕਿੰਨੀ ਸੱਚਾਈ ਡਰਾਮੇ 'ਚ ਲੁਕ ਗਈ। ਮੈਨੂੰ ਇੱਕ ਮੇਰੇ ਚਲੋ ਮੈਂ ਤੁਹਾਨੂੰ ਕੀ ਕਹਿਣਾ, ਇੱਕ ਚੀਜ਼ ਮੈਂ ਹਮੇਸ਼ਾ ਸੋਚਦਾ ਡੈਮੋਕ੍ਰੇਸੀ ਦੇ ਬਾਰੇ, ਤੇ ਮੈਨੂੰ ਬੜੀ ਇੰਟਰਸਟਿੰਗ ਲੱਗਦੀ ਹੈ। ਤੁਸੀਂ ਫ੍ਰੈਂਚ ਰੈਵੋਲੂਸ਼ਨ ਬਾਰੇ ਜਾਣਦੇ ਹੋ? ਤੁਸੀਂ ਫ੍ਰੈਂਚ ਰੈਵੋਲੂਸ਼ਨ ਬਾਰੇ ਪੜ੍ਹਿਆ? ਮੇਰਾ ਇਹ ਮੰਨਣਾ ਹੈ ਕਿ ਜਿਹੜੀ ਫ੍ਰੈਂਚ ਰੈਵੋਲੂਸ਼ਨ ਹੈ, ਹਰ ਇਨਸਾਨ ਨੂੰ ਕਿਤੇ ਨਾ ਕਿਤੇ ਉਹਦੇ ਬਾਰੇ ਪੜ੍ਹਨਾ ਚਾਹੀਦਾ। ਆਪਾਂ ਅੱਜ 2022 ਦੇ ਅੰਦਰ ਆਪਾਂ ਇਹ ਸੋਚ ਕੇ ਵੀ ਜੀ ਸਕਦੇ ਹਾਂ ਕਿ ਆਪਾਂ ਫ੍ਰੈਂਚ ਰੈਵੋਲੂਸ਼ਨ ਦੇ 1 ਸਾਲ ਦੇ ਅੰਦਰ ਜੀ ਰਹੇ ਹਾਂ। ਪਿਛਲੇ 300 ਸਾਲਾਂ ਤੋਂ ਰੈਵੋਲੂਸ਼ਨ ਹਜੇ ਤੱਕ ਚੱਲ ਰਹੀ ਹੈ। ਇੱਕ ਸੋਚ ਕਿ ਇੱਕ ਇਨਸਾਨ ਦੇ ਕੋਲੇ ਤਾਕਤ ਹੈ ਤੇ ਉਹ ਕਿਸੇ ਰਾਜੇ ਕੋਲ ਨਹੀਂ, ਉਹ ਮੇਰੇ ਕੋਲੇ ਹੈ ਤੇ ਸਾਡੇ ਪੂਰੇ ਸਮਾਜ ਕੋਲ ਇੱਕ ਤਾਕਤ ਹੈ। ਭਗਵੰਤ ਮਾਨ ਜੀ ਕੋਲ ਬੜੀ ਤਾਕਤ ਮਹਿਸੂਸ ਹੁੰਦੀ ਹੈ, ਪਹਿਲਾਂ ਕੈਪਟਨ ਸਾਹਿਬ ਕੋਲ ਹੁੰਦੀ ਸੀ, ਚੰਨੀ ਸਾਹਿਬ ਕੋਲ ਮਹਿਸੂਸ ਹੁੰਦੀ ਸੀ। ਉਹ ਤਾਕਤ ਕਿੱਥੋਂ ਆਉਂਦੀ? ਉਹ ਸਾਡੀ ਤਾਕਤ ਹੈ, ਜਿਹੜੀ ਅਸੀਂ ਵੋਟ ਦੇ ਰਾਹੀਂ ਜਾਂ ਟੈਕਸ ਦੇ ਰਾਹੀਂ ਉਹਨਾਂ ਤੱਕ ਸੌਂਪਦੇ ਹਾਂ, ਤੇ ਉਹ ਉਸ ਤਾਕਤ ਨੂੰ ਆਪਣੇ ਹੱਥ 'ਚ ਫੜ ਕੇ ਆਪਣੀ ਗੱਡੀ 'ਚ ਘੁੰਮਦੇ ਰਹਿੰਦੇ ਨੇ। ਇਸ ਗੱਲ ਨੂੰ ਆਪਾਂ ਸਮਝੀਏ ਕਿ ਉਹ ਤਾਕਤ ਆਪਾਂ ਵੰਡ ਕੇ ਉਹਨਾਂ ਨੂੰ ਦਿੱਤੀ। ਉਸ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਉਹ ਤਾਕਤ ਮੇਰੇ ਕੋਲ ਹੈ, ਉਹ ਮੇਰੀ ਤਾਕਤ ਹੈ, ਜਿਸ ਨੂੰ ਆਪਾਂ ਸੋਵਰਨਿਟੀ ਤਾਕਤ ਕਹਿੰਦੇ ਹਾਂ। ਹਰ ਆਦਮੀ ਆਪਣੇ ਆਪ 'ਚ ਪੂਰੀ ਤਰ੍ਹਾਂ ਆਜ਼ਾਦ ਹੈ। ਉਹ ਇੱਕ ਸੰਵਿਧਾਨ ਦੇ ਅਨੁਸਾਰ ਆਪਣੀ ਇੱਕ ਤਾਕਤ ਦਾ ਛੋਟਾ ਹਿੱਸਾ ਵੋਟ ਪਾ ਕੇ ਇੱਕ ਵਿਅਕਤੀ ਨੂੰ, ਇੱਕ ਪਾਰਟੀ ਨੂੰ ਦੇ ਰਿਹਾ ਹੈ ਕੁਛ ਟਾਈਮ ਵਾਸਤੇ। ਉਹ ਆਪਣੇ ਬਨਾਵ ਤੇ ਤੁਸੀਂ ਕੁਝ ਫੈਸਲੇ ਲੈ ਲਓ। ਇਹ ਆਪਣੀ ਸਰਕਾਰ ਚਲਾਉਣ ਦਾ ਸਿਸਟਮ। ਤੇ ਮੈਂ ਇਹ ਸੋਚਦਾ ਕਿ ਇਹ ਜਿਹੜੀ ਤਾਕਤ ਦੀ ਸਮਝ ਹੈ, ਇਹ ਤਾਕਤ ਨੂੰ ਵਰਤਣ ਦੀ ਸਮਝ ਹੈ, ਆਪਣੇ ਹੱਕਾਂ ਦੀ ਲੜਾਈ ਦੀ ਸਮਝ ਹੈ, ਹਜੇ ਇਸ ਦੀ ਹੋਰ ਡੂੰਘਾਈ ਦੇ ਵੱਲ ਆਪਣਾ ਸਮਾਜ ਵੱਧ ਰਿਹਾ ਤੇ ਪਿਛਲੇ 300 ਸਾਲਾਂ ਤੋਂ ਹੌਲੀ ਹੌਲੀ ਵੱਧ ਰਿਹਾ। ਫ੍ਰੈਂਚ ਰੈਵੋਲੂਸ਼ਨ ਆਈ, ਹੋਰ ਦੁਨੀਆ ਦੀ ਰੈਵੋਲੂਸ਼ਨ ਆਈਆਂ, ਵਰਲਡ ਵਾਰਸ ਹੋਈਆਂ। ਉਸ ਤੋਂ ਬਾਅਦ ਕਿੰਨੇ ਦੇਸ਼ਾਂ ਵਿੱਚ ਧਰਮ ਦੇ ਨਾਮ ਤੇ ਨਹੀਂ ਬਲਕਿ ਲੋਕਾਂ ਦੇ ਨਾਮ ਤੇ ਸੰਵਿਧਾਨ ਬਣੇ। ਇਹ ਦੁਨੀਆ ਦੀ ਬਹੁਤ ਵੱਡੀ ਜਿੱਤ ਹੈ। ਆਪਣਾ ਸੰਵਿਧਾਨ ਲੋਕਾਂ ਦੇ ਨਾਮ ਤੇ, ਵੀ ਦ ਪੀਪਲ। ਉਹਦੇ ਸਟਾਰਟਿੰਗ ਕੋਈ ਕਿਸੇ ਰੱਬ ਦਾ ਨਾਮ ਨਹੀਂ ਹੈ। ਉਸ ਤੋਂ ਬਾਅਦ ਆਪਾਂ ਉੱਥੇ ਸੰਵਿਧਾਨ ਦੇ ਵਿਰੁੱਧ ਹੱਕਾਂ ਦੀ ਗੱਲ ਕਰਦੇ ਹਾਂ। ਹਰ ਇਨਸਾਨ ਦੇ ਹੱਕ ਸੰਵਿਧਾਨ ਦੇ ਵਿਰੁੱਧ ਖੜੇ ਨੇ। ਸੰਵਿਧਾਨ ਵੀ ਉਹਨਾਂ ਤੋਂ, ਇਨਸਾਨ ਤੋਂ ਹੱਕ ਨਹੀਂ ਲੈ ਸਕਦਾ, ਕੋਈ ਸਰਕਾਰ ਵੀ ਉਹ ਤੋਂ ਹੱਕ ਨਹੀਂ ਲੈ ਸਕਦੀ। ਫਿਰ ਆਪਾਂ ਉਹਦੀ ਪ੍ਰੈਕਟਿਸ ਤੇ ਆਉਂਦੇ ਹਾਂ। ਆਪਾਂ ਕਹਿੰਦੇ ਹਾਂ ਕਿ ਸਮਾਜ ਦੇ ਗਰੀਬ ਤੇ ਗਰੀਬ ਤਬਕੇ ਨੂੰ ਸਬਸਿਡੀਆਂ ਮਿਲਣ, ਸਪੋਰਟ ਮਿਲੇ, ਨੌਕਰੀਆਂ ਮਿਲਣ, ਉਹਨਾਂ ਦੇ ਹੱਕ ਮਿਲਣ। ਉਸ ਤੋਂ ਬਾਅਦ ਆਪਾਂ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਆਪਾਂ ਜ਼ਿਆਦਾ ਆਮ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਆਮ ਲੋਕਾਂ ਦੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਉਹ ਕਿਸੇ ਵੀ ਪਾਰਟੀ ਦੇ ਹੋਣ, ਹਰ ਬੰਦਾ ਆਮ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਂ ਉਹ ਇੱਕ ਪ੍ਰੋਸੈਸ ਚੱਲ ਰਿਹਾ ਡੈਮੋਕ੍ਰੇਸੀ ਦਾ, ਜਿੱਥੇ ਲੋਕਾਂ ਦੀ ਤਾਕਤ ਲੋਕਾਂ ਕੋਲੇ ਵਾਪਸ ਪਹੁੰਚ ਰਹੀ ਹੈ ਤੇ ਲੋਕ ਆਪਣੀ ਸੱਚਾਈ ਦੀ ਤਾਕਤ ਨੂੰ ਸਮਝ ਪਾ ਰਹੇ ਨੇ, ਜਿਹੜੀ ਪਹਿਲੇ ਬੜੇ ਆਸਾਨੀ ਨਾਲ ਕੋਈ ਰਾਜਾ ਲੈ ਕੇ ਬਹਿ ਜਾਂਦਾ ਸੀਗਾ। ਤੇ ਮੈਂ ਸਮਾਜ ਨੂੰ ਉਸ ਸਫ਼ਰ ਦੇ ਵਿੱਚੋਂ ਨਿਕਲਦੇ ਦੇਖਦਾ। ਸਾਨੂੰ ਇਹ ਵੀ ਤੈਅ ਕਰਨਾ ਪਊਗਾ ਕਿ ਜਿਹਨੂੰ ਵਿਕਾਸ ਆਖਿਆ ਜਾ ਰਿਹਾ ਉਹ ਵਿਕਾਸ ਹੈ ਕਿ ਨਹੀਂ, ਕਿਉਂਕਿ ਅਸੀਂ ਗ੍ਰੀਨ ਰੈਵੋਲੂਸ਼ਨ ਦੇ ਨਾਂ ਤੇ ਇੱਕ ਇਨਕਲਾਬ ਹੰਢਾ ਚੁੱਕੇ ਹਾਂ। ਤਾਂ ਜਿਹੜਾ ਪੋਸਟ ਗ੍ਰੀਨ ਰੈਵੋਲੂਸ਼ਨ ਹੋਇਆ ਉਹ ਸ਼ਾਇਦ ਮੈਨੂੰ ਲੱਗਦਾ ਸਭ ਤੋਂ ਵੱਧ ਪੰਜਾਬ ਨੂੰ ਪਤਾ ਹੈ, ਪੰਜਾਬ ਦੀ ਮਾਲਵਾ ਬੈਲਟ ਨੂੰ ਪਤਾ। ਜਦੋਂ ਅਸੀਂ ਹਸਪਤਾਲਾਂ ਤੇ ਸਕੂਲਾਂ ਕਾਲਜਾਂ, ਸਰਕਾਰੀ ਸਕੂਲਾਂ ਕਾਲਜਾਂ ਦੇ ਜਿਹੜਾ ਨਿਗਾਰ ਵੇਖਦੇ ਹਾਂ ਤੇ ਸਾਨੂੰ ਪਤਾ ਹੈ ਕਿ ਉੱਥੇ ਪ੍ਰਾਈਵੇਟ ਪਲੇਅਰ ਹੈ ਜਿਹੜਾ ਉਹ ਕਿੰਨੇ ਅਜੀਬ ਤਰੀਕੇ ਦੇ ਨਾਲ ਖੇਡ ਰਿਹਾ। ਬਿਰਧ ਆਸ਼ਰਮ ਜਾਂ ਰਿਹੈਬਲੀਟੇਸ਼ਨ ਸੈਂਟਰ ਹੈ, ਉਹ ਸਾਡੇ ਸਮਾਜਿਕ ਤਾਣੇ ਬਾਣੇ ਤੇ ਇੱਕ ਚੋਟ ਕਰ ਰਹੇ ਨੇ। ਤੇ ਜਦੋਂ ਅਸੀਂ ਕੋਈ ਜਿਹੜੀ ਰਾਜਨੀਤਿਕ ਪਾਰਟੀ ਹੈ ਉਹ ਇਹ ਆਖਦੀ ਹੈ ਕਿ ਅਸੀਂ ਆਇਲਸ ਫ੍ਰੀ ਕਰਾਵਾਂਗੇ, ਤਾਂ ਸਾਨੂੰ ਇਹ ਪਤਾ ਲੱਗਦਾ ਕਿ ਉਹ ਉਚੇਰੀ ਸਿੱਖਿਆ ਦੇ ਲਈ
ਕਿੰਨਾ ਕੁ ਦੂਰ ਅੰਦੇਸ਼ੀ ਜਿਹੜਾ ਹੈਗਾ ਸੋਚ ਰੱਖਦੇ ਨੇ, ਜਾਂ ਪੰਜਾਬ ਦੀ ਪੂੰਜੀ ਦੇ ਲਈ ਕੀ ਸੋਚਦੇ ਨੇ। ਜੇ ਅਸੀਂ ਆਧੁਨਿਕ ਜੇਲ੍ਹਾਂ ਨੂੰ, ਅਤੀ ਆਧੁਨਿਕ ਜੇਲ੍ਹਾਂ ਨੂੰ ਵਿਕਾਸ ਆਖਣ ਲੱਗ ਜਾਗੇ, ਤਾਂ ਮੈਨੂੰ ਲੱਗਦਾ ਵੀ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਹੜਾ ਵਿਕਾਸ ਗਿਣਿਆ ਜਾ ਰਿਹਾ, ਉਹਦੀ ਪਰਿਭਾਸ਼ਾ ਕੌਣ ਤੈਅ ਕਰ ਰਿਹਾ, ਤੇ ਉਹਨੂੰ ਵਿਕਾਸ ਵਜੋਂ ਵੇਖਣ ਸਾਨੂੰ ਕਿਉਂ ਲਾਇਆ ਜਾਂਦਾ ਹੈ। ਮੇਰੇ ਵਾਸਤੇ ਰਾਜਨੀਤੀ ਦੀ ਪਰਿਭਾਸ਼ਾ ਵਿਕਾਸ ਸੀ, ਤੇ ਮੈਂ ਸੋਚ ਕੇ ਪੰਜਾਬ ਆਇਆ ਸੀ। ਮੈਂ ਸੋਚਦਾ ਸੀਗਾ ਕਿ ਰਾਜਨੀਤੀ ਦਾ ਹੋਰ ਕੀ ਮਕਸਦ ਹੋਏਗਾ ਜੇ ਵਿਕਾਸ ਨਹੀਂ। ਤੇ ਜੇ ਮੈਂ ਹੋਰ ਡੂੰਘਾ ਬੈਠ ਕੇ ਨੂੰ ਸੋਚਾਂ, ਤੇ ਰਾਜਨੀਤੀ ਕਰਨ ਦਾ, ਜੇ ਰਾਜਨੀਤੀ ਦੇ ਹੋਣ ਦਾ ਕੋਈ ਹੋਰ ਮਕਸਦ ਹੀ ਨਹੀਂ ਹੋ ਸਕਦਾ। ਪਰ ਪਹਿਲਾਂ ਆਪਾਂ ਸਮਝੀਏ ਕਿ ਵਿਕਾਸ ਦਾ ਮਕਸਦ ਕੀ ਹੈ। ਮੇਰੇ ਹਿਸਾਬ ਨਾਲ ਵਿਕਾਸ ਦਾ ਮਕਸਦ ਪਹਿਲਾਂ ਤਾਂ ਇਹ ਹੈ ਕਿ ਇਨਸਾਨ ਦੀ ਜਿਹੜੀ ਆਪਾਂ ਸੋਵਰਨਿਟੀ ਦੀ ਗੱਲ ਕੀਤੀ, ਇਨਸਾਨ ਦੀ ਆਪਦੀ ਆਜ਼ਾਦੀ ਦੀ ਗੱਲ ਕੀਤੀ, ਤੇ ਉਸਦੇ ਹੁਨਰ ਨੂੰ ਮੌਕੇ ਦੇਣ ਦੀ ਗੱਲ ਕੀਤੀ ਕਿ ਇੱਕ ਵਿਅਕਤੀ, ਕੋਈ ਵੀ ਸਮਾਜ 'ਚ ਰਹਿਣ ਵਾਲਾ ਵਿਅਕਤੀ ਆਪਣੇ ਜੀਵਨ ਨੂੰ ਪੂਰੀ ਖੁਸ਼ਹਾਲੀ ਦੇ ਨਾਲ, ਆਪਣੇ ਹੁਨਰ ਨੂੰ ਪੂਰਾ ਨਿਖਾਰਦੇ ਹੋਏ, ਆਪਦੇ ਐਜੂਕੇਸ਼ਨ, ਹੈਲਥ ਕੇਅਰ, ਰੋਜ਼ਗਾਰ, ਇਹ ਸਭ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਇੱਕ ਅੱਛੀ ਜ਼ਿੰਦਗੀ ਬਤੀਤ ਕਰ ਪਾਏ, ਕੋਈ ਇੱਕ ਅੱਛਾ ਸਮਾਜ ਹੈ, ਉਸਨੂੰ ਆਪਾਂ ਵਿਕਾਸ ਮੰਨ ਸਕਦੇ ਹਾਂ। ਪਰ ਉਸਨੂੰ ਕਰਨ ਵਾਸਤੇ ਸਰਕਾਰ ਆਪਣੇ ਪੈਸੇ ਦਾ ਕੀ ਕਰੇ, ਸਰਕਾਰ ਕਿਸ ਤਰ੍ਹਾਂ ਦੀ ਨੀਤੀਆਂ ਬਣਾਵੇ। ਮੈਂ ਤੁਹਾਨੂੰ ਨਾ ਕੁਝ ਚੀਜ਼ਾਂ ਵੱਲ ਧਿਆਨ ਦਿਵਾਉਣਾ ਚਾਹੁੰਦਾ, ਤੇ ਮੈਨੂੰ ਲੱਗਦਾ ਹੈ ਕਿ ਇਹ ਡਿਸਕਸ਼ਨ ਬੜੀ ਇੱਕ ਚੰਗਾ ਮੌਕਾ ਹੈ ਕਿ ਮੈਂ ਇਹ ਚੀਜ਼ਾਂ ਵੱਲ ਥੋੜਾ ਧਿਆਨ ਲੈ ਕੇ ਜਾਵਾਂ। ਆਪਾਂ ਗ੍ਰੀਨ ਰੈਵੋਲੂਸ਼ਨ ਦੀ ਗੱਲ ਕਰਦੇ ਹਾਂ। ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਜਿਹੜੇ ਪੰਜਾਬ ਦੇ ਪਾਣੀਆਂ ਨਾਲ ਜੋ ਹੋਇਆ, ਜਾਂ ਪੰਜਾਬ ਦੀ ਕਿਸਾਨੀ ਨਾਲ ਜੋ ਹੋਇਆ, ਜਾਂ ਪੰਜਾਬ ਦੇ ਕਿਸਾਨ ਨਾਲ ਜੋ ਹੋ ਰਿਹਾ, ਜਾਂ ਪਿਛਲੇ 25 ਸਾਲਾਂ ਤੋਂ ਕਿਸਾਨ ਪੰਜਾਬ ਦਾ ਜਿਵੇਂ ਵੈਂਟੀਲੇਟਰ ਬੈੱਡ ਤੇ ਪਿਆ, ਤੇ ਨਵੀਂ ਸਬਸਿਡੀ ਆਪਾਂ ਨੂੰ ਤਾਂ ਦੇਣੀ ਪੈ ਰਹੀ ਹੈ ਕਿ ਉਹਨੂੰ ਦਵਾਈ ਦੇ ਦਈਏ, ਕਿਉਂਕਿ ਉਸਦੇ ਸੱਚੀ ਇਲਾਜ ਦੀ ਕੋਈ ਗੱਲ ਨਹੀਂ ਕਰ ਰਿਹਾ। ਉਸਨੂੰ ਦੁਬਾਰਾ ਆਪਣੇ ਪੈਰਾਂ ਤੇ ਖੜਾ ਕਿਵੇਂ ਕਰਨਾ, ਉਸਦੀ ਕੋਈ ਗੱਲ ਨਹੀਂ ਕਰ ਰਿਹਾ। ਨਵੀਂ ਤੋਂ ਨਵੀਂ ਦਵਾਈ ਖਾਈ ਜਾ ਰਹੀ ਹੈ ਕਿ ਕਿਸ ਤਰ੍ਹਾਂ ਇੱਕ ਹੋਰ ਸਾਹ ਭਰ ਲਏ। ਉਹੀ ਕਹਿ ਰਹੇ ਹਾਂ ਕਿ ਜਿਹੜੇ ਟੈਂਪਰੇਰੀ ਸੋਲੂਸ਼ਨਸ ਦੀ ਗਲੋਰੀਫਿਕੇਸ਼ਨ ਦੇ ਉੱਤੇ ਜਿਹੜੀ ਸਿਆਸਤ ਕੀਤੀ ਜਾ ਰਹੀ ਹੈ, ਤੇ ਸੋਲੂਸ਼ਨਸ ਨੂੰ, ਜਿਹੜਾ ਪ੍ਰੋਬਲਮਸ ਨੂੰ ਜੜ ਤੋਂ ਨਹੀਂ ਪੜ ਪਾ ਰਹੇ। ਬਿਲਕੁਲ, ਮੈਂ ਤਾਂ ਤੁਹਾਨੂੰ ਇਸ ਤੋਂ ਥੋੜਾ ਜਿਹਾ ਅੱਗੇ ਲੈ ਕੇ ਜਾਣਾ ਚਾਹੂੰਗਾ ਤੇ ਕੁਝ ਚੀਜ਼ਾਂ ਬਾਰੇ ਸੋਚਣ ਨੂੰ ਕਹਾਂਗਾ। ਤੁਸੀਂ ਪੰਜਾਬ ਦਾ ਵਿਧਾਨ ਸਭਾ ਸੈਸ਼ਨ ਲਾਈਵ ਕਰਤਾ, ਤੁਸੀਂ ਹੁਣ ਉਸ ਦੀ ਡੂੰਘਾਈ ਤੇ ਜਾਓ। ਤੁਸੀਂ ਨੋਟਿਸ ਕਰੋਗੇ ਕਿ ਜਿਹੜੀ ਸਰਕਾਰ ਬਣੀ ਹੈ, ਉਸਦੇ ਕਿਸੇ ਮੰਤਰੀ ਨੂੰ ਕੁਝ ਨਹੀਂ ਪਤਾ ਕਿ ਉਹਨਾਂ ਦੇ ਮਹਿਕਮੇ 'ਚ ਕੀ ਹੈ। ਬਜਟ ਨਹੀਂ ਪੇਸ਼ ਕਰ ਪਾਏ, ਗਵਰਨਰ ਬੈਠ ਕੇ ਡਿਬੇਟ ਕਰਨ ਦੀ ਉਹ ਨਹੀਂ ਸੀਗੀ। ਆਹੀ ਚੱਲਦਾ ਰਿਹਾ ਕਿ ਭਗਤ ਸਿੰਘ ਜੀ 27 ਸਤੰਬਰ ਨੂੰ ਜਨਮ ਹੋਇਆ ਸੀ, 28 ਸਤੰਬਰ ਨੂੰ। ਮੈਨੂੰ ਭਗਤ ਸਿੰਘ ਦੇ ਬਾਰੇ ਵੀ ਤੁਸੀਂ ਬਹੁਤ ਡਿਟੇਲ ਵਿੱਚ ਜਾ ਸਕਦੇ ਹੋ, ਸ਼ਾਇਦ ਉਹ ਜਾਣਨ ਦੀ ਵੀ ਕੈਪੈਸਿਟੀ ਨਹੀਂ ਹੈ ਉਹਨਾਂ ਦੀ, ਪਰ ਮੈਂ ਥੋੜਾ ਹੋਰ ਡੂੰਘਾ ਲੈ ਕੇ ਜਾਣਾ ਚਾਹੂੰਗਾ। ਪਿਛਲੇ 15 ਸਾਲਾਂ ਤੋਂ ਪੰਜਾਬ ਦੀ ਵਿਧਾਨ ਸਭਾ 'ਚ ਕਿਹੜਾ ਕਾਨੂੰਨ ਡਿਬੇਟ ਹੋਇਆ? ਤੁਸੀਂ ਵਿਧਾਨ ਸਭਾ ਦੇ ਰਿਕਾਰਡ ਚੁੱਕੋ ਤੇ ਦੇਖੋ ਕਿ ਕਿਹੜੇ ਕਾਨੂੰਨ ਵਿੱਚ ਅਮੈਂਡਮੈਂਟ ਪਾਸ ਹੋਈ ਹੈ। ਕਿਹੜੇ ਐਮਐਲਏ ਨੂੰ ਪਹਿਲਾਂ ਕਾਨੂੰਨ ਦੇ ਬਾਰੇ ਪਤਾ ਸੀ, ਕਿ ਮੰਤਰੀ ਨੂੰ ਵੀ ਪਤਾ ਸੀ ਕਿ ਆਹ ਕਾਨੂੰਨ ਆ ਰਿਹਾ, ਅੱਜ ਕੌਣ ਲਿਖ ਰਿਹਾ ਕਾਨੂੰਨ? ਮੈਨੂੰ ਪੰਜਾਬ ਦੇ 117 ਐਮਐਲਏ 'ਚ ਕੋਈ ਐਮਐਲਏ ਬਣਾਓ ਜਿਹੜਾ ਪਿਛਲੇ 10 ਸਾਲਾਂ 'ਚ ਐਮਐਲਏ ਰਿਹਾ ਹੋਇਆ ਤੇ ਕਿਹਾ ਹੋਇਆ ਕਿ ਮੈਂ ਆਹ ਲਾਈਨ ਲਿਖੀ ਸੀ ਇਸ ਕਾਨੂੰਨ ਦੀ। ਕਿੰਨੇ ਕਾਨੂੰਨ ਆਏ? ਐਮਐਲਏ ਕੀ ਹੈ, ਉਹਨਾਂ ਨੇ ਤਾਂ ਕਾਨੂੰਨ ਬਣਾਉਣੇ, ਤੇ ਫਿਰ ਕਿਹਨੇ ਲਿਖੇ? ਸੋ ਮੈਂ ਇਹ ਗੱਲ ਕਹਿ ਰਿਹਾ ਸੀਗਾ ਕਿ ਪੰਜਾਬ ਦੇ ਕਿਹੜੇ ਐਮਐਲਏ ਨੇ ਪੰਜਾਬ ਦੇ ਕਿਸ ਕਾਨੂੰਨ 'ਚ ਇੱਕ ਲਾਈਨ ਐਡ ਕੀਤੀ ਹੈ, ਤੇ ਜੇ ਨਹੀਂ ਐਡ ਕੀਤੀ, ਜੇ ਕਿਸੇ ਨੇ ਨਹੀਂ ਅਮੈਂਡ ਕੀਤਾ, ਤਾਂ ਫਿਰ ਕੌਣ ਬਣਾ ਰਿਹਾ ਕਾਨੂੰਨ? ਆਪਾਂ ਇਸ ਸਵਾਲ ਦਾ ਜਵਾਬ ਸੱਚੀ ਸੋਚੀਏ, ਅਫਸਰਸ਼ਾਹੀ ਬਣਾ ਰਹੀ ਹੈ? ਤੁਹਾਨੂੰ ਲੱਗਦਾ ਅਫਸਰਸ਼ਾਹੀ ਸੱਚੀ ਬਣਾ ਰਹੀ ਹੈ ਆਪ? ਤੇ ਫਿਰ ਤਾਂ ਉਹੀ ਅਫਸਰ ਨੇ ਜਿਹੜੇ ਹੁਣ ਵੀ ਬਣਾ ਰਹੇ ਨੇ। ਮੈਂ ਕਿਸੇ ਅਫਸਰ ਦਾ ਨਾਮ ਨਹੀਂ ਲੈਣਾ ਚਾਹੂੰਗਾ, ਮੈਂ ਤਾਂ ਇਹਨਾਂ ਨੂੰ ਕਾਫੀ ਅਫਸਰਾਂ ਨੂੰ ਚੰਗੀ ਤਰ੍ਹਾਂ ਜਾਣਦਾ, ਤੇ ਮੈਨੂੰ ਪਤਾ ਕਿ ਕਿਹੜੇ ਅਫਸਰ ਨੇ ਕਿਹੜੇ ਕਾਨੂੰਨ ਬਣਾਏ ਤੇ ਕਿਹੜਾ ਕੰਮ ਕੀਤਾ। ਪਰ ਆਪਾਂ ਉਸ ਤੋਂ ਵੀ ਡੂੰਘੇ ਚਲੇ ਜਾਈਏ ਤੇ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੂੰਗਾ ਕਿ ਸ਼ਾਇਦ ਅਫਸਰ ਵੀ ਨਹੀਂ ਬਣਾ ਰਹੇ, 2-4 ਪ੍ਰਾਈਵੇਟ ਕੰਪਨੀਆਂ ਨੇ, ਸਾਰੇ ਕਾਨੂੰਨ ਉਹੀ ਬਣਾਉਂਦੀਆਂ। ਆਪਾਂ ਇਸ ਸੱਚਾਈ ਵੱਲ ਆਈਏ। ਇੱਕ ਬਹੁਤ ਵੱਡਾ ਸਵਾਲ ਹੈ ਕਿ ਦੇਸ਼ ਦੇ ਅੰਦਰ 3 ਖੇਤੀ ਕਾਨੂੰਨ ਆਏ ਸੀਗੇ, ਉਸ ਖੇਤੀ ਕਾਨੂੰਨ ਦਾ ਨਿਰਮਾਤਾ ਕੌਣ ਹੈ, ਕਿਹਨੇ ਲਿਖਿਆ? ਉਸ ਤੋਂ ਅੱਗੇ ਚਲੇ ਜਾਂਦੇ ਹਾਂ, ਪੰਜਾਬ ਉਸਦੇ 3 ਅਮੈਂਡਮੈਂਟ ਕਾਨੂੰਨ ਲੈ ਕੇ ਆਇਆ ਸੀਗਾ, ਉਹ 3 ਕਿਹਨੇ ਲਿਖੇ ਸੀ? ਸਿੱਧੂ ਸਾਹਿਬ ਨੂੰ ਪਤਾ ਸੀ ਕੀ ਆ ਰਿਹਾ, ਜਸ ਕੈਪਟਨ ਸਾਹਿਬ ਨੂੰ ਪਤਾ ਸੀ ਕੀ ਆਉਣ ਲੱਗਿਆ ਅੱਜ? ਕਿਸੇ ਹੋਰ ਨੇ ਲਿਖੇ ਸੀ? ਕੌਣ ਨੇ ਉਹ ਬੰਦੇ ਜਿਹੜੇ ਲਿਖ ਰਹੇ ਨੇ?
ਤੇ ਹਰ ਸੂਬੇ 'ਚ ਕੌਣ ਲਿਖ ਰਿਹਾ। ਦੇਖੋ ਮੈਂ ਜੋ ਸਮਝ ਪਾ ਰਿਹਾ ਸਮਾਜ ਦੇ ਬਾਰੇ, ਸਾਡੀ ਰਾਜਨੀਤੀ ਦੇ ਬਾਰੇ, ਤਾਂ ਇੱਕ ਲਿਬਰਲ ਐਟਮੋਸਫੇਅਰ ਬਣਾਉਣ ਵਾਸਤੇ ਦਿਖਾਉਂਦੇ ਹੋਏ ਕਿ ਅਸੀਂ ਇੱਕ ਲਿਬਰਲਿਜ਼ਮ ਨੂੰ ਪ੍ਰਮੋਟ ਕਰ ਰਹੇ ਹਾਂ, ਅਸਲ ਵਿੱਚ ਹੈਲੋ, ਅਸਲ ਵਿੱਚ ਕੀ ਹੋ ਰਿਹਾ ਹੈ ਕਿ ਕੁਝ ਪ੍ਰਾਈਵੇਟ ਕੰਪਨੀਆਂ ਇੱਕ ਕਾਰਟਲ ਬਣਾ ਕੇ ਸਾਰੇ ਇਕਨੋਮਿਕ ਸਿਸਟਮ ਨੂੰ ਟੇਕ ਓਵਰ ਕਰਨ ਲੱਗੀਆਂ ਹੋਈਆਂ ਤੇ ਉਹ ਕੁਝ ਪ੍ਰਾਈਵੇਟ ਕੰਪਨੀਆਂ ਕਾਨੂੰਨ ਵੀ ਬਣਾ ਰਹੀਆਂ ਨੇ, ਕਾਨੂੰਨ ਨੂੰ ਲਾਗੂ ਵੀ ਕਰਾ ਰਹੀਆਂ ਨੇ ਤੇ ਰਾਜਨੀਤਿਕ ਪਾਰਟੀਆਂ ਨੂੰ ਪੈਸੇ ਦੇ ਕੇ ਸਪੋਰਟ ਵੀ ਕਰ ਰਹੀਆਂ। ਮੈਂ ਦੋ ਤਿੰਨ ਵੱਡੇ ਸਵਾਲ ਰੱਖਣਾ ਚਾਹੂੰਗਾ। ਆਪਾਂ ਭਗਤ ਸਿੰਘ ਜੀ ਬਾਰੇ ਡਿਬੇਟ ਵੀ ਕਰ ਸਕਦੇ ਹਾਂ ਤੇ ਮੈਂ ਇੱਕ ਦਿਨ ਪੁੱਛਿਆ ਸੀਗਾ ਕਿ ਮੈਂ ਪੁੱਛਣਾ ਚਾਹੂੰਗਾ ਕਿ ਭਗਤ ਸਿੰਘ ਜੀ ਪੀਲੀ ਪੱਗ ਬੰਨਦੇ ਸੀਗੇ, ਇਸ ਗੱਲ ਦਾ ਕੀ ਸਬੂਤ ਹੈ? ਕਿਤੇ ਲਿਖਿਆ, ਕਿਤੇ ਉਹਨਾਂ ਨੇ ਲਿਖਿਆ, ਕਿਤੇ ਉਹਨਾਂ ਦੀ ਕੋਈ ਤਸਵੀਰ ਹੈ ਪੀਲੀ ਪੱਗ ਦੇ ਅੰਦਰ? ਉਹਨਾਂ ਦੀ ਤਾਂ ਸਿਰਫ 4-5 ਤਸਵੀਰਾਂ ਨੇ ਤੇ ਉਹਨਾਂ ਦੋ ਵਾਰੀ ਉਹਨਾਂ ਨੇ ਪੱਗ ਪਾਈ ਹੈ ਤੇ ਦੋਨੋਂ ਵਾਰੀ ਸਫੇਦ ਪੱਗ ਪਾਈ ਹੈ। ਇੱਕ ਵਾਰੀ ਬਾਲ ਖੁੱਲੇ ਨੇ ਤੇ ਬਾਹਰ, ਹਾਂਜੀ, ਹਿਸਟੋਰੀਅਨਸ ਵੀ ਇਸ ਮਤ ਦੇ ਨਾਲ ਨੇ। ਤੇ ਤੁਸੀਂ ਪੂਰੇ ਪੰਗ ਨੂੰ, ਪੰਜਾਬ ਨੂੰ ਪੀਲੀ ਪੱਗ ਪਵਾਤੀ ਇੱਕ ਇਮੋਸ਼ਨ ਦੇ ਉੱਤੇ, ਤੇ ਭਗਤ ਸਿੰਘ ਤਾਂ ਪੀਲੀ ਪੱਗ ਪਾਉਂਦੇ ਨਹੀਂ ਸੀ। ਪਰ ਆਪਾਂ ਇੱਕ ਹੋਰ ਵੱਡੀ ਸੱਚਾਈ ਤੇ ਆਈਏ ਕਿ ਤੁਹਾਡੀਆਂ ਨੀਤੀਆਂ ਕੌਣ ਬਣਾਉਣ ਲੱਗਿਆ? ਕੀ ਤੁਸੀਂ ਆਪ ਨੀਤੀ ਬਣਾਓਗੇ? ਰੇਤੇ ਦੀ ਨੀਤੀ ਕੌਣ ਬਣਾਏਗਾ? ਐਕਸਾਈਜ਼ ਪਾਲਿਸੀ ਕੌਣ ਬਣਾਏਗਾ? ਸ਼ਰਾਬ ਦੀ ਪਾਲਿਸੀ ਕੌਣ ਬਣਾਏਗਾ? ਕਿਉਂਕਿ ਜੇ ਪੰਜਾਬ ਨੂੰ ਪੈਸੇ ਚਾਹੀਦੇ ਨੇ ਤੇ ਸਭ ਤੋਂ ਜ਼ਿਆਦਾ ਪੰਜਾਬ ਦੀ ਆਮਦਨ ਐਕਸਾਈਜ਼ ਤੋਂ ਆ ਸਕਦੀ ਹੈ, ਵੈਟ ਤੋਂ ਆ ਸਕਦੀ ਹੈ, ਸ਼ਰਾਬ ਚਲਾ ਕੇ। ਸ਼ਰਾਬ ਦੀਆਂ ਡਿਸਟਿਲਰੀਆਂ ਸਰਕਾਰੀ ਕਰਕੇ ਆ ਸਕਦੀ ਹੈ, ਉਹਦੇ ਠੇਕੇ ਸਰਕਾਰੀ ਕਰਕੇ ਆ ਸਕਦੀ ਹੈ। ਇਹ ਪੰਜਾਬ ਦੀ ਆਮਦਨ ਦਾ ਸਭ ਤੋਂ ਬੜਾ ਸਰੋਤ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਨੀਤੀ ਕਿਹਨੇ ਬਣਾਣੀ ਹੈ? ਉਹ ਨੀਤੀ ਨਿਰਮਾਤਾ ਕੌਣ ਹੈ? ਕਿ ਹਰਪਾਲ ਚੀਮਾ ਜੀ ਨੀਤੀ ਬਣਾਉਣਗੇ? ਭਗਵੰਤ ਮਾਨ ਜੀ ਲਿਖਣਗੇ? ਭਗਵੰਤ ਮਾਨ ਜੀ ਨੇ ਗੱਲ ਕਹੀ ਸੀਗੀ, ਮੈਨੂੰ ਭੁੱਲਦੀ ਨਹੀਂ, ਉਹਨਾਂ ਨੇ ਕਿਹਾ ਕਿ ਅੱਜ ਇਲੈਕਸ਼ਨ ਦਾ ਰਿਜ਼ਲਟ ਆਇਆ ਤੇ ਅੱਜ ਇੱਕ ਵਰਕਿੰਗ ਡੇ ਹੈ ਤੇ ਮੇਰੇ ਆਸ-ਪਾਸ ਇੰਨੀ ਜਵਾਨੀ ਹੈ ਮੋਟਰਸਾਈਕਲਾਂ ਤੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਅੱਜ ਮੇਰੇ ਆਸ-ਪਾਸ ਘੁੰਮ ਰਹੇ ਨੇ। ਮੈਂ ਚਾਹਨਾ ਕਿ ਇਹ ਕਿਤੇ ਨੌਕਰੀ ਤੇ ਲੱਗੇ ਹੁੰਦੇ। ਜਿਹੜੀਆਂ 25,000 ਨੌਕਰੀਆਂ ਪੱਕੀਆਂ ਕਰਾਉਣ ਵਾਸਤੇ ਤੁਸੀਂ ਗਵਰਨਰ ਨੂੰ ਭੇਜੀਆਂ ਨੇ, 36,000 ਤਾਂ ਸਾਡੀ ਸਰਕਾਰ ਨੇ ਭੇਜੀਆਂ ਸੀਗੀਆਂ। ਉਹ ਜ਼ਿਆਦਾਤਰ ਬੈਕਡੋਰ ਐਂਟਰੀਆਂ ਨੇ, ਉਹਨਾਂ ਤੇ ਰਿਜ਼ਰਵੇਸ਼ਨ ਨਹੀਂ ਲੱਗੀ ਹੋਈ। ਸੁਪਰੀਮ ਕੋਰਟ ਦਾ ਕਹਿਣਾ ਕਿ ਉਹ ਪੱਕੇ ਹੋ ਨਹੀਂ ਸਕਦੇ ਤੇ ਤੁਸੀਂ ਬਣਾ ਕੇ ਫਾਈਲ ਭੇਜਤੀ ਤੇ ਫਾਈਲ ਵਾਪਸ ਆ ਜਾਣੀ। ਕਿ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਦਾ ਮਤਾ ਪਾਸ ਕਰਕੇ ਚੰਡੀਗੜ੍ਹ ਪੰਜਾਬ ਦਾ ਹੋ ਜਾਏਗਾ? ਕਰ ਲਓ, ਦੋ ਚਾਰ ਮਤੇ ਹੋਰ ਪਾਸ ਕਰ ਲੈਣਾ। ਬਹੁਤ ਸਾਰੇ ਜਿਹੜੇ ਐਲਾਨ ਜਾਂ ਭਰਤੀਆਂ ਆਉਂਦੀਆਂ ਨੇ ਉਹਨਾਂ ਦੇ ਵਿੱਚ ਇੰਨੇ ਸਾਰੇ ਲੂਪ ਹੋਲਸ ਜ਼ਰੂਰ ਹੁੰਦੇ ਨੇ ਕਿ ਉਹ ਫਿਰ ਤੋਂ ਉਹਨਾਂ ਦੇ ਹਿੱਤ 'ਚ ਨਹੀਂ ਜਾਂਦੇ ਜਿਨ੍ਹਾਂ ਦੇ ਲਈ ਇਹ ਸਪੋਜ਼ ਕੀਤੇ ਜਾਂਦੇ ਨੇ ਕਿ ਉਹ ਐਡਵਰਟਾਈਜ਼ ਹੋਏ ਨੇ। ਬਿਲਕੁਲ, ਅਤੇ ਤੁਸੀਂ ਦੇਖਣਾ ਉਹਨਾਂ 'ਚ ਕਿੰਨੇ ਸਾਰੇ ਇਹੋ ਜਿਹੇ ਲੂਪ ਹੋਲ ਹੁੰਦੇ ਨੇ, ਬਾਅਦ 'ਚ ਉਹਨਾਂ ਨੂੰ ਕੋਰਟ ਰੋਕ ਲੈਂਦਾ ਹੈ। ਕਿੰਨੇ ਨੌਕਰੀਆਂ ਪੱਕੇ ਕਰਨ ਨੂੰ ਕਹਿੰਦੇ ਆ। ਈਟੀ ਟੀਚਰਾਂ ਦੀ ਕਿੱਡੀ ਵੱਡੀ ਲੜਾਈ ਹੈ, ਕਿੱਡਾ ਵੱਡਾ ਸੰਘਰਸ਼ ਚੱਲ ਰਿਹਾ, ਉਹਨਾਂ ਨੂੰ ਪੱਕੇ ਕਰਨ ਦੀ ਲੜਾਈ ਹੈ। ਤੇ ਮੈਂ ਦੇਖਣਾ ਚਾਹੁੰਦਾ ਕਿ ਉਹ ਪੱਕੇ ਕਿਵੇਂ ਹੁੰਦੇ ਨੇ। ਪੱਕੇ ਹੋਣੇ ਚਾਹੀਦੇ ਨੇ, ਉਹਨਾਂ ਨੂੰ ਪੱਕੇ ਕਰੋ। 1 ਲੱਖ ਸਰਕਾਰੀ ਪੋਸਟਾਂ ਨੇ ਭਰੀਏ, ਪੰਜਾਬ ਦੀ ਜਵਾਨੀ ਬੇਰੋਜ਼ਗਾਰ ਹੈ, ਉਹਨੂੰ ਰੋਜ਼ਗਾਰ ਦੇਈਏ। ਦੇਖੋ ਮੈਂ ਕੀ ਕਹਿ ਰਿਹਾ ਕਿ ਇਹ ਸਾਰੀਆਂ ਚੀਜ਼ਾਂ ਉੱਤੇ ਇਮੋਸ਼ਨਲ ਕਰਕੇ ਲੋਕਾਂ ਨੂੰ ਤੋਰਨਾ ਇੱਕ ਅਲੱਗ ਗੱਲ ਹੈ, ਇਹਨਾਂ ਦੇ ਹੱਲ ਕੱਢਣਾ ਇੱਕ ਬਿਲਕੁਲ ਅਲੱਗ ਗੱਲ ਹੈ। ਪਰ ਲੋਕ ਸਮਝ ਰਹੇ ਨੇ, ਲੋਕ ਉਸ ਰਾਹ ਤੇ ਵੀ ਆਣਗੇ ਤੇ ਉਹ ਮੁਸ਼ਕਿਲਾਂ ਹੱਲ ਲੋਕਾਂ ਨੂੰ ਇੱਕ ਸਿਸਟਮ ਬਣਾ ਕੇ ਹੀ ਕਰਨੀਆਂ ਪੈਣਗੀਆਂ। ਤੇ ਮੇਰੀ ਲੜਾਈ ਉਹ ਮਸਲੇ ਹੱਲ ਕਰਨ ਦੀ ਲੜਾਈ ਹੈ, ਅਸਲੀ ਵਿੱਚ ਉਹ ਚੀਜ਼ਾਂ ਦੇ ਹੱਲ ਲੱਭਣ ਦੀ ਲੜਾਈ ਹੈ। ਕਾਫੀ ਚੀਜ਼ਾਂ ਦੇ ਹੱਲ ਮੈਂ ਜਾਣਦਾ ਹੋਊਂਗਾ ਤੇ ਮੈਂ ਹੱਲ ਕਰਨਾ ਚਾਹੂੰਗਾ, ਕਾਫੀ ਚੀਜ਼ਾਂ ਦੇ ਮੈਂ ਹੱਲ ਨਹੀਂ ਜਾਣਦਾ ਤੇ ਮੈਂ ਖੁਦ ਸਿੱਖਣਾ ਚਾਹੂੰਗਾ ਤੇ ਮੈਂ ਆਪਣੇ ਸਮੇਂ ਨੂੰ ਉਹ ਚੀਜ਼ਾਂ ਦੇ ਹੱਲ ਲੱਭਣ ਵਿੱਚ ਬਤੀਤ ਕਰਨਾ ਚਾਹੂੰਗਾ। ਜਿਹੜੇ ਲੋਕਾਂ 'ਚ ਮਿਲਣਗੇ ਲੋਕਾਂ 'ਚ, ਜਿਹੜੇ ਨੀਤੀਕਾਰਾਂ 'ਚ ਮਿਲਾਂਗੇ ਨੀਤੀਕਾਰਾਂ 'ਚ, ਜਿਹੜੇ ਯੂਨੀਵਰਸਿਟੀਆਂ 'ਚ ਮਿਲਣਗੇ ਯੂਨੀਵਰਸਿਟੀਆਂ ਜਾ ਕੇ। ਤੇ ਮੈਨੂੰ ਲੱਗਦਾ ਕਿ ਪੰਜਾਬ ਵਾਸਤੇ ਉਹ ਇੱਕ ਬਹੁਤ ਜ਼ਰੂਰੀ ਸਫ਼ਰ ਹੈ। ਤੇ ਹਰ ਇੱਕ ਮੈਂ ਹਮੇਸ਼ਾ ਸਮਝਦਾ ਕਿ ਕਿਸੇ ਸਮਾਜ ਦੀ ਗਰੋਥ ਵਾਸਤੇ ਐਜੂਕੇਸ਼ਨ ਤੇ ਕ੍ਰਿਟੀਕਲ ਥਿੰਕਿੰਗ ਬਹੁਤ ਜ਼ਰੂਰੀ ਹੈ। ਕਿ ਆਪਾਂ ਜੋ ਸਾਡੇ ਨਾਲ ਹੋ ਰਿਹਾ ਹੈ, ਪਹਿਲੀ ਗੱਲ ਤਾਂ ਇੱਕ ਪੜ੍ਹਾਈ ਦੀ ਬੁਨਿਆਦ ਹੋਵੇ ਸਮਾਜ ਦੇ ਅੰਦਰ, ਤੇ ਦੂਸਰੀ ਗੱਲ ਹਰ ਚੀਜ਼ ਨੂੰ ਆਪਾਂ ਕ੍ਰਿਟੀਕਲੀ ਸਮਝ ਪਾ ਰਹੇ ਕਿ ਨਹੀਂ ਪਾ ਰਹੇ। ਆਪਾਂ ਸਰਕਾਰ ਕੁਝ ਕਰ ਰਹੀ ਹੈ ਜਾਂ ਸਾਡੇ ਆਸ-ਪਾਸ ਕੁਝ ਹੋ ਰਿਹਾ, ਆਪਦੇ ਦਿਮਾਗ ਨਾਲ ਉਸਨੂੰ ਕਿਸ ਤਰ੍ਹਾਂ ਪੜ੍ਹਦੇ ਹਾਂ ਜਾਂ ਅਸੀਂ ਲਾਈ ਲੱਗ 'ਚ ਲੱਗੇ ਹਾਂ। ਜਿਸ ਤਰ੍ਹਾਂ ਆਪਾਂ ਭਗਤ ਸਿੰਘ ਜੀ, ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਪੱਗ ਦੇ ਬਾਰੇ ਗੱਲ ਕੀਤੀ ਤੇ ਉਹਨਾਂ ਦੀ ਪੱਗ ਚਿੱਟੀ ਸੀ ਤੇ ਆਪਾਂ ਪੂਰੇ ਪੰਜਾਬ ਨੂੰ ਪੀਲੀ ਪਵਾਈ ਹੈ। ਆਪਾਂ ਕੀ ਕਰ ਰਹੇ
ਪਰ 2017 ਤੋਂ 2022 ਦਾ ਇੱਕ 5 ਸਾਲਾਂ ਦਾ ਵਕਫਾ ਹੈ ਤੇ ਜੇ ਆਪਾਂ ਉਧਰੋਂ ਮਾਰਜਨ ਦੀ ਗੱਲ ਕਰੀਏ ਤਾਂ 22 ਤੋਂ ਲੈ ਕੇ 92 70 ਸੀਟਾਂ ਦਾ ਜਿਹੜਾ ਵਾਧਾ ਹੈ, ਇਹ ਜਿਹੜਾ ਗ੍ਰਾਫ ਹੈ ਜਿਹਨੂੰ ਆਪਾਂ ਡੀਕੋਡ ਕਰਨਾ ਹੋਵੇ ਤਾਂ ਇਹ ਕੋਈ ਨਾ ਕੋਈ ਵੈਕਿਊਮ ਤਾਂ ਹੈ ਹੀ ਸੀ ਨਾ, ਜਿਹੜਾ ਉਹਨਾਂ ਨੂੰ ਰਾਸ ਆ ਜਾਂਦਾ ਹੈ ਜਿਹੜੀ ਪਾਰਟੀ ਹੁਣ ਵਿਰੋਧੀ ਧਿਰ ਤੋਂ ਸੱਤਾਧਾਰੀ ਧਿਰ ਬਣ ਜਾਂਦੀ ਹੈ। ਬਿਲਕੁਲ, ਦੇਖੋ ਜੀ, ਮੇਰੇ ਵਰਗੇ ਬੰਦੇ ਦਾ ਤਾਂ ਦਿਮਾਗ ਹੀ ਫਟ ਗਿਆ ਇਹ ਲੜਾਈ ਲੜਦੇ ਲੜਦੇ ਕਿ ਕੀ ਗਲਤ ਕੀਤਾ ਤੇ ਉਹਨੂੰ ਕਿਵੇਂ ਠੀਕ ਕਰਨਾ। ਤਾਂ ਤੁਸੀਂ ਯਕੀਨ ਨਹੀਂ ਮੰਨੋਗੇ ਮੈਂ ਕਿੰਨੇ ਦਿਨ ਕਿੰਨੇ ਮਹੀਨੇ ਦਿਨ ਰਾਤ ਕੰਮ ਕੀਤਾ ਇਹ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਸਮਝਣ ਵਾਸਤੇ ਤੇ ਉਹਨਾਂ ਦੀ ਲੜਾਈ ਲੜਨ ਵਾਸਤੇ। ਮਾਫੀਆ ਦੇ ਖਿਲਾਫ, ਮਾਫੀਆ ਦੇ ਨਾਲ ਜੁੜੇ ਵੈਸਟ ਇੰਟਰਸਟ ਦੇ ਖਿਲਾਫ, ਉਹਨਾਂ ਅੰਦਰ ਕੈਪਟਨ ਸਾਹਿਬ ਕਿੰਨੀਆਂ ਚੀਜ਼ਾਂ ਨਹੀਂ ਕਰਨਾ ਚਾਹੁੰਦੇ ਸੀਗੇ, ਫਿਰ ਕੈਪਟਨ ਸਾਹਿਬ ਦੇ ਖਿਲਾਫ ਤੁਸੀਂ ਦੇਖਿਆ ਸੀ ਕਿਸ ਤਰ੍ਹਾਂ ਲੜਾਈ ਲੜੀ। ਆਪਦੀ ਪਾਰਟੀ ਅੰਦਰ ਲੜਾਈ ਲੜਨੀ ਕਿੰਨੀ ਮੁਸ਼ਕਿਲ ਹੁੰਦੀ ਹੈ, ਬਹੁਤ ਦੇਰ ਲੜਾਈ ਚੱਲੀ। ਮੇਰੇ ਵਾਸਤੇ ਪਰਸਨਲੀ ਇਹ ਇੱਕ ਬਹੁਤ ਬੜਾ ਸਿੱਖਣ ਦਾ ਦੌਰ ਸੀਗਾ। ਮੈਨੂੰ ਲੱਗਦਾ ਸੀ ਕਿ ਯਾਰ ਮੈਂ ਇਹ ਸਾਰੀਆਂ ਚੀਜ਼ਾਂ ਨੂੰ ਸਮਝਣ ਦਾ ਮੈਨੂੰ ਮੌਕਾ ਮਿਲ ਰਿਹਾ, ਮੈਂ ਇਹਨਾਂ ਨੂੰ ਸਮਝਾਂ। ਤੇ ਉਹ ਜਿਹੜਾ ਤੁਸੀਂ ਵਕਤ ਕਹਿ ਰਹੇ ਹੋ, ਇੱਕ ਆਮ ਪੰਜਾਬੀ ਵਾਂਗ ਮੈਂ ਵੀ ਉਹ ਵਕਤ ਉਹ ਪੰਜਾਬ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ, ਉਹ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਦੇ ਹੱਲ ਕੱਢਣ 'ਚ ਬਤੀਤ ਕੀਤਾ। ਵੈਕਿਊਮ ਤਾਂ ਬਹੁਤ ਵੱਡਾ ਹੈ, 70 ਸੀਟਾਂ ਤੋਂ ਵੀ ਵੱਡਾ ਵੈਕਿਊਮ ਹੈ, ਪੰਜਾਬ ਦੀਆਂ ਮੁਸ਼ਕਲਾਂ ਦਾ ਵੈਕਿਊਮ ਹੈ। ਲੋਕਾਂ ਨੇ ਇਸ ਵਾਰ ਭਰੋਸਾ ਜਤਾਇਆ ਹੈ ਕਿ ਆਮ ਆਦਮੀ ਪਾਰਟੀ ਇਹ ਮੁਸ਼ਕਲਾਂ ਦਾ ਹੱਲ ਕਰੇਗੀ ਤੇ ਆਪਾਂ ਉਮੀਦ ਕਰਦੇ ਹਾਂ ਕਿ ਉਹ 5% ਤਾਂ ਕਰਨ, ਫਿਰ ਆਪਾਂ ਅੱਗੇ ਚੱਲਦੇ ਹਾਂ, ਕਿਉਂਕਿ ਵੈਕਿਊਮ ਫਿਰ ਵੀ ਉਵੇਂ ਰਹਿਣਾ। ਲੋਕਾਂ ਨੇ ਪਿਛਲੀ ਵਾਰੀ 78 ਸੀਟਾਂ ਕਾਂਗਰਸ ਨੂੰ ਦਿੱਤੀਆਂ ਸੀਗੀਆਂ, 80 ਸੀਟਾਂ ਸਾਡੇ ਕੋਲ ਆ ਗਈਆਂ ਸੀਗੀਆਂ ਤੇ ਉਹ 80 ਸੀਟਾਂ ਤੋਂ ਬਾਅਦ ਕੀ ਹੋਇਆ ਤੁਹਾਨੂੰ ਪਤਾ, ਤੇ ਇਸ ਵਾਰੀ 92 ਤੋਂ ਬਾਅਦ ਵੀ ਉਹੀ ਹੋਣਾ ਜੇ ਕੰਮ ਨਾ ਹੋਇਆ। ਬਿਲਕੁਲ, ਕਿਉਂਕਿ ਇੱਕ ਅਲਾਰਮਿੰਗ ਮੈਂਡੇਟ ਹੈ। ਅਲਾਰਮਿੰਗ ਇਕੱਲੀ ਆਮ ਆਦਮੀ ਪਾਰਟੀ ਲਈ ਤਾਂ ਹੈ ਹੀ, ਕਿਉਂਕਿ ਉਮੀਦਾਂ ਦਾ ਇੱਕ ਵਜ਼ਨ ਵੀ ਹੁੰਦਾ ਤੇ ਦੂਜੀਆਂ ਪਾਰਟੀਆਂ ਦੇ ਲਈ ਵੀ ਕਿ ਉਹ ਆਪਦੇ ਜਿਹੜਾ ਵਰਕਰ ਦਾ ਜਿਹੜਾ ਵਿਸ਼ਵਾਸ ਹੈ ਉਹ ਕਿਸ ਤਰ੍ਹਾਂ ਖੁੱਸ ਗਿਆ, ਉਹ ਕੋਈ ਇੱਕ ਦਿਨ ਰਾਤ ਹੋਣ ਵਾਲੀ ਗੱਲ ਤੇ ਹੈ ਨਹੀਂ। ਕੀ ਤੁਹਾਨੂੰ ਲੱਗਦਾ ਹੈ ਕਿ ਦੂਜੀਆਂ ਪਾਰਟੀਆਂ ਨੇ ਇੱਕ ਵਾਜਿਬ ਜਾਂ ਲੋੜੀਂਦਾ ਚਿੰਤਨ ਮੰਥਨ ਇਸ ਗੱਲ ਤੇ ਕਰ ਲਿਆ ਕਿ ਇਹ ਜਿਹੜਾ ਸਾਰਾ ਵਾਪਰਿਆ ਇਹਨੂੰ ਦੇਖਿਆ ਹੋਊਗਾ? ਮੈਨੂੰ ਲੱਗਦਾ ਕਿ ਬਹੁਤ ਤਰੀਕੇ ਬਹੁਤ ਚੀਜ਼ਾਂ ਦਾ ਸਮਝ ਆਉਣ ਲੱਗ ਗਈਆਂ ਸੀ, ਘੱਟ ਤੋਂ ਘੱਟ ਮੈਨੂੰ ਤਾਂ ਸਮਝ ਆਉਣ ਲੱਗ ਗਈਆਂ ਸੀ ਕਾਫੀ ਟਾਈਮ ਪਹਿਲਾਂ। 2020 ਚ ਪੰਜਾਬ ਦੇ ਅੰਦਰ ਬਦਲਾਵ ਦੀ ਇੱਕ ਲਹਿਰ ਹੈ, ਲੋਕਾਂ ਨੂੰ ਸਮਝ ਆਉਣ ਲੱਗ ਗਈ ਸੀ, ਉਸਦੇ ਅਸਲ ਕਾਰਨ ਵੀ ਸਮਝ ਆਉਣ ਲੱਗ ਗਏ ਸੀ। ਆਪਾਂ ਬੇਅਦਬੀ ਦੀ ਗੱਲ ਕਰਦੇ ਹਾਂ, ਆਪਾਂ ਨਸ਼ਿਆਂ ਦੀ ਗੱਲ ਕਰਦੇ ਹਾਂ, ਆਪਾਂ ਮਾਫੀਆ ਰਾਜ ਦੀ ਗੱਲ ਕਰਦੇ ਹਾਂ। ਇਹ ਇੱਕ ਵੱਡੇ ਕਹਿਣ ਵਾਲੇ ਕਾਰਨ ਰਹੇ। ਇਹਦੇ ਨੀਚੇ ਪੰਜਾਬ ਜਿਹੜੀ ਖੇਤੀ ਦਾ ਵੱਡਾ ਕ੍ਰਾਈਸਿਸ ਚੱਲ ਰਿਹਾ ਹੈ, ਬੇਰੋਜ਼ਗਾਰੀ ਦਾ ਕ੍ਰਾਈਸਿਸ ਚੱਲ ਰਿਹਾ, ਮਹਿੰਗਾਈ ਦਾ ਚੱਲ ਰਿਹਾ, ਉਹਦੇ ਨੀਚੇ ਚੱਲ ਰਿਹਾ। ਸੋ ਇੱਕ ਨਦੀ ਵਹਿ ਰਹੀ ਹੈ ਮੁਸ਼ਕਿਲਾਂ ਦੀ, ਇਹ ਦਿਖਣ ਲੱਗ ਗਿਆ ਸੀ ਤੇ ਲੋਕ ਪਰੇਸ਼ਾਨ ਨੇ, ਲੋਕ ਬੇਹਾਲ ਨੇ, ਇਹ ਸਭ ਮਹਿਸੂਸ ਹੋ ਰਿਹਾ ਸੀ। ਤੇ ਜਿਸ ਦਾ ਜਿੰਨੀ ਜੋਗੇ ਸੀਗੇ, ਜਿੰਨਾ ਕੋਸ਼ਿਸ਼ ਕਰ ਪਾਏ, ਉਹ ਮੁਸ਼ਕਿਲ ਨੂੰ ਸਮਝਣ ਦੀ, ਹੱਲ ਕੱਢਣ ਦੀ ਕੋਸ਼ਿਸ਼ ਕੀਤੀ। ਮੈਂ ਤਾਂ ਜੇ ਮੈਂ ਤੁਸੀਂ ਲੋਕਾਂ ਨੂੰ ਜਾ ਕੇ ਕਿਹਾ ਵੀ ਇਲੈਕਸ਼ਨ ਲੜਨ ਦੇ ਪਿੱਛੇ ਇੱਕ ਵੱਡਾ ਕਾਰਨ ਇਹ ਸੀਗਾ ਕਿ ਇਹ ਸਮਝਣ ਆਉਣ ਲੱਗ ਗਿਆ ਸੀ ਕਿ ਲੋਕਾਂ ਦੀ ਤਾਕਤ ਆਪਣੇ ਹੱਥ 'ਚ ਲਏ ਤੋਂ ਬਿਨਾਂ ਇਹ ਮੁਸ਼ਕਿਲਾਂ ਦੀ ਲੜਾਈ ਲੜੀ ਨਹੀਂ ਜਾਣੀ। ਜਿਸ ਵੀ ਲੈਵਲ ਤੇ ਲੜ ਪਾਵਾਂਗੇ, ਲੋਕਾਂ ਦੀ ਤਾਕਤ ਆਪਣੇ ਹੱਥ 'ਚ ਲੈ ਕੇ ਲੜ ਪਾਵਾਂਗੇ ਤੇ ਉਹ ਲੜਾਈ ਲੜਨ ਵਾਸਤੇ ਹੀ ਤਾਕਤ ਲੈਣ ਗਏ ਸੀ। ਜੀ, ਜਦੋਂ ਅਸੀਂ ਡੈਮੋਕ੍ਰੇਸੀ ਦੀ ਸਪਿਰਿਟ ਦੀ ਗੱਲ ਕਰਦੇ ਹਾਂ ਤਾਂ ਅਸੀਂ ਆਖਦੇ ਹਾਂ ਕਿ ਇਹਦੇ ਵਿੱਚ ਜਿਹੜੀ ਲੋਕਾਂ ਦੀ ਆਵਾਜ਼ ਹੈ ਉਹ ਕਾਊਂਟ ਹੁੰਦੀ ਹੈ। ਲੋਕ ਕਈ ਤਰੀਕਿਆਂ ਦੇ ਨਾਲ ਜਿਹੜੀ ਵੌਇਸ ਹੈ ਉਹ ਰੇਜ਼ ਕਰਦੇ ਆ, ਉਹ ਮੁਜ਼ਾਹਰਿਆਂ ਧਰਨਿਆਂ ਦੇ ਵਿੱਚ ਜਾਂਦੇ ਆ ਜਾਂ ਇਲੈਕਟੋਰਲ ਜਿਹੜਾ ਪੋਲਿਟਿਕਸ ਹੈਗਾ ਅਸੀਂ ਵੋਟਾਂ ਪਾਉਂਦੇ ਹਾਂ। ਮੈਨੂੰ ਲੱਗਦਾ ਹੈ ਕਿ ਜਦੋਂ ਮੁਜ਼ਾਹਰੇ ਧਰਨੇ ਹੁੰਦੇ ਆ ਜਾਂ ਪ੍ਰੋਟੈਸਟ ਹੁੰਦੇ ਆ, ਉਹਨੂੰ ਮੇਨ ਸਟ੍ਰੀਮ ਪੋਲਿਟਿਕਸ ਜਿਹੜਾ ਹੈਗਾ ਇਸ ਤਰ੍ਹਾਂ ਕੰਸੀਡਰ ਨਹੀਂ ਕਰਦੀ, ਉਹਨੂੰ ਨਜ਼ਰਅੰਦਾਜ਼ ਕਰਨ ਦੇ ਜਿਹੜੇ ਰਾਹ ਉਹਦੇ ਕੋਲ ਹੁੰਦੇ ਨੇ। ਪਰ ਦੂਸਰੇ ਪਾਸੇ ਲੋਕ ਨੇ ਜਿਹੜੇ ਕਿ ਮੇਨ ਸਟ੍ਰੀਮ ਪੋਲਿਟਿਕਸ ਨੂੰ ਨੇਗੇਟ ਨਹੀਂ ਕਰਦੇ। ਈਵਨ ਲੋਕਤੰਤਰ ਦੇ ਸਭ ਤੋਂ ਵੱਡੇ ਜਿਹੜੇ ਤਿਉਹਾਰ ਹੈ ਵੋਟਾਂ ਦੇ ਵਿੱਚ, ਉਹ ਆਪਣਾ ਹਿੱਸਾ ਪਾਉਂਦੇ ਨੇ, ਉਹ ਆਪਦੀ ਤਾਕਤ ਦਾ ਛੋਟਾ ਹਿੱਸਾ ਉਹਨੂੰ ਦਿੰਦੇ ਨੇ। ਕੀ ਆਪਾਂ ਨੂੰ ਇੱਥੇ ਇਉਂ ਨਹੀਂ ਲੱਗ ਰਿਹਾ ਕਿ ਉਹਨਾਂ ਨੂੰ, ਲੋਕਾਂ ਨੂੰ ਸਿਰਫ ਇੱਕ ਵੋਟਰ ਦੀ ਹੈਸੀਅਤ ਦੇ ਨਾਲ, ਇੱਕ ਅਦਰ ਦੀ ਹੈਸੀਅਤ ਦੇ ਨਾਲ ਐਕਸਕਲੂਡ ਕਰਨ ਦੀ ਭਾਵਨਾ ਦੇ ਨਾਲ ਦੇਖਿਆ ਜਾ ਰਿਹਾ, ਉਹਨਾਂ ਦੀ ਤਾਕਤ ਨੂੰ ਘਟਾ ਕੇ ਵੇਖਿਆ ਜਾ ਰਿਹਾ? ਅਸੀਂ ਇਨ ਜਨਰਲ ਗੱਲ ਕਰ ਰਹੇ ਹਾਂ। ਦੇਖੋ,
ਇਹ ਨਾ ਉਹੀ ਚੀਜ਼ ਹੈ ਕਿ ਇੱਕ ਤਾਕਤ ਸਮਾਜ ਦੀ ਇੱਕ ਇਨਸਾਨ 'ਚ ਇਕੱਠੀ ਕੀਤੀ ਗਈ ਹੈ। ਤੁਸੀਂ ਉਸਨੂੰ ਵੋਟਾਂ ਤਾਂ ਹੀ ਇਕੱਠਾ ਕਰ ਲਿਆ ਤੇ ਉਸ ਤੋਂ ਬਾਅਦ ਤੁਸੀਂ ਬਾਕੀ ਚੀਜ਼ਾਂ ਨੂੰ ਦੇਖਣਾ ਬੰਦ ਕਰਤਾ। ਇਹੀ ਚੀਜ਼ ਇਲੈਕਸ਼ਨ ਵਿੱਚ ਵੀ ਹੋ ਰਹੀ ਹੈ। ਤੁਸੀਂ ਬੜੇ ਅੱਛਾ ਸ਼ਬਦ ਯੂਜ਼ ਕੀਤਾ, ਤੁਸੀਂ ਤਿਉਹਾਰ ਵਾਂਗ ਇਲੈਕਸ਼ਨ ਨੂੰ ਸਮਝਿਆ। ਇਲੈਕਸ਼ਨ ਅਸਲ 'ਚ ਇੱਕ ਤਿਉਹਾਰ ਹੀ ਹੈ, ਉਹ ਇੱਕ ਵਿਆਹ ਦਾ ਫੰਕਸ਼ਨ ਹੈ ਤੇ ਸਾਰੇ ਰੌਲਾ ਰੱਪਾ ਪਾਉਣ ਆ ਗਏ ਤੇ ਨੱਚਣ ਗਾਉਣ ਕਰਕੇ ਤੇ ਆਪਣੀਆਂ ਵੋਟਾਂ ਪਵਾ ਕੇ ਤੇ ਪਾ ਗਏ। ਰਾਜਨੀਤੀ ਜਨਵਰੀ ਦਾ ਫਰਵਰੀ ਉਹ ਦੇਖਣ ਵਾਲਾ ਸੀ ਬਸ ਪੂਰੀ ਤਰ੍ਹਾਂ ਬਸ ਦੇ ਨਾਲ। ਅੱਛਾ, ਮੈਂ ਵਿੱਚ ਲੱਗਿਆ ਹੋਇਆ ਸੀ ਤੇ ਮੈਂ ਜ਼ਿਆਦਾ ਨਜ਼ਾਰਾ ਦੇਖ ਨਹੀਂ ਪਾਇਆ ਤੇ ਪਰ ਮੈਨੂੰ ਪਤਾ ਕਿ ਬਹੁਤ ਸ਼ਾਨਦਾਰ ਨਜ਼ਾਰਾ ਹੋਏਗਾ। ਅਸੀਂ ਵੀ ਉਹਦੇ ਵਿੱਚ ਲੱਗੇ ਹੋਏ ਸੀਗੇ, ਸਾਡੀ ਵੀ ਗੱਡੀਆਂ ਚੱਲ ਰਹੀਆਂ ਸੀ ਤੇ ਫੁੱਲ ਸਿੱਟੇ ਆ ਰਹੇ ਸੀਗੇ, ਪਰ ਉਹ ਪੂਰਾ ਇੱਕ ਤਿਉਹਾਰ ਸੀਗਾ। ਅੱਛਾ, ਉਹ ਤਿਉਹਾਰ ਅਸਲ ਵਿੱਚ ਤੁਸੀਂ ਰਾਜਨੀਤਿਕ ਜੀਵਨ ਦੇਖੋ ਪੰਜਾਬ ਦਾ ਤੇ ਉਹ ਤਿਉਹਾਰ ਦਾ ਕਿੰਨਾ ਕੁ ਮਹੱਤਵ ਕੀ ਬਦਲਿਆ ਤੇ ਇੱਕ ਬਦਲਾਵ ਸੱਚੀ ਉਸ ਤਿਉਹਾਰ ਨਾਲ ਹੀ ਆਣਾ। ਅੱਛਾ, ਇੱਕ ਰਾਜਨੀਤਿਕ ਬੰਦੇ ਦੇ ਤੌਰ ਤਰੀਕੇ ਨਾਲ ਵੀ ਦੇਖਦੇ ਹਾਂ ਕਿ ਇਲੈਕਸ਼ਨ ਹੀ ਸਭ ਕੁਝ ਹੈ ਮੇਰੇ ਵਾਸਤੇ। ਟਿਕਟ, ਇਲੈਕਸ਼ਨ, ਅਹੁਦਾ ਖਤਮ, ਆਹੀ ਰਾਜਨੀਤੀ ਹੈ। ਮੈਂ ਰਾਜਨੀਤੀ 'ਚ ਕੀ ਕਰਨਾ ਹੈ, ਮੇਰੀ ਲੜਾਈ ਕਿਹੜੇ ਮਸਲੇ ਨੂੰ ਲੈ ਕੇ ਹੈ, ਮੇਰੀ ਵਿਚਾਰਧਾਰਾ ਕੀ ਹੈ, ਮੈਂ ਆਪਣੀ ਵਿਚਾਰਧਾਰਾ ਨੂੰ ਲੋਕਾਂ ਤੱਕ ਲੈ ਕੇ ਜਾ ਰਿਹਾ ਨਹੀਂ ਲੈ ਕੇ ਜਾ ਰਿਹਾ, ਮੈਂ ਲੋਕਾਂ ਦੀ ਕਿੰਨੀ ਸੁਣ ਰਿਹਾ, ਕੀ ਸਾਡੀ ਵਿਚਾਰਧਾਰਾ ਨਾਲ ਲੋਕ ਜੁੜ ਪਾ ਰਹੇ ਆ। ਅੱਛਾ, ਫਿਰ ਉਸ ਵਿਚਾਰਧਾਰਾ ਉਹ ਸੋਚਣਾ ਆਪਾਂ ਸਮਾਜ ਦੇ ਕਿਹੜੇ ਸੰਘਰਸ਼ ਲੜ ਪਾ ਰਹੇ ਤੇ ਇਲੈਕਸ਼ਨ ਉਹਦੇ ਵਿੱਚ ਇੱਕ ਛੋਟਾ ਹਿੱਸਾ ਹੈ। ਕੱਲਾ ਟਿਕਟ, ਇਲੈਕਸ਼ਨ ਤੇ ਅਹੁਦਾ, ਇਹਦੀ ਲੜਾਈ ਤੇ ਉਧਰੋਂ ਜਿਹੜਾ ਬੰਦੇ ਨੂੰ ਤਾਕਤ ਮਿਲ ਗਈ ਉਸਨੇ ਬਾਕੀ ਸਮਾਜ ਦੇ ਸਾਰੇ ਰਾਜਨੀਤਿਕ ਕੰਮਕਾਰਾਂ ਨੂੰ ਇਗਨੋਰ ਕਰਕੇ, ਧਰਨਿਆਂ ਨੂੰ ਛੱਡ ਕੇ, ਸਭ ਕੁਝ ਛੱਡ ਕੇ ਆਪਦੀ ਤਾਕਤ ਬਟੋਰ ਕੇ ਬਹਿ ਜਾਣਾ ਕਿ ਮੈਂ ਤਾਂ ਰਾਜਾ ਬਣ ਗਿਆ। ਮੈਨੂੰ ਲੱਗਦਾ ਕਿ ਇਹ ਜਿਹੜਾ ਪੂਰਾ ਸਿਸਟਮ ਹੈ ਇਹ ਉਸ ਇਨਇਕੁਆਲਿਟੀ ਨੂੰ ਬੜਾਵਾ ਦੇ ਰਿਹਾ। ਇਹ ਤੇ ਸਾਡੀ ਜਿਹੜੀ ਜਮਹੂਰੀਅਤ ਦੀ ਲੜਾਈ ਹੈ, ਡੈਮੋਕ੍ਰੇਸੀ ਦੀ ਲੜਾਈ ਹੈ, ਉਸ ਦੇ ਵਿਰੁੱਧ ਹੈ। ਇਸ ਕਰਕੇ ਲੋਕ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਕਿ ਲੋਕ ਆਮ ਹੋਣ ਦੀ ਗੱਲ ਕਰਦੇ ਨੇ, ਲੋਕ ਆਮ ਦਿਖਾਵੇ ਦੀ ਗੱਲ ਕਰਦੇ ਨੇ, ਸ਼ਾਇਦ ਅਗਲੀ ਵਾਰੀ ਲੋਕ ਇਸ ਤੋਂ ਇੱਕ ਕਦਮ ਅੱਗੇ ਚੱਲ ਪੈਣ ਤੇ ਲੋਕ ਇਲੈਕਸ਼ਨਾਂ ਤੋਂ ਬਿਨਾਂ ਵੀ ਹੋਰ ਬਹੁਤ ਚੀਜ਼ਾਂ ਨੂੰ ਹੋਰ ਜ਼ਿਆਦਾ ਇੰਪੋਰਟੈਂਸ ਦੇਣ ਲੱਗ ਜਾਣ ਤੇ ਆਈਡੀਓਲੋਜੀ ਅਸਲ ਵਿੱਚ ਕੰਮ ਕਿਹੜੇ ਕਰਨੇ ਨੇ, ਕਿਵੇਂ ਕਰਨੇ ਨੇ, ਮਸਲਿਆਂ ਦੀ ਰਾਜਨੀਤੀ, ਕੈਂਡੀਡੇਟ ਕੌਣ ਨੇ, ਉਹ ਕਿਹੜੇ ਮਸਲੇ ਹੱਲ ਕਰਨਗੇ, ਉਹਨਾਂ ਨੇ ਕਿਹੜੇ ਮਸਲੇ ਹੱਲ ਕੀਤੇ, ਕਿਹੜੀ ਲੜਾਈ ਲੜੀ, ਉਹ ਲੋਕਾਂ 'ਚ ਆਵਾਜ਼ ਆਏਗੀ ਤੇ ਉਹ ਆਵਾਜ਼ ਆਪੇ ਲੈ ਕੇ ਜਾਣੀ ਜੀ। ਤੇ ਮੈਨੂੰ ਲੱਗਦਾ ਅੱਛਾ ਜੀ। ਤੇ ਤੁਸੀਂ ਪੰਜਾਬ ਦੀ ਨੌਜਵਾਨੀ ਦਾ ਜਦੋਂ ਦੇਖਦੇ ਹੋ ਤਾਂ ਉਹਨਾਂ ਦਾ ਨਾਇਕ ਵਿਹੂਣਾ ਹੋਣਾ ਜਾਂ ਹੀਰੋਲੈਸ ਹੋਣਾ ਦੇਖਦੇ ਹੋ, ਕਿਉਂਕਿ ਉਹ 28 ਸਤੰਬਰ ਨੂੰ ਤੇ 23 ਮਾਰਚ ਨੂੰ ਆਖਦੇ ਨੇ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਫਿਰ ਉਹ ਤੁਹਾਡੀ ਰੈਲੀ ਚ ਆਉਂਦੇ ਨੇ, ਉਹਨਾਂ ਨੇ ਕਹਿਤਾ ਹੋਣਾ ਸਮਿਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਹੋਰ ਕੋਈ ਨਾ ਉਹ ਭਰ ਲੈਂਦੇ ਹੋਣਗੇ। ਪਰ ਕੀ ਮੇਰਾ ਪੁੱਛਣਾ ਸਿਰਫ ਇੰਨਾ ਹੈ ਕਿ ਉਹ ਕਿਹਦੀ ਸੋਚ ਤੇ ਪਹਿਰਾ ਦੇਣਾ ਚਾਹੁੰਦੇ ਨੇ ਜਾਂ ਉਹਨਾਂ ਦੀ ਕੋਈ ਆਪਣੀ ਮੌਲਿਕ ਸੋਚ ਵੀ ਹੈ, ਉਹਨਾਂ ਨੂੰ ਆਪਣੀ ਖਬਰ ਹੈ? ਜਦੋਂ ਮੈਂ ਪਿੰਡਾਂ ਵਿੱਚ ਜਾ ਕੇ ਨਾ ਕਾਫੀ ਯੂਥ ਨਾਲ ਗੱਲ ਕੀਤੀ ਹੈ ਤੇ ਇੰਨੇ ਟਾਈਮ 'ਚ ਮੈਂ ਖੁਦ ਕਾਫੀ ਯੂਥ ਨਾਲ ਵਿਚ ਰਿਹਾ। ਪਿਛਲੇ 4-5 ਸਾਲਾਂ 'ਚ ਮੇਰੇ ਆਪਦੇ ਸੰਪਰਕ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ 'ਚੋਂ, ਵਿਧਾਨ ਸਭਾਵਾਂ 'ਚੋਂ ਬਹੁਤ ਯੂਥ ਆਇਆ ਜਿਨ੍ਹਾਂ ਨਾਲ ਮੈਂ ਗੱਲ ਕਰ ਪਾਇਆ। ਬਹੁਤ ਸਾਰੇ ਲੋਕ ਮੈਨੂੰ ਫੇਸਬੁੱਕ ਕਮੈਂਟਾਂ 'ਚ ਮਿਲਦੇ ਆ, ਮੈਸੇਜਾਂ 'ਚ ਮਿਲਦੇ ਆ, ਵਟਸਐਪ ਕਰਦੇ ਆ, ਮੈਂ ਉਹਨਾਂ ਨਾਲ ਗੱਲ ਕਰਦਾ। ਸੋਚ ਤਾਂ ਹੈ, ਪੰਜਾਬ ਵਾਸਤੇ ਕੁਝ ਕਰਨ ਦੀ ਚਾਹਤ ਵੀ ਹੈ, ਜਵਾਨੀ ਜੋਸ਼ ਵੀ ਬਹੁਤ ਹੈ। ਤੁਸੀਂ ਉਹਨਾਂ ਨਾਲ ਗੱਲ ਕਰੋਗੇ, ਉਹ ਚੰਗੀ ਗੱਲ ਸੁਣਨਾ ਵੀ ਚਾਹੁੰਦੇ ਨੇ, ਕਈ ਵਾਰੀ ਉਹ ਆਪ ਬੜੀਆਂ ਸਿਆਣੀਆਂ ਗੱਲਾਂ ਕਰਦੇ ਨੇ, ਉਹਨਾਂ ਦਾ ਆਪਦਾ ਬੜਾ ਡੂੰਘਾ ਦਰਦ ਹੈ। ਪਹਿਲੀ ਗੱਲ ਤਾਂ ਉਹਨਾਂ ਦਾ ਦਰਦ ਸੁਣਨਾ ਬਹੁਤ ਜ਼ਰੂਰੀ ਹੈ। ਉਹ ਕਿੱਥੋਂ ਆਉਂਦੇ ਨੇ, ਕਿਹੜੇ ਪਰਿਵਾਰ ਚੋਂ ਆਉਂਦੇ ਨੇ, ਕਿਹੜੇ ਪਿੰਡ ਚੋਂ ਆਉਂਦੇ ਨੇ, ਆਪਦੀਆਂ ਮੁਸ਼ਕਲਾਂ ਦੱਸਦੇ ਨੇ। ਕੀ ਉਹ ਇੱਕ ਰੋਲ ਮਾਡਲ ਜਾਂ ਆਈਡਲ ਲੱਭ ਰਹੇ ਨੇ ਜਾਂ ਉਹਨਾਂ ਨੂੰ ਬਹੁਤ ਸਾਰੇ ਚਾਹੀਦੇ ਨੇ ਜਾਂ ਆਪਣੇ ਇਤਿਹਾਸ ਨੇ ਉਹ ਸਾਰੇ ਦਿੱਤੇ ਹੋਏ ਨੇ, ਪਰ ਉਹ ਆਪਦੇ ਆਪ ਨੂੰ ਟਟੋਲਣ, ਆਪਦੇ ਆਪ ਨੂੰ ਉਸ ਰਾਹ ਤੇ ਤੋਰਨ। ਮੈਨੂੰ ਲੱਗਦਾ ਕਿ ਤੁਸੀਂ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਡਾਇਰੈਕਸ਼ਨ ਦਾ ਇਸ਼ੂ ਹੈ, ਕਿਤੇ ਨਾ ਕਿਤੇ ਡਾਇਰੈਕਸ਼ਨ ਦੀ ਲੜਾਈ ਹੈ ਕਿ ਆਪਾਂ ਜਵਾਨੀ ਨੂੰ ਕਿਸ ਰਾਹ ਤੇ ਲੈ ਕੇ ਜਾਣਾ। ਇੱਕ ਜਿਸ ਤਰ੍ਹਾਂ ਮੈਂ ਆਪਾਂ ਸ਼ਬਦ ਯੂਜ਼ ਕੀਤਾ ਕ੍ਰਿਟੀਕਲ ਥਿੰਕਿੰਗ ਤੇ ਐਜੂਕੇਸ਼ਨ, ਇਹ ਸਮਾਜ ਅੰਦਰ ਹੋਣੇ ਬਹੁਤ ਜ਼ਰੂਰੀ ਹੈ। ਤੁਸੀਂ ਆਪ ਰਿਸਰਚ ਕਰ ਰਹੇ ਤੇ ਤੁਸੀਂ ਸਮਝ ਸਕਦੇ ਹੋ ਕਿ ਕ੍ਰਿਟੀਕਲ ਥਿੰਕਿੰਗ ਕਿਸੇ ਵੀ ਟੈਕਸਟ ਨੂੰ, ਸਮਾਜ ਦੀ ਕਿਸੇ ਵੀ ਸੋਚ ਨੂੰ, ਕਿਸੇ ਵੀ ਲਹਿਰ ਨੂੰ ਆਪਦੇ ਦਿਮਾਗ ਨਾਲ ਆਪ ਸਮਝਣ ਦੀ ਕੋਸ਼ਿਸ਼ ਕਰਨਾ ਤੇ ਸਮਝਣਾ ਕਿ ਇਹਦੇ ਕੀ ਮਾਇਨੇ ਨੇ ਮੇਰੇ ਵਾਸਤੇ। ਇੱਕ ਅੱਛੇ ਸੰਗਤ 'ਚ ਬੈਠ ਕੇ ਵਿਚਾਰ ਕਰਨੇ, ਸਮਾਜ ਦੇ ਮੁਸ਼ਕਲਾਂ ਦੇ ਕੀ ਹੱਲ ਨੇ ਉਹਨਾਂ ਬਾਰੇ ਵਿਚਾਰ ਕਰਨਾ, ਇਹ ਬਹੁਤ ਜ਼ਰੂਰੀ ਚੀਜ਼ਾਂ ਨੇ। ਤੇ ਜੇ ਆਪਾਂ ਆਪਣੀ ਸਾਰੀ ਜਵਾਨੀ ਇਸ ਰਾਹ ਤੇ ਚੱਲੇਗੀ ਤੇ ਸ਼ਾਇਦ ਉਹ ਭਗਤ ਸਿੰਘ ਦੀ ਸੋਚ ਨੂੰ ਵੀ ਹੋਰ ਬਿਹਤਰ ਤਰੀਕੇ ਨਾਲ ਸਮਝ ਪਾਏਗੀ, ਕਿਉਂਕਿ ਭਗਤ ਸਿੰਘ ਆਪ ਇਹੋ ਜਿਹੀਆਂ ਮੀਟਿੰਗਾਂ ਕਰਦੇ ਸੀ, ਆਪਦੇ ਵਿਚਾਰਾਂ ਨੂੰ ਆਪਣੇ ਸਾਥੀਆਂ ਵਿੱਚ ਰੱਖਦੇ ਸੀ, ਉਹਨਾਂ ਦੇ ਸੁਣਦੇ ਸੀ, ਕ੍ਰਿਟੀਕਲੀ ਇੰਗੇਜ ਕਰਦੇ ਸੀ। ਮਹਾਤਮਾ ਗਾਂਧੀ ਦੀ ਮੂਵਮੈਂਟ ਨੂੰ
ਉਹਨਾਂ ਨੇ ਕ੍ਰਿਟੀਕਲੀ ਐਨਾਲਾਈਜ਼ ਕੀਤਾ, ਕਾਂਗਰਸ ਦੀ ਮੂਵਮੈਂਟ ਉਹਨਾਂ ਨੇ ਐਨਾਲਾਈਜ਼ ਕੀਤਾ, ਉਹਨਾਂ ਨੇ ਦੁਨੀਆ ਦੇ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਇੰਨੀ ਛੋਟੀ ਉਮਰ 'ਚ ਉਹਨਾਂ ਨੇ ਇਹ ਮੁੱਲ ਸਮਝਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਕਿਹੜੇ ਐਕਸ਼ਨ ਨਾਲ ਕਿਹੜੇ ਸਿੰਬਲਿਜ਼ਮ ਬਣਨਗੇ, ਜਿਹੜੇ ਸਿੰਬਲਿਜ਼ਮ ਨਾਲ ਜਵਾਨੀ ਉਸ ਟਾਈਮ ਦੀ ਤੇ ਅੱਜ ਦੀ ਇੰਸਪਾਇਰ ਹੋ ਪਾਏਗੀ। ਤੇ ਉਹਨਾਂ ਨੇ ਇਹ ਵੀ ਫੈਸਲਾ ਲਿਆ ਕਿ ਮੇਰੀ ਜਾਨ ਦੇਣ ਨਾਲ ਮੈਂ ਕਿਹੜਾ ਮੈਸੇਜ ਦੇ ਪਾਊਂਗਾ, ਉਸ ਮੈਸੇਜ ਦੇ ਕੀ ਮਾਇਨੇ ਹੋਣਗੇ ਸਮਾਜ ਵਾਸਤੇ। ਮੈਨੂੰ ਨਹੀਂ ਲੱਗਦਾ ਕਿ ਉਹ ਜੋਸ਼ ਭਰਿੰਦਾ ਫੈਸਲੇ ਨੇ ਜਾਂ ਉਹ ਕੋਈ ਚੱਕ ਲੋ ਧਰ ਲੋ ਫੈਸਲੇ ਨੇ। ਉਹ ਬੜੇ ਸੂਝ ਨਾਲ, ਸਮਝ ਨਾਲ ਦੇਸ਼ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ, ਆਪਦੀ ਜ਼ਿੰਦਗੀ ਦਾ ਮੁੱਲ ਸਮਝਦੇ ਹੋਏ ਲੈਤੇ ਹੋਏ ਫੈਸਲੇ ਨੇ। ਤੇ ਉਹ ਸੋਚ ਰੱਖਣੀ ਬਹੁਤ ਜ਼ਰੂਰੀ ਹੈ। ਕਿਉਂਕਿ ਸਾਡੀ ਉਮਰ ਦੇ ਲੋਕੀ ਨੇ ਤੇ ਇਹਨਾਂ ਨਾਲ ਵਿਚਰਦੇ ਹਾਂ ਅਸੀਂ, ਇਹਨਾਂ ਦੀਆਂ ਗੁੰਝਲਾਂ ਨੂੰ, ਇਹਨਾਂ ਦੀ ਭਾਸ਼ਾ ਨੂੰ ਵੇਖ ਸਕਦੇ ਹਾਂ। ਤੁਸੀਂ ਸੋਸ਼ਲ ਕੰਪੇਨ ਵੇਲੇ ਦੇਖਿਆ ਹੋਊਗਾ, ਸੋਸ਼ਲ ਮੀਡੀਆ ਕੰਪੇਨ ਤੇ ਜਿਸ ਤਰ੍ਹਾਂ ਦਾ ਪਪੂਲਰ ਪੌਪ ਜਿਹੜਾ ਹੈਗਾ ਆ ਰਿਹਾ ਪੰਜਾਬ ਦਾ, ਉਹਦੀ ਜਿਹੜੀ ਭਾਸ਼ਾ ਹੈ ਜਾਂ ਜੇ એનર્ਜੀ ਚੈਨਲਾਈਜ਼ ਨਹੀਂ ਕੀਤੀ ਗਈ, ਜੇ ਡਾਇਰੈਕਸ਼ਨਲੈਸ ਰਹਿੰਦੀ ਆ, ਤਾਂ ਖਿਡਾਰੀ ਤੱਕ ਜਿਹੜੇ ਹੈਗੇ ਆ ਉਹ ਸਾਜ਼ਿਸ਼ੀ ਹਿੰਸਾਵਾਂ ਦਾ ਜਿਹੜਾ ਸ਼ਿਕਾਰ ਹੋ ਰਹੇ ਨੇ ਪੰਜਾਬ ਦੇ ਵਿੱਚ। ਜਿਹੜਾ ਤੁਸੀਂ ਇਹ ਸਵਾਲ ਚੁੱਕਿਆ, ਇਹ ਮੇਰੇ ਦਿਲ ਦੇ ਅੰਦਰ ਕਾਫੀ ਰਹਿੰਦਾ ਹੈ, ਇਹਦਾ ਦਰਦ ਰਹਿੰਦਾ। ਮੈਂ ਸੋਚਦਾ ਰਹਿਣਾ ਕਿ ਪੰਜਾਬ ਦੀ ਜਵਾਨੀ ਨੂੰ ਇੰਨੇ ਤਰ੍ਹਾਂ ਦੇ ਹੁਨਰ ਨੇ, ਪੰਜਾਬ ਦੀ ਜਵਾਨੀ 'ਚ ਇੰਨੇ ਤਰ੍ਹਾਂ ਦੇ, ਮਤਲਬ ਇੰਨਾ ਕੁਝ ਕਰ ਸਕਦੇ ਪੰਜਾਬ ਦੇ ਲੋਕ, ਤੇ ਉਸਨੂੰ ਕਿਸ ਤਰ੍ਹਾਂ ਰਾਹ ਪਾਈਏ, ਉਸਨੂੰ ਕਿਹੜੇ ਓਪਰਚੁਨਿਟੀ ਮਿਲਣੀ ਚਾਹੀਦੀ ਹੈ, ਕਿਹੜੇ ਸਾਧਨ ਮਿਲਣੇ ਚਾਹੀਦੇ ਨੇ, ਉਸਦੀ ਲੜਾਈ ਕਿਵੇਂ ਲੜੀਏ, ਉਸਨੇ ਗੱਲ ਕਿਵੇਂ ਕਰਨੀ ਹੈ, ਉਹਦੀ ਸੁਣਨੀ ਕਿਵੇਂ ਹੈ। ਸਭ ਤੋਂ ਵੱਡੀ ਗੱਲ ਹੈ ਤੇ ਉਹਦੀ ਸੁਣੀ ਜਾਵੇ, ਕਿਉਂਕਿ ਬਹੁਤ ਸਾਰਾ ਯੂਥ ਚਾਹੁੰਦਾ ਕਿ ਸਾਡੀ ਸੁਣੋ, ਤੇ ਉਹਦੀ ਸੁਣ ਕਿਉਂ ਨਹੀਂ ਰਿਹਾ ਕੋਈ। ਤੇ ਮੇਰੇ ਆਪਦੇ ਮਨ 'ਚ ਇਸ ਚੀਜ਼ ਰਹਿੰਦੀ ਹੈ, ਤੇ ਮੇਰੇ ਆਪਦੇ ਮਨ 'ਚ ਇੱਕ ਹੋਰ ਵੀ ਬੜੀ ਚੀਜ਼ ਰਹਿੰਦੀ ਹੈ ਕਿ ਮੈਂ ਆਪਣੇ ਇਸ ਸਫ਼ਰ ਤੋਂ, ਜੋ ਮੈਂ ਪੰਜਾਬ ਦੀਆਂ ਮੁਸ਼ਕਲਾਂ ਨੂੰ ਸਮਝਦਾ, ਇਸ ਰਾਜਨੀਤਿਕ ਸਿਸਟਮ ਨੂੰ ਸਮਝਦਾ ਪੰਜਾਬ ਦੇ, ਇੱਕ ਪੰਜਾਬ ਦੇ ਇੱਕ ਯੂਥ ਹੋਣ ਦੇ ਨਾਤੇ ਆਪਾਂ ਆਪਣੀ ਜ਼ਿੰਦਗੀ ਤੇ ਜਿਹੜੀਆਂ ਚੀਜ਼ਾਂ ਮੰਨ ਕੇ ਚੱਲਦੇ ਹਾਂ, ਉਹ ਸੁਪਨੇ ਪੂਰੇ ਕਿਵੇਂ ਕਰਨੇ ਨੇ, ਉਹਦੀ ਲੜਾਈ ਕਿਵੇਂ ਲੜਨੀ ਹੈ, ਉਸ ਚੀਜ਼ ਨੂੰ ਸਮਝਦਾ। ਉਹ ਕਹਾਣੀ ਨੂੰ ਉਹਨਾਂ ਤੱਕ ਕਿਵੇਂ ਲੈ ਕੇ ਜਾ ਸਕਦਾ, ਉਹਨਾਂ ਦੀ ਕਿਵੇਂ ਸੁਣ ਸਕਦਾ ਕਹਾਣੀ ਨੂੰ, ਮੈਂ ਆਪ ਉਸ ਬਾਰੇ ਅੱਜ ਕੱਲ੍ਹ ਸੋਚ ਰਿਹਾ। ਤੇ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਜ਼ਰੂਰੀ ਚੀਜ਼ ਹੈ। ਸਭ ਤੋਂ ਜ਼ਰੂਰੀ ਚੀਜ਼ ਮੈਨੂੰ ਲੱਗਦਾ ਇਹ ਹੈ ਕਿ ਆਪਣੀ ਯੂਥ ਨੂੰ ਡਾਇਰੈਕਸ਼ਨ ਕੀ ਦਈਏ, ਕਿਵੇਂ ਡਾਇਰੈਕਸ਼ਨ ਦੇ ਸਕਦੇ ਹਾਂ। ਮੈਂ ਕੋਈ ਇੱਥੇ ਫਿਲਾਸਫੀ ਦੀਆਂ ਗੱਲਾਂ ਕਰਕੇ ਜਾਂ ਦੋ ਚਾਰ ਲਾਈਨਾਂ ਸੁਣਾ ਕੇ ਤੁਹਾਨੂੰ ਇਹ ਨਹੀਂ ਕਹਿਣਾ ਚਾਹੁੰਦਾ ਕਿ ਐਂ ਕਰ ਦਾਂਗੇ ਤੇ ਚੱਕ ਦਾਂਗੇ। ਮੈਂ ਬੜਾ ਗੰਭੀਰਤਾ ਨਾਲ ਇਹ ਗੱਲ ਨੂੰ ਸੋਚਦਾ। ਐਗਰੀਕਲਚਰ 'ਚ, ਪੰਜਾਬ ਦੀ ਕਿਸਾਨੀ 'ਚ ਮੁਸ਼ਕਿਲਾਂ ਨੇ, ਬੇਰੁਜ਼ਗਾਰੀ ਦੀਆਂ ਮੁਸ਼ਕਿਲਾਂ ਨੇ, ਹਰ ਜਵਾਨੀ ਬਾਹਰ ਭੱਜੀ ਜਾ ਰਹੀ ਹੈ। ਜਿਹੜੀ ਪੰਜਾਬ ਜਵਾਨੀ ਹੈ, ਤੁਸੀਂ ਗੈਂਗਸਟਰਸ ਦੇਖੋ, ਤੁਸੀਂ ਨਸ਼ੇ ਦੇਖੋ, ਬਹੁਤ ਮਾੜਾ ਹਾਲ ਹੈ। ਪਰ ਫਿਰ ਤੁਸੀਂ ਉਸ ਜਵਾਨ ਨਾਲ ਗੱਲ ਵੀ ਕਰੋ ਪਿੰਡ ਜਾ ਕੇ, ਤੁਹਾਨੂੰ ਲੱਗਦਾ ਕਿ ਇਹਨੂੰ ਤਾਂ ਸਭ ਕੁਝ ਪਤਾ, ਇੰਨਾ ਸਿਆਣਾ ਹੈ, ਇੰਨਾ ਸੁਲਝਿਆ ਹੋਇਆ, ਇਹ ਆਪਣੀਆਂ ਮੁਸ਼ਕਿਲਾਂ ਨੂੰ ਜਾਣਦਾ, ਉਹਨਾਂ ਦੇ ਹੱਲ ਜਾਣਦਾ। ਇਹ ਤਾਂ ਸਭ ਤੋਂ ਸਿੱਧੀਆਂ ਗੱਲਾਂ ਕਰ ਰਿਹਾ ਕਿ ਆਹ ਚਾਰਜਾਂ ਚਾਹੀਦੀਆਂ, ਐਂ ਚਾਹੀਦਾ। ਉਹਦੇ ਅੰਦਰ ਗੁੱਸਾ ਹੈ, ਬੜਾ ਗੁੱਸਾ ਭਰਿਆ ਉਹਦੇ ਅੰਦਰ, ਕਿਤੇ ਨਾ ਕਿਤੇ ਡਰ ਵੀ ਹੈ। ਤੁਸੀਂ ਉਸਦੇ ਪਰਿਵਾਰ ਜਾ ਕੇ ਬੈਠੋਗੇ, ਤੁਹਾਨੂੰ ਡਰ ਮਹਿਸੂਸ ਹੋਏਗਾ। ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹੂੰਗਾ ਜਿਹਦੇ ਬਾਰੇ ਕੋਈ ਧਿਆਨ ਨਹੀਂ ਦਿੰਦਾ, ਮੈਂਟਲ ਹੈਲਥ। ਮੈਂ ਮਾਨਸਿਕ ਤੌਰ ਤੇ ਬਹੁਤ ਲੋਕ ਪਰੇਸ਼ਾਨ ਦੇਖਦਾ ਪੰਜਾਬ ਦੇ ਅੰਦਰ। ਮੈਂ ਪਿੰਡਾਂ ਜਾਣਾ ਤੇ ਮੈਨੂੰ ਲੱਗਦਾ ਕਿ ਕੋਈ ਪੋਲੀਟੀਸ਼ੀਅਨ ਇਹਦੀ ਗੱਲ ਨੋਟਿਸ ਨਾ ਕਰਦਾ ਹੋਏ ਕਿ ਇਹ ਲੋਕਾਂ ਦੀ ਮਾਨਸਿਕ ਹਾਲਤ ਕਿਵੇਂ ਹੋਏਗੀ, ਕਿਸ ਪ੍ਰੈਸ਼ਰ ਜੀ ਰਹੇ ਨੇ। ਇੰਗਜ਼ਾਇਟੀ ਹੋਣਾ, ਡਿਪਰੈਸ਼ਨ ਹੋਣਾ ਮੈਨੂੰ ਬੜਾ ਆਮ ਚੀਜ਼ਾਂ ਲੱਗਣ ਲੱਗੀਆਂ। 18 ਘੰਟੇ 16 ਘੰਟੇ ਲੇਬਰ ਕੰਮ ਕਰ ਰਿਹਾ ਫੈਕਟਰੀ 'ਚ, ਕਿੰਨੀ ਤਨਖਾਹ ਮਿਲ ਰਹੀ ਹੈ, ਉਸਦੇ ਮਾਨਸਿਕ ਹਾਲਾਤ ਕੀ ਨੇ, ਕਿੰਨੇ ਲੋਕ ਸੁਸਾਈਡ ਕਰ ਰਹੇ ਨੇ, ਉਹਦੇ ਮਾਨਸਿਕ ਹਾਲਾਤ ਕੀ ਨੇ, ਤੇ ਕੋਈ ਉਸ ਮਾਨਸਿਕ ਹਾਲਾਤ ਬਾਰੇ ਜ਼ਿਆਦਾ ਗੱਲ ਨਹੀਂ ਕਰਦਾ। ਮੈਨੂੰ ਲੱਗਦਾ ਉਸ ਮਾਨਸਿਕ ਹਾਲਾਤ ਨੂੰ ਸਮਝਿਆ ਵੀ ਨਹੀਂ ਜਾਂਦਾ ਕਿ ਇੱਕ ਜ਼ਰੂਰੀ ਚੀਜ਼ ਹੈ। ਉਹਨੂੰ ਕੋਈ ਅਸਲ 'ਚ ਬਿਮਾਰੀ ਵੀ ਸਮਝਿਆ ਨਹੀਂ ਜਾਂਦਾ ਕਿ ਇਹਨੂੰ ਧਿਆਨ ਦੀ ਲੋੜ ਹੈ, ਇਹਨੂੰ ਆਰਾਮ ਦੀ ਲੋੜ ਹੈ। ਉਹ ਲੋਕਾਂ ਕਹਿੰਦਾ ਉਹ ਕੋਈ ਨਹੀਂ, ਚੱਕ ਦਿਆਂਗੇ, ਉਹ ਚੜ੍ਹਦੀ ਕਲਾ, ਠੀਕ ਹੈ, ਸਭ ਵਧੀਆ। ਆਪੋ ਉਸ ਰੁਝਾਨ 'ਚ ਰਹਿੰਦੇ ਹਾਂ, ਪਰ ਬਹੁਤ ਲੋਕ ਸ਼ਾਇਦ ਪਰੇਸ਼ਾਨ ਨੇ। ਮੈਂ ਜਦੋਂ ਪਿੰਡਾਂ ਵਿੱਚ ਜਾਂਦਾ, ਲੋਕਾਂ ਨੂੰ ਮਿਲਦਾ, ਮੈਂ ਮਹਿਸੂਸ ਕਰ ਸਕਦਾ ਕਿ ਕਿੰਨੇ ਦੁਖੀ ਨੇ, ਕਿੰਨੇ ਪਰੇਸ਼ਾਨ ਨੇ, ਇਹਨਾਂ ਦੀ ਸੁਣਵਾਈ ਨਹੀਂ ਹੈ। ਤੇ ਇਹ ਜਵਾਨੀ ਨੂੰ, ਇਹ ਮਾਨਸਿਕ ਤੌਰ ਤੇ ਇਹ ਜਿਹੜਾ ਇਹ ਪਰੇਸ਼ਾਨੀ ਕਿਸ ਰਾਹ ਤੇ ਲੈ ਕੇ ਜਾ ਰਹੀ ਹੈ। ਜੀ, ਤੁਸੀਂ ਆਖਿਆ ਕਿ ਖੇਡ ਦੇ ਵਿੱਚ ਤੁਹਾਨੂੰ ਤੁਹਾਡੇ ਫਾਦਰ ਸਾਹਿਬ ਭੇਜਦੇ ਨੇ, ਉਹਨਾਂ ਦਾ ਆਪਣਾ ਵੀ ਇੱਕ ਤਜਰਬਾ ਹੈ ਸਿਆਸਤ ਦੇ ਵਿੱਚ। 1992 ਦੇ ਵਿੱਚ ਉਹ CPI ਦੇ ਭਾਨ ਸਿੰਘ ਭੌਰਾ ਨੂੰ ਹਰਾਉਂਦੇ ਨੇ, ਜਿੱਤ ਦਰਜ ਕਰਦੇ ਨੇ। ਉਸ ਤੋਂ ਬਾਅਦ 1997 ਦੇ ਵਿੱਚ ਉਹ ਇੰਡੀਪੈਂਡੈਂਟ ਕੈਂਡੀਡੇਟ ਦੇ ਵਜੋਂ ਜਿੱਤਦੇ ਨੇ।
ਕਦੇ ਇਸ ਤਰ੍ਹਾਂ ਗੱਲਬਾਤ ਹੁੰਦੀ ਹੈ ਕਿ ਜਿਹੜੀ ਇਲੈਕਟੋਰਲ ਪੋਲਿਟਿਕਸ ਹੈਗੀ ਆ ਉਹ ਪਹਿਲਾਂ ਨਾਲੋਂ ਕਿੰਨੀ ਕੁ ਬਦਲੀ ਹੈ, ਮਹਿੰਗੀ ਹੋਈ ਹੈ, ਹਿੰਸਾਤਮਕ ਹੋਈ ਹੈ, ਜਾਂ ਜਿਵੇਂ ਉਹ CPI ਦੇ ਕੈਂਡੀਡੇਟ ਸੀਗੇ, ਲੈਫਟ ਉਸ ਸਮੇਂ ਦੇ ਵਿੱਚ ਕਿਸ ਤਰ੍ਹਾਂ ਮਜ਼ਬੂਤ ਸੀ? ਵੈਸੇ ਵੀ 1992 ਦਾ ਵਰ੍ਹਾ ਤਾਂ ਪੰਜਾਬ ਦੇ ਕਾਲੇ ਦੌਰ ਦਾ ਜਿਹੜਾ ਸਮਾਂ ਹੈਗਾ, ਉਹਨਾਂ ਦਾ ਕੋਈ ਮਾਰਗਦਰਸ਼ਨ ਰਹਿੰਦਾ ਹੈ ਇਸ ਖੇਤਰ ਦੇ ਵਿੱਚ? ਕਿਉਂਕਿ ਮੈਂ ਦੇਖਿਆ ਕਿ ਜਿਹੜੀ ਪ੍ਰਚਾਰ ਦੇ ਆਖਰੀ ਦਿਨ ਦੀ ਜਿਹੜੀ ਸਮਰਥਨ ਯਾਤਰਾ ਹੁੰਦੀ ਹੈ, ਉਹਦੇ ਲਈ ਸਾਰਿਆਂ ਨੇ ਰੋਡ ਸ਼ੋ ਵਰਤਿਆ ਸ਼ਬਦ, ਪਰ ਤੁਸੀਂ ਉਹਨੂੰ ਜਲਸਾ ਲਿਖਿਆ ਸੀ। ਤੇ ਮੈਨੂੰ ਇਹ ਹੋਊਗਾ ਕਿ ਤੁਹਾਨੂੰ ਕਿੰਨੀ ਕੁ ਰਹਿਨੁਮਾਈ, ਕਿੰਨਾ ਕੁ ਮਾਰਗਦਰਸ਼ਨ ਮਿਲਦਾ ਇਸ ਖੇਤਰ ਦੇ ਵਿੱਚ ਵੀ ਖੇਡ ਵਾਂਗੂ? ਬਹੁਤ ਜ਼ਿਆਦਾ ਨਹੀਂ। ਤੇ ਮੇਰੇ ਫਾਦਰ ਸਾਹਿਬ ਦੀ ਪ੍ਰੇਰਨਾ ਕਾਫੀ ਰਹੀ। ਮੇਰੇ ਫਾਦਰ ਸਾਹਿਬ ਦੇ ਅੰਦਰ ਇੱਕ ਜਨੂੰਨ ਸੀ ਲੋਕਾਂ ਦੇ ਵਾਸਤੇ ਕੰਮ ਕਰਨ ਦਾ, ਤੇ ਇੱਕ ਉਹਨਾਂ ਦੀ ਇਮਾਨਦਾਰੀ। ਇਹਦੇ ਬਾਰੇ ਲੋਕ ਹਰ ਪਿੰਡ 'ਚ ਗੱਲ ਕਰਦੇ ਸੀ। ਤੇ ਉਹਨਾਂ ਨੇ ਕਦੇ ਆਪਣੇ, ਜਿੰਨਾ ਕਿ ਮੈਂ ਉਹਨਾਂ ਬਾਰੇ ਜਾਣਦਾ ਤੇ ਦੇਖਿਆ, ਉਹਨਾਂ ਨੇ ਆਪਣੇ ਬਾਰੇ ਕੁਝ ਜ਼ਿਆਦਾ ਦੱਸਿਆ ਨਹੀਂ, ਕਿਉਂਕਿ ਮੈਂ ਬੜਾ ਛੋਟਾ ਸੀ ਉਸ ਟਾਈਮ 'ਚ। ਪਰ ਪਿੰਡਾਂ ਦੇ ਲੋਕ ਉਹਨਾਂ ਨੇ ਬਹੁਤ ਕੁਝ ਦੱਸਤਾ। ਇੱਕ ਗੱਲ ਉਹਨਾਂ ਨੇ ਮੈਨੂੰ ਦੱਸੀ, ਜਿੱਦਾਂ ਮੈਨੂੰ ਟਿਕਟ ਮਿਲੀ ਤੇ ਅਗਲੇ ਦਿਨ ਸਵੇਰੇ ਮੈਂ ਉਹਨਾਂ ਨਾਲ ਬੈਠਾ ਤੇ ਮੈਨੂੰ ਕਹਿੰਦੇ ਕਿ ਹੁਣ ਤੈਨੂੰ ਪਤਾ ਚੱਲੂ ਕਿ ਤੇਰਾ ਪਿਓ ਕੌਣ ਸੀ। ਇਹ ਉਹਨਾਂ ਨੇ ਮੈਨੂੰ ਗੱਲ ਬੋਲੀ ਤੇ ਮੈਨੂੰ ਇਹ ਗੱਲ ਸੱਚੀ ਪਿੰਡਾਂ ਜਾ ਕੇ ਸਮਝ ਆਈ ਕਿ ਉਹ ਕੌਣ ਸੀ। ਮੇਰੀ ਪੂਰੀ ਟੀਮ ਨੇ ਮੈਨੂੰ ਇਹ ਗੱਲ ਕਹੀ ਕਿ ਆਪਾਂ ਸਾਰੇ ਉਹਨਾਂ ਨੂੰ ਨਹੀਂ ਸਮਝ ਪਾਏ। ਤਾਂ ਮੇਰੇ ਫਾਦਰ ਸਾਹਿਬ ਕਦੇ ਦਿੱਲੀ ਜਾ ਕੇ ਕਦੇ ਕਿਸੇ ਲੀਡਰਾਂ ਨੂੰ ਨਹੀਂ ਮਿਲੇ, ਕਦੇ ਆਪਣੀ ਟਿਕਟ ਟੁਕਟ ਦੀ ਰਹਿਨੁਮਾਈ ਨਹੀਂ ਕਰ ਪਾਏ, ਕਦੇ ਚੰਡੀਗੜ੍ਹ ਜਾ ਕੇ ਮਿਲਣਾ, ਉਹਨਾਂ 'ਚ ਉਹ ਨਈ ਚੀਜ਼ਾਂ ਨਹੀਂ ਸੀ। ਉਹ ਪਿੰਡ 'ਚ ਹੀ ਰਹਿੰਦੇ ਸੀ, ਹਰ ਫੋਨ ਉਹ ਚੱਕਦੇ ਨੇ। 308 ਕਿਲੋਮੀਟਰ ਦੀਆਂ ਸੜਕਾਂ ਉਹਨਾਂ ਨੇ ਇੱਕ ਵਿਧਾਨ ਸਭਾ ਹਲਕੇ 'ਚ ਬਣਾਈਆਂ। ਮੈਂ ਕਿਸੇ ਦੇ ਘਰੇ ਗਿਆ ਇੱਕ ਦਿਨ, ਉਹ ਹਲਕੇ 'ਚ ਬੜੀਆਂ ਕਹਾਣੀਆਂ ਇਹੋ ਜਿਹੀਆਂ। ਲੋਕ ਤਸਵੀਰਾਂ ਰੱਖਦੇ ਸੀ ਉਹਨਾਂ ਦੀ ਜੇਬ 'ਚ, ਮੈਨੂੰ ਤਸਵੀਰਾਂ ਦਿਖਾਉਂਦੇ ਸੀ ਕਿ ਆਹ ਸਾਡੇ ਪਿੰਡ ਆਏ ਸੀ। ਮੇਰੇ ਫਾਦਰ ਸਾਹਿਬ ਨੂੰ ਸੋਸ਼ਲ ਮੀਡੀਆ ਜਾਂ ਮੀਡੀਆ ਮੈਨੇਜਮੈਂਟ ਨਹੀਂ ਆਉਂਦੀ, ਉਹਨਾਂ ਨੂੰ ਉਸ ਚੀਜ਼ ਬਾਰੇ ਨਹੀਂ ਪਤਾ ਸੀ। ਹਰ ਤਰ੍ਹਾਂ ਦੇ ਲੋਕਾਂ ਦੇ ਕੰਮ ਕਰਾਏ, ਕੋਈ ਕਹਿੰਦੇ ਸਾਡਾ ਆਹ ਕੰਮ ਕਰਾਇਆ, ਕੋਈ ਉਹ ਕੰਮ ਕਰਾਇਆ। ਆਜ ਦੀ ਧਰਮਸ਼ਾਲਾ ਬਣਾਈ, ਲੋਕ ਮਿੱਟੀ ਚੱਕ ਕੇ ਦਿਖਾਉਂਦੇ ਆ, ਉਹ ਬਣਾ ਕੇ ਗਏ ਸੀ। ਕੋਈ ਪਿੰਡ ਲੈ ਕੇ ਗਿਆ, ਮੈਨੂੰ ਲੱਗਦਾ ਮੋਹਰਾਣਾ ਪਿੰਡ ਗਿਆ, ਤੇ ਮੋਹਰਾਣੇ ਪਿੰਡ ਮੈਨੂੰ ਕਾਫੀ ਵਧੀਆ ਫੰਕਸ਼ਨ ਹੋਇਆ। ਫੰਕਸ਼ਨ ਬਾਅਦ ਔਰਤਾਂ ਇੱਕ ਰਵਿਦਾਸ ਧਰਮਸ਼ਾਲਾ ਲੈ ਕੇ ਗਈਆਂ ਤੇ ਕਹਿੰਦੀਆਂ ਇਹਦੀ ਕੰਧ ਗਿਰਨ ਲੱਗੀ ਹੈ, ਤੁਸੀਂ ਇਹ ਕੰਧ ਬਣਾ ਦੇਣਾ। ਤੇ ਮੈਂ ਕੰਧ ਦੇਖਣ ਲੱਗਿਆ, ਮੈਂ ਉੱਥੇ ਬੈਠ ਕੇ ਖਾਣਾ ਖਾਣ ਲੱਗ ਗਿਆ। ਤੇ ਮੈਂ ਕਿਹਾ ਜੀ ਕੰਧ ਬਣਾ ਦਾਂਗੇ, ਤੁਸੀਂ ਮੌਕਾ ਦੋਗੇ। ਤੇ ਉਹ ਕਹਿੰਦੇ ਵੈਸੇ ਇਹ ਧਰਮਸ਼ਾਲਾ ਤੁਹਾਡੇ ਫਾਦਰ ਸਾਹਿਬ ਬਣਾ ਕੇ ਗਏ ਸੀ। ਅਗਲੇ ਪਿੰਡ ਗਿਆ ਤੇ ਉਹ ਕਹਿੰਦੇ ਸਾਡੇ ਫੰਕਸ਼ਨਾਂ ਤੇ ਆਉਂਦੇ ਸੀ। ਸੋ ਮੈਨੂੰ ਉਹ ਬੜੀ ਪ੍ਰੇਰਨਾ ਮਿਲੀ। ਉਹਨਾਂ ਨੂੰ ਜੋ ਰਾਜਨੀਤੀ ਬਾਰੇ ਤੇ ਲੋਕਾਂ ਦੇ ਕੰਮਾਂ ਬਾਰੇ ਜੋ ਉਹਨਾਂ ਨੂੰ ਸਮਝ ਸੀ ਕੀਤੇ ਜਾ ਸਕਦੇ ਨੇ, ਸਕੂਲ, ਧਰਮਸ਼ਾਲਾ, ਸੜਕਾਂ, ਉਹਨਾਂ ਨੇ ਆਪਣੇ ਵੱਲੋਂ ਪੂਰੀ ਕਰਨ ਦੀ ਕੋਸ਼ਿਸ਼ ਕੀਤੀ। ਦੂਸਰੀ, ਉਹਨਾਂ ਦੀ ਇਮਾਨਦਾਰੀ ਦੀ ਆਵਾਜ਼ ਅੱਜ ਤੱਕ ਹੈ। ਜੇ ਉਹਨਾਂ 'ਚ ਇਮਾਨਦਾਰੀ ਸੀ ਤੇ ਅੱਜ ਮੈਂ 20 ਸਾਲ, ਉਹ 2002 ਛੱਡੇ ਸੀ ਤੇ ਮੈਂ ਅੱਜ 2022 ਵਿੱਚ ਉਹਨਾਂ ਲੋਕਾਂ 'ਚ ਗਿਆ, ਤੇ 20 ਸਾਲਾਂ ਬਾਅਦ ਵੀ ਹਰ ਪਿੰਡ 'ਚ ਉਹਨਾਂ ਦੀ ਆਵਾਜ਼ ਆ ਰਹੀ ਹੈ। ਤਾਂ ਮਤਲਬ ਕੋਈ ਕਿਰਦਾਰ ਸੀ ਉਹਨਾਂ ਦਾ। ਮੇਰੇ ਵਾਸਤੇ ਬਹੁਤ ਵੱਡੀ ਪ੍ਰੇਰਨਾ ਹੈ। ਬਾਕੀ ਉਹ ਤਾਂ ਕਾਫੀ ਜਿਵੇਂ ਪੰਜਾਬ ਦੇ ਮਾਂ ਹੁੰਦੇ ਨੇ ਨਾ, ਤੁਹਾਨੂੰ ਪਤਾ ਹੀ ਹੈ, ਜਿਹੜੀ ਪਿਓ ਪੁੱਤ ਦੀ ਕੈਮਿਸਟਰੀ ਹੁੰਦੀ ਹੈ, ਤੇ ਉਹੀ ਕੈਮਿਸਟਰੀ ਹੈ ਸਾਡੀ। ਤੇ ਡਾਂਟ ਤੇ ਪਿਆਰ ਵਾਲੀ। ਕਾਫੀ ਗੁੱਸੇ ਵਾਲੇ ਨੇ, ਤੇ ਉਹ ਕੁੱਟ ਮਾਰ ਕੇ ਸਿੱਧਾ ਰੱਖਦੇ ਸੀ ਉਹਨੂੰ ਬਚਪਨ 'ਚ। ਤੇ ਉਹਨਾਂ ਨੇ ਕੁਝ ਜ਼ਿਆਦਾ ਤਾਂ ਮੈਨੂੰ ਨਹੀਂ ਦੱਸਿਆ। ਮੇਰਾ ਇੱਕ ਆਪਣਾ ਰਾਜਨੀਤੀ ਨੂੰ ਦੇਖਣ ਦਾ, ਪੜ੍ਹਨ ਦਾ ਇੱਕ ਤਰੀਕਾ ਹੈ, ਇੱਕ ਅੰਦਾਜ਼ ਹੈ। ਉਹਨਾਂ ਨੇ ਮੈਨੂੰ ਆਪਣਾ ਉਹ ਅੰਦਾਜ਼ ਅਪਣਾ ਦਿੱਤਾ। ਮੇਰੀ ਵਿਚਾਰਧਾਰਾ, ਜਿਸ ਤਰੀਕੇ ਨਾਲ ਮੇਰੀ ਪੜ੍ਹਾਈ ਨਾਲ, ਮੇਰੀ ਸਮਝ ਨਾਲ, ਉਹਨਾਂ ਤੋਂ ਮੈਨੂੰ ਕਿਰਦਾਰ ਮਿਲਿਆ, ਇਮਾਨਦਾਰੀ ਮਿਲੀ। ਪਰ ਲੋਕਾਂ ਦੀਆਂ ਜਿਹੜੇ ਵੱਡੇ ਸਮਾਜਿਕ ਮਸਲੇ ਨੇ, ਉਹਨਾਂ ਦੇ ਹੱਲ ਕਿਵੇਂ ਕੱਢਣੇ ਨੇ, ਗਲੋਬਲ ਤੌਰ ਤੇ ਮੈਂ ਡੈਮੋਕ੍ਰੇਸੀ ਨੂੰ, ਸਾਡੇ ਸਮਾਜ ਨੂੰ ਕਿਸ ਤਰ੍ਹਾਂ ਸਮਝ ਪਾ ਰਿਹਾ, ਪੜ੍ਹ ਪਾ ਰਿਹਾ, ਉਹ ਮੇਰੀ ਆਪਦੀ ਇੱਕ ਸੋਚ ਹੈ। ਤੇ ਮੈਂ ਉਸ ਸੋਚ ਨਾਲ ਰਾਜਨੀਤੀ ਕਰਨਾ ਚਾਹੁੰਦਾ। ਤੇ ਉਹਨਾਂ ਨੇ ਮੈਨੂੰ ਸਪੋਰਟ ਹੀ ਕੀਤਾ ਉਹਦੇ ਅੰਦਰ। ਜਦੋਂ ਮੈਂ ਹਲਕੇ 'ਚ ਗਿਆ, ਉਹ ਕਾਫੀ ਬਿਮਾਰ ਰਹਿੰਦੇ ਨੇ, ਪਰ ਉਹ ਕੁਛ ਵਾਰੀ ਆਏ, ਉਹ ਹਲਕੇ 'ਚ ਵਿਚਰੇ, ਕੁਛ ਲੋਕਾਂ ਨੂੰ ਮਿਲੇ, ਤੇ ਉਹ ਆਪਣੇ ਪਿੰਡ ਚਲੇ ਗਏ। ਜੀ, ਤਾਂ ਰਾਜਨੀਤੀ ਦਾ ਸੁਭਾਅ ਜਾਂ ਰਾਜਨੇਤਾ ਦਾ ਸੁਭਾਅ ਵੀ ਬਦਲਿਆ ਹੋਣਾ ਇਹਨਾਂ ਸਾਲਾਂ ਦੇ ਦੌਰਾਨ, ਕਿਉਂਕਿ ਹਲੇ ਹੋਰ ਪਤਾ ਨਹੀਂ ਕਿੰਨਾ ਕੁ ਬਦਲਣਾ। ਮੈਨੂੰ ਲੱਗਦਾ 2022 ਤੋਂ ਹੋਰ 10 ਸਾਲਾਂ ਨੂੰ ਅਸੀਂ ਇਹਨੂੰ ਪਾਸਟ ਵਜੋਂ ਦੇਖ ਰਹੇ ਹੋਵਾਂਗੇ। ਸ਼ੁਕਰੀਆ ਸਮਿਤ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਤੇ ਇਸ ਨੋਟ ਤੇ ਆਪਾਂ ਗੱਲਬਾਤ ਦਾ ਜਿਹੜਾ ਅੰਤ ਕਰ ਰਹੇ ਹਾਂ ਕਿ ਅਸੀਂ ਪੰਜਾਬ ਨੂੰ ਸਮਝਣ ਲੱਗੇ ਹੋਏ ਹਾਂ, ਪਰ ਸਾਨੂੰ ਆਪਣੇ ਆਲੇ ਦੁਆਲੇ ਜਾਂ ਸਾਨੂੰ ਆਪਣੇ ਨੇੜ ਤੇੜ ਬਾਰੇ ਵੀ ਕਈ ਵਾਰੀ ਜਿਹੜਾ ਹੈਗਾ ਬਹੁਤ ਸਾਰਾ ਜਿਹੜਾ ਅਣਜਾਣਾ
ਸਾਡਾ ਪਿਆਰ ਹੁੰਦਾ ਹੈ, ਅਸੀਂ ਉਹਨੂੰ ਹਲੇ ਗੋਲਿਆ ਹੀ ਨਹੀਂ ਹੁੰਦਾ, ਅਸੀਂ ਉਹਨੂੰ ਉਹਦੇ ਤੋਂ ਅਣਜਾਣ ਵੀ ਹੁੰਦੇ ਹਾਂ। ਸ਼ੁਕਰੀਆ ਤੁਹਾਡਾ, ਤੇ ਪੰਜਾਬ ਨੂੰ ਲੈ ਕੇ ਹਮੇਸ਼ਾ ਹੀ ਤੁਹਾਡਾ ਕੰਮ ਹੈ ਜਿਹੜਾ ਅਸੀਂ ਵੇਖਦੇ ਰਵਾਂਗੇ। ਥੈਂਕ ਯੂ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ।